ਸਤਿ ਸ਼੍ਰੀ ਅਕਾਲ ਦੀ ਸਪੋਕਸਮੈਨ ਡਿਬੇਟ 'ਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹਾਲੀ ਸੈਸ਼ਨ ਖਤਮ ਹੋਇਆ, ਖਾਸ ਇਜਲਾਸ ਸੱਦਿਆ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਔਰ ਇਸ ਇਜਲਾਸ ਦੇ ਵਿੱਚ ਕਿਹੜੇ-ਕਿਹੜੇ ਅਹਿਮ ਬਿੱਲ ਪਾਸ ਹੋਏ ਨੇ, ਕਾਫੀ ਬਿੱਲ ਪਾਸ ਕੀਤੇ ਗਏ ਹੈ ਤੇ ਇਹਨਾਂ ਦੀ ਇੰਪੋਰਟੈਂਸ ਕੀ ਹੈ ਔਰ ਇਹਨਾਂ ਨੂੰ ਪਾਸ ਕਰਨ ਦੀ ਜ਼ਰੂਰਤ ਕੀ ਪਈ ਤੇ ਪਾਸ ਕਰਨ ਤੋਂ ਬਾਅਦ ਕੀ ਇਹ ਆਪੋ ਆਪਣੇ ਖੇਤਰ ਦੇ ਵਿੱਚ ਉਸ ਰੂਪ ਨਾਲ ਉਸ ਅਮਲ ਦੇ ਨਾਲ ਕੰਮ ਕਰਨਗੇ ਜਿਸ ਇੱਛਾ ਦੇ ਨਾਲ ਇਹਨਾਂ ਬਿੱਲਸ ਨੂੰ ਪਾਸ ਕੀਤਾ ਗਿਆ। ਕਿਉਂਕਿ ਇਹ ਸਦਨ ਦੀ ਤਾਰੀਖ ਗਵਾਹ ਹੈ ਕਿ ਬਹੁਤ ਸਾਰੇ ਬਿੱਲ ਪਾਸ ਹੋਏ ਆ ਪਰ ਮਸਲੇ ਕਾਫੀ ਜ਼ਿਆਦਾ ਹਾਲੇ ਵੀ ਜਿਉਂ ਦੀ ਤਿਉਂ ਲਟਕਦੇ ਪਏ ਆ। ਔਰ ਜੇਕਰ ਅੱਜ ਦੇ ਖਾਸ ਪੇਸ਼ ਹੋਏ ਬਿਲਸ ਦੀ ਗੱਲ ਕਰੀਏ ਉਹਦੇ ਵਿੱਚ ਜਿੱਥੇ ਆਰਡੀਐਫ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ, ਜਿਹੜਾ 3622 ਕਰੋੜ ਦਾ ਕਲੇਮ ਕੀਤਾ ਜਾਂਦਾ ਕਿ ਕੇਂਦਰ ਦੇ ਵੱਲ ਬਕਾਇਆ ਹੈ ਕਿ ਉਹ ਜਾਰੀ ਨਹੀਂ ਕੀਤਾ ਜਾਂਦਾ, ਰੂਰਲ ਡਿਵੈਲਪਮੈਂਟ ਫੰਡ, ਔਰ ਐਸਜੀਪੀਸੀ 1925 ਅਮੈਂਡਮੈਂਟ ਐਕਟ ਪਾਸ ਕੀਤਾ ਗਿਆ। ਹਰਿਆਣਾ ਦੀ ਤਰਜ਼ ਦੇ ਉੱਤੇ ਆਪਣਾ ਐਕਟ ਲਿਆਉਣ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਦਾ ਪ੍ਰਸਾਰਣ ਘਰ ਘਰ ਤੱਕ ਪਹੁੰਚਾਉਣ ਦਾ ਜ਼ਿਕਰ ਹੋਇਆ। ਹਾਲਾਂਕਿ ਵਿਰੋਧੀ ਇਸ ਨੂੰ ਲੈ ਕੇ ਵਿਰੋਧ ਵੀ ਕਰ ਰਹੇ ਸੀ ਔਰ ਬਹੁਤ ਸਾਰੇ ਜਿਹੜੇ ਬੁਲਾਰੇ ਸੀਗੇ ਜਾਂ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਇਹ ਸਿੱਧਾ ਸਿੱਖ ਮਸਲਿਆਂ ਦੇ ਵਿੱਚ ਔਰ ਧਾਰਮਿਕ ਖੇਤਰ ਦੇ ਵਿੱਚ ਦਖਲ ਹੈ, ਪਰ ਬਹੁਤ ਸਾਰਿਆਂ ਨੇ ਇੱਕ ਮਤ ਹੋ ਕੇ ਇਹ ਗੱਲ ਕਹੀ ਹੈ ਕਿ ਦਖਲ ਨਹੀਂ ਹੈ। ਗੁਰਬਾਣੀ ਪ੍ਰਸਾਰਣ ਨੂੰ ਜਿਹੜਾ ਮਹਦੂਦ ਕੀਤਾ ਹੋਇਆ ਉਹਦਾ ਘੇਰਾ ਵਸੀਹ ਕਰਨ ਦੇ ਲਈ ਸਾਨੂੰ ਇਹ ਕਦਮ ਚੁੱਕਣਾ ਪਿਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਿਰਫ ਗੱਲਾਂ ਹੋ ਰਹੀਆਂ ਸੀ, ਇਸ ਉੱਤੇ ਅਮਲ ਤੇ ਹਕੀਕੀ ਰੂਪ ਦੇ ਉੱਤੇ ਕੋਈ ਵੀ ਨਹੀਂ ਸੀ। ਉਸ ਤੋਂ ਬਾਅਦ ਜਿਹੜਾ ਇੱਕ ਅਹਿਮ ਬਿੱਲ ਲਿਆਉਂਦੇ ਹੋਏ ਤੇ ਕੁਝ ਖਾਸ ਗੱਲਾਂ ਗਵਰਨਰ ਸਾਹਿਬ ਦੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੀਆਂ ਗਈਆਂ ਨੇ। ਔਰ ਇੱਕ ਹੋਰ ਅਹਿਮ ਗੱਲ ਕਿ ਹੁਣ ਤੱਕ ਜਿਹੜੀ ਡੀਜੀਪੀ ਦੀ ਨਿਯੁਕਤੀ ਸੀ, ਡਾਇਰੈਕਟਰ ਜਨਰਲ ਆਫ ਪੁਲਿਸ, ਉਹਦੀ ਇੱਕ ਪ੍ਰਕਿਰਿਆ ਸੀਗੀ। ਯੂਪੀਐਸਸੀ ਨੂੰ ਇੱਕ ਪੈਨਲ ਭੇਜਿਆ ਜਾਂਦਾ ਸੀਗਾ ਤਾਂ ਉਸ ਪੈਨਲ ਦੇ ਵਿੱਚ 3 ਤੋਂ 5 ਨਾਮ ਜਿਹੜੇ ਸ਼ਾਰਟਲਿਸਟ ਕਰਕੇ ਭੇਜੇ ਜਾਂਦੇ ਸੀ। ਉਸ ਤੋਂ ਬਾਅਦ ਕੇਂਦਰ ਦੀ ਪ੍ਰਵਾਨਗੀ ਦੇ ਨਾਲ ਉਹ ਡੀਜੀਪੀ ਨੂੰ ਜਿਹੜਾ ਹੈ ਉਹ ਉਸ ਸੂਬੇ ਦਾ ਜਿਹੜਾ ਹੈ ਉਹ ਡੀਜੀਪੀ ਡਾਇਰੈਕਟਰ ਜਨਰਲ ਆਫ ਪੁਲਿਸ ਨਿਯੁਕਤ ਕੀਤਾ ਜਾਂਦਾ ਸੀ। ਪਰ ਹੁਣ ਇਸ ਬਿੱਲ ਤੋਂ ਬਾਅਦ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਆਪ ਜਿਹੜਾ ਹੈ ਉਹ ਡੀਜੀਪੀ ਲਾ ਸਕਦੀ ਹੈ। ਕੀ ਇਹ ਸੰਭਵ ਹੈ? ਸੋ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਉੱਤੇ ਜਿਹੜੀ ਅਸੀਂ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਅਹਿਮ ਬਿੱਲ ਪਾਸ ਹੋਏ ਉਸ ਸੰਬੰਧੀ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿਣਾ ਸੁਣਦੇ ਹਾਂ। ਦਿੱਲੀ ਦੀ ਗੱਲ ਕਰ ਲਓ, ਪੰਜਾਬ ਦੀ ਗੱਲ ਕਰ ਲਓ, ਉਹਨਾਂ ਨੇ ਤੰਗ ਕਰਨ ਵਾਸਤੇ ਇੱਕ ਬੰਦਾ ਬਿਠਾ ਰੱਖਿਆ ਹੈ ਸਾਰੀਆਂ ਸਟੇਟਾਂ 'ਚ, ਉਹਨੂੰ ਕਹਿੰਦੇ ਨੇ ਰਾਜਪਾਲ। ਅੰਗਰੇਜ਼ਾਂ ਵੇਲੇ ਤਾਂ ਹੁੰਦਾ ਸੀ ਕੰਮ ਵਾਇਸਰਾਏ, ਘਰ ਵੀ ਉਹਨਾਂ ਦੇ ਉਹੀ ਨੇ, ਉਹ ਬੜੇ ਤੋਪਾਂ ਲੱਗੀਆਂ ਨੇ, ਮਤਲਬ ਘਰ ਦੇ ਮੂਹਰੇ ਤੋਪਾਂ ਲੱਗੀਆਂ ਨੇ, ਬੰਦਾ ਕੌਣ ਅੰਦਰ ਵੜਨ ਦੀ ਹਿੰਮਤ ਕਰ ਲੂਗਾ। ਉਹ ਕੀ ਕਰਦੇ ਰਹਿੰਦੇ, ਜੇ 2-3 ਦਿਨ ਤੰਗ ਨਾ ਕਰਨ, ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਕੋਈ ਚਿੱਠੀ ਨਾ ਲਿਖਣ ਜਾਂ ਫਿਰ ਕੋਈ ਪੰਗਾ ਨਾ ਪਾਉਣ, ਤਾਂ ਫਿਰ ਸੈਂਟਰ ਸਰਕਾਰ ਵੱਲੋਂ ਉਹਨੂੰ ਫੋਨ ਆਉਂਦਾ, ਤੈਨੂੰ ਰਾਜਪਾਲ ਲਾਏ ਦਾ ਕੀ ਫਾਇਦਾ ਬਈ। ਇਹ ਮਾਨਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲਵ ਲੈਟਰ ਨਹੀਂ ਜੀ, ਆ ਦੇਖੋ ਇੰਨੇ ਨੇ ਵਿਹਲੇ ਬੈਠੇ ਉੱਥੇ ਇਹ ਕੰਮ ਤੇ ਨੇ। ਸਰਕਾਰ ਚਲਾ ਲੈਣ ਤੋਂ ਜੀ, ਇਲੈਕਟਡ ਆ। ਐਸ ਹਾਊਸ ਬਾਰੇ ਵੀ ਕਹਿੰਦੇ ਸੀ ਕੀ ਜ਼ਰੂਰਤ ਸੀ। ਅੱਛਾ, ਉਹਨਾਂ ਨੂੰ ਕੀ ਪਤਾ ਕੀ ਜ਼ਰੂਰਤ ਸੀ ਪੰਜਾਬ 'ਚ? ਆਰਡੀਐਫ ਦੀ ਜ਼ਰੂਰਤ ਹੈ ਨਹੀਂ ਸੀ, ਕੋਈ ਪੈਸਾ ਨਹੀਂ ਆਉਣ ਦਿੰਦੇ, ਕੋਈ ਸਕੀਮ ਨਹੀਂ ਆਉਣ ਦਿੰਦੇ। ਸਾਡਾ ਹੱਕ ਬਣਦਾ ਸੀ, ਭੀਖ ਮੰਗ ਰਹੇ ਹਾਂ। ਆਰਡੀਐਫ ਦਾ ਪੈਸਾ ਸਾਡਾ ਆਪਣਾ ਹੈ, 3622 ਕਰੋੜ ਹੈ ਜੀ। ਗਵਰਨਰ ਪੰਜਾਬ ਹੈ, ਉਹ ਉਲਟਾ ਕਰਦਾ, ਉਹ ਯੂਨੀਵਰਸਿਟੀ ਬਾਰੇ ਹਰਿਆਣੇ ਵੱਲੋਂ ਬੋਲੀ ਜਾਂਦਾ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦੇ ਕਾਲਜ ਪਾ ਲਓ। ਮੈਂ ਪੁੱਛਿਆ ਉਹਨਾਂ ਨੂੰ, ਮੈਂ ਤੁਸੀਂ ਕਿਹੜੇ ਪਾਸੇ ਆਏ ਹੋ ਅੱਜ, ਹਰਿਆਣੇ ਵੱਲੋਂ ਜਾਂ ਪੰਜਾਬ ਵੱਲੋਂ? ਸਿੱਧਾ ਹੀ ਹੋ ਗਿਆ ਕਿ ਜਿਹੜੇ ਰਾਜ ਭਵਨ ਨੇ ਉਹ ਸੱਤਾਧਾਰੀ ਪਾਰਟੀ ਦੇ ਦਫ਼ਤਰ ਬਣ ਗਏ, ਮੁੱਖ ਦਫ਼ਤਰ, ਹੈੱਡ ਆਫਿਸ ਬਣ ਗਏ। ਹੁਣ ਆਬਾਦੀ ਉਹਦੇ ਆਲੇ ਦੁਆਲੇ ਆ ਗਈ, ਮੰਡੀਆਂ ਬਾਹਰ ਕੱਢਣੀਆਂ ਪੈਣਗੀਆਂ। ਪੈਸਾ ਕਿੱਥੋਂ? ਆਰਡੀਓ ਦਾ ਪੈਸਾ ਅਸੀਂ ਵਰਤ ਸਕਦੇ ਸੀ, ਉਹਨਾਂ ਕੋਲ ਹੋਰ ਕੋਈ ਤਰੀਕਾ ਨਹੀਂ, ਪੈਸੇ ਰੋਕ ਲਓ। ਤੇ ਉਹ ਸਟੇਟ ਦੇ ਪੈਸੇ ਰੋਕੀ ਜਾਂਦੇ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ, ਜਿਨ੍ਹਾਂ ਕਰਕੇ ਤੁਸੀਂ ਪ੍ਰਧਾਨ ਮੰਤਰੀ ਬਣੇ ਬੈਠੇ ਹੋ। ਪਿਛਲੇ ਸਾਲ ਇਹ ਹੁਕਮ ਕੀਤਾ ਸੀ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਉਹਦੇ ਤੇ ਗੁਰਬਾਣੀ ਆਉਣੀ ਚਾਹੀਦੀ ਹੈ। ਉਹਦੀ ਕਿਉਂ ਨਹੀਂ ਮੰਨੀ ਜੀ? ਨਹੀਂ ਮੰਨੀ। ਬਣਾ ਲੈ ਚੈਨਲ, ਨਹੀਂ ਬਣ ਦਿੰਦੇ ਹੋ। ਉਹ ਬੈਠੇ ਨੇ
ਉਹ ਕਹਿੰਦੇ ਨਾ ਇਹ ਸਾਡਾ ਹੀ ਹੈ, ਇਹ ਤੇ ਕਬਜ਼ਾ ਸਾਡਾ ਹੈ। ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਆਪਣੇ ਕੋਲ ਲੈ ਕੇ ਕਹਿੰਦੇ ਨੇ ਫ੍ਰੀ ਟੂ ਏਅਰ ਹੈ। ਕਿਵੇਂ ਫ੍ਰੀ ਟੂ ਏਅਰ ਹੈ? ਜੋ ਅਸੀਂ ਕਹਿ ਰਹੇ ਹਾਂ, ਅਸੀਂ ਇਹ ਕਹਿ ਰਹੇ ਹਾਂ ਕਿ ਉੱਥੇ ਕੈਮਰੇ ਲਿਆਉਣ ਦੀ ਲੋੜ ਨਹੀਂ ਹੈਗੀ ਜੀ। ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ, ਕੀਰਤਨ ਚੱਲਦਾ ਹੈ, ਉੱਥੇ ਕੈਮਰੇ ਨਹੀਂ ਜਾਣਗੇ। ਵੀ ਭਗਵੰਤ ਮਾਨ ਨੇ ਕਿਹਾ ਸਾਰਿਆਂ ਨੂੰ ਫ੍ਰੀ ਕਰ ਦਿਓ ਤੇ ਉੱਥੇ ਕੈਮਰਿਆਂ ਦਾ ਹੜ ਆ ਜਾਊਗਾ। ਨਾ ਨਾ ਨਾ, ਕੈਮਰੇ ਉਨੇ ਹੀ ਰਹਿਣਗੇ, 2-3। ਜਿਹੜੀ ਬਾਹਰ ਫੀਡ ਆਊਗੀ ਉਹਨੂੰ ਫੀਡ ਕਹਿੰਦੇ ਜੀ, ਉਹ ਸਾਰਿਆਂ ਵਾਸਤੇ ਫ੍ਰੀ ਕਰ ਦਿਓ। ਜਿਵੇਂ ਕਿ ਆਪਾਂ ਹੁਣ ਇਸ ਵਕਤ ਵਿਧਾਨ ਸਭਾ 'ਚ ਇੱਥੇ ਕੈਮਰੇ ਕਿੰਨੇ ਜੀ, ਪਰ ਸਾਰੇ ਚੈਨਲਾਂ ਤੇ ਲਾਈਵ ਚੱਲ ਰਿਹਾ ਜੀ। ਇੱਥੇ ਕੈਮਰੇ ਵਾਲੇ ਤਾਂ ਨਹੀਂ ਆਏ ਹੋਏ ਨਾ। ਕਹਿੰਦੇ ਜੀ ਭਗਵੰਤ ਮਾਨ ਸਿੱਖਾਂ ਦੇ ਮਾਮਲਿਆਂ 'ਚ ਦਖਲ ਦੇ ਰਿਹਾ ਜੀ। ਅਸੀਂ ਵੀ, ਸਾਨੂੰ ਤਾਂ ਇਹ ਇਕੱਲਾ ਨਿਸ਼ਾਨ ਸਾਹਿਬ ਹੀ ਕਿਤੇ ਦੂਰੋਂ ਹੀ ਨਜ਼ਰ ਆ ਜੇ ਨਾ, ਗੁਰਦੁਆਰਾ ਸਾਹਿਬ ਭਾਵੇਂ ਦੂਰ ਹੋਵੇ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਜੀ। ਅਸੀਂ ਮੱਥਾ ਲੈਣ ਜੋਗੇ ਆ ਕਿਤੇ? ਅਸੀਂ ਤਾਂ ਨਿਮਾਣੇ ਆ ਜੀ। ਮੈਂ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਜਾਣਾ, ਮੈਂ ਇਹ ਕਹਿਣਾ ਹੁੰਦਾ ਕਿ ਜਿਹੜੇ ਪਹਿਲਾਂ ਲਾਈਨ 'ਚ ਲੱਗੇ ਹੋਏ ਨੇ ਮੱਥਾ ਉਹ ਟੇਕਣਗੇ ਪਹਿਲਾਂ, ਬਹੁਤਾ ਪ੍ਰੋਟੋਕਾਲ ਨਾ ਕਰਿਆ ਕਰੋ। ਤੇ ਸਰ ਜਦੋਂ ਇਹ ਜਾਂਦੇ ਨੇ ਤਾਂ ਟੱਬਰ ਜਾਂਦਾ, ਕੀਰਤਨ ਵਾਲੇ ਵੀ ਉੱਠ ਕੇ ਖੜੇ ਹੋ ਜਾਂਦੇ, ਵਾਹਿਗੁਰੂ ਵਾਹਿਗੁਰੂ। ਉਹ ਨਹੀਂ ਹੈਗਾ ਨਾ ਸਿੱਖਾਂ ਦੇ ਨਾਮ ਲੈਂਦਾ ਗੱਲ ਨਾ। ਸੋ ਅਸੀਂ ਤਾਂ ਜੀ ਜਿਹੋ ਜਿਹੇ ਹੈਗੇ ਆ ਦਿਲੋਂ, ਉਹੋ ਜਿਹੇ ਜ਼ੁਬਾਨੋਂ ਆ। ਅਸੀਂ ਮੌਕਾ ਦੇਖ ਕੇ ਦਾੜੀ ਨਹੀਂ ਖੋਲਦੇ ਸਰ। ਇੱਕ ਨਾ PTC ਸਿਮਰਨ ਨਾਂ ਦਾ ਚੈਨਲ ਆਉਂਦਾ, PTC ਸਿਮਰਨ, ਉਹਨੂੰ ਇਹ SGPC ਨੂੰ ਦੇਣ ਲੱਗੇ ਆ। ਹੁਣ ਅਗਲੇ 3-4 ਦਿਨਾਂ 'ਚ ਫੈਸਲਾ ਹੋ ਜਾਊਗਾ। ਮੇਰੇ ਕੋਲ ਆ ਗਈ ਰਿਪੋਰਟਾਂ, ਆਫਟਰ ਆਲ ਮੁੱਖ ਮੰਤਰੀ ਸਰ। PTC ਸਿਮਰਨ ਨੂੰ SGPC ਨੂੰ ਦੇ ਕੇ ਕਹਿਣਗੇ SGPC ਨੇ ਆਪਣਾ ਚੈਨਲ ਖੋਲਿਆ ਜੀ, ਇਹਨੂੰ ਦੇ ਦਿਓ। ਹੁਣ ਰਿਹਾ ਫੇਰ ਉੱਥੇ ਹੀ, ਰਿਹਾ ਫੇਰ ਉਸੇ ਘਰ 'ਚ ਹੀ। ਇਹਨੂੰ ਕੀ ਪ੍ਰੋਬਲਮ ਹੈ? ਕਿਤੇ ਨਾਲ ਲੈ ਕੇ ਜਾਣੇ ਇਹਨਾਂ ਨੇ ਪੈਸੇ, ਕਿਤੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਹਾਂ ਤੁਹਾਡੇ ਰਾਜਾ ਕਰਨਗੇ। ਗੁਰਬਾਣੀ ਹੈ, ਫੈਲਣ ਦਾ ਪੂਰੀ ਦੁਨੀਆ 'ਚ। ਇੱਥੇ ਬਹਿੰਦੇ ਆ ਪ੍ਰਤਾਪ ਸਿੰਘ ਭਾਜਪਾ, ਉਹਨਾਂ ਨੂੰ ਭਾਜਪਾ ਦੀ ਬੜੀ ਫਿਕਰ ਲੱਗੀ ਰਹਿੰਦੀ ਹੈ। ਦੱਸੋ ਖਾਂ ਫਿਰ ਆਪਰੇਸ਼ਨ ਲੋਟਸ ਦਾ ਕੀ ਹੋਇਆ? ਉਹ ਆਪਦਾ ਰਸਤਾ ਭਾਲਦੇ ਨੇ ਵੀ ਕੀ ਬਣਿਆ, ਕਿਵੇਂ ਇਹ ਗੱਲ ਕਰੀਦੀ ਹੁੰਦੀ ਹੈ। ਦੱਸੋ। ਉਹਨਾਂ ਦੇ ਘਰੇ ਉੱਪਰਲੀ ਮੰਜ਼ਿਲ ਤੇ ਭਾਜਪਾ ਦਾ ਝੰਡਾ ਹੈ, ਥੱਲੜੀ ਤੇ ਕਾਂਗਰਸ ਦਾ। 12 ਪੌੜੀਆਂ ਦਾ ਫਰਕ ਹੈ। ਕਦੇ ਗਲਤੀ ਨਾਲ ਚੜ ਗਏ ਤਾਂ ਗਏ। ਕਹਿੰਦੇ ਸੀਗੇ ਮੈਂ ਤੇ ਬੜਾ ਹੈਰਾਨ ਆ ਕਿ ਹੋ ਜੇ ਮਟੀਰੀਅਲ ਆ ਗਿਆ ਜੇ, ਤੇ ਜੇ ਮੈਂ ਕਹਾਂ ਰਾਹੁਲ ਗਾਂਧੀ ਟਰੱਕਾਂ ਤੇ ਚੜਿਆ ਫਿਰਦਾ, ਰਾਜਾ ਵੜਿੰਗ ਬੱਸਾਂ ਤੋਂ ਡਰਦਾ ਫਿਰਦਾ, ਕਿਹੋ ਜਿਹਾ ਮਟੀਰੀਅਲ ਆ ਗਿਆ ਜੇ ਦੇਸ਼ 'ਚ। ਜ਼ਿਆਦਾ ਕਾਲੀਆਂ ਐਨਕਾਂ ਲਾਉਣ ਨਾਲ ਬੰਦਾ ਸੱਚਾ ਨਹੀਂ ਹੁੰਦਾ, ਬਲਕਿ ਜ਼ਿਆਦਾ ਕਾਲੀਆਂ ਐਨਕਾਂ ਨਾਲ ਲੋਕ ਸ਼ੱਕ ਕਰਨ ਲੱਗ ਜਾਂਦੇ ਨੇ ਕਿਸੇ ਕੋਲੋਂ ਕਾਣਾ ਹੈ, ਅੱਖ ਨਹੀਂ ਮਿਲਾਉਂਦਾ। ਇੱਕ ਉਧਰੋਂ ਭੇਜਿਆ ਹੋਇਆ ਤਾਂ ਤੋਂ, ਪਤਾ ਨਹੀਂ ਮਹਾਰਾਸ਼ਟਰ ਤੋਂ ਹੋਊਗਾ ਜਾਂ ਨਾਗਾਲੈਂਡ ਤੋਂ ਹੋਊਗਾ, ਪਤਾ ਨਹੀਂ ਕਿੱਥੋਂ ਹੋਊਗਾ। ਉਹ ਕਹਿੰਦਾ ਵੀ ਤੁਸੀਂ 3 ਨਾਂ ਲਿਖ ਕੇ ਦਿਓ, ਮੈਂ ਚੁਣੂ ਫਿਰ ਉਹਨਾਂ ਚੋਂ, ਤੁਸੀਂ ਨਹੀਂ ਚੁਣ ਸਕਦੇ। ਕਮਾਲ ਹੈ ਸਰ। ਜੇ ਅਸੀਂ ਤਾਂ BC ਨਹੀਂ ਲਾ ਸਕਦੇ ਉਹਦੀ ਯੂਨੀਵਰਸਿਟੀ ਦਾ, ਫਿਰ ਸਰ ਲੋਕਾਂ ਦੇ ਫਤਵੇ ਦਾ ਨਿਰਾਦਰ ਹੋ ਗਿਆ। ਤਾਂ ਵੈਸਟ ਬੰਗਾਲ ਨੇ ਇਹ ਰੂਲ ਲਾਗੂ ਕਰ ਲਿਆ। ਪੰਜਾਬ ਦੇ ਵਿੱਚ ਅਸੀਂ ਅੱਜ ਇਹ ਲੈ ਕੇ ਆਏ ਹਾਂ ਐਕਟ ਕਿ ਅੱਜ ਤੋਂ ਬਾਅਦ, ਹਾਲਾਂਕਿ ਸਾਈਨ ਉਹਨਾਂ ਨੇ ਕਰਨੇ ਨੇ, ਕਰਾਵਾਂਗੇ ਸਾਈਨ ਉਹਨਾਂ ਤੋਂ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਰਾਜਪਾਲ ਨਹੀਂ ਹੋਊਗਾ ਜੀ, ਮੁੱਖ ਮੰਤਰੀ ਦਾ ਚਾਂਸਲਰ। ਸੋ ਸੈਸ਼ਨ ਤਾਂ ਚਰਚਾ ਹੋ ਚੁੱਕੀ ਹੈ, ਚਰਚਾ ਦੇ ਵਿੱਚ ਵਿਰੋਧ ਵੀ ਹੋਇਆ ਹੈ, ਕਈ ਬਿੱਲ ਬਗੈਰ ਚਰਚਾ ਪਾਸ ਹੋਏ ਨੇ। ਪਰ ਅੱਜ ਹੁਣ ਅਸੀਂ ਜਿਹੜਾ ਇਸ ਮਾਧਿਅਮ ਤੋਂ ਚਰਚਾ ਕਰਾਂਗੇ ਕਿ ਇਹ ਬਿੱਲ ਕਿਵੇਂ ਖਾਸ ਜਿਹੜਾ ਹੈ ਪੰਜਾਬ ਲਈ ਰਹਿਣ ਵਾਲੇ ਆ ਜਾਂ ਨਾ ਰਹਿਣ ਵਾਲੇ ਆ। ਔਰ ਅਸੀਂ ਲਾਈਵ ਚਰਚਾ ਕਰ ਰਹੇ ਹਾਂ। ਤੁਸੀਂ ਕਮੈਂਟਸ ਦੇ ਜ਼ਰੀਏ ਆਪਣੇ ਸੁਝਾਅ, ਸਵਾਲ ਤੇ ਕੋਈ ਕਿਸੇ ਤਰੀਕੇ ਦਾ ਕਿੰਤੂ ਪਰੰਤੂ ਭੇਜ ਸਕਦੇ ਹੋ, ਸਿਰ ਮੱਥੇ ਪ੍ਰਵਾਨ ਹੋਵੇਗਾ। ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰੁਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਕਬਾਲ ਕਰਾਂਗੇ। ਕਰਨਲ ਜੈਬੰਸ ਸਿੰਘ ਜੀ BJP ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਜੀ ਆਇਆਂ ਨੂੰ। ਅਰਸ਼ਪ੍ਰੀਤ ਖੜਿਆਲ ਸਾਹਿਬ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਐਡਵੋਕੇਟ ਜਸਤੇਜ ਸਿੰਘ ਜੀ ਆਮ ਆਦਮੀ ਪਾਰਟੀ ਤੋਂ ਨੇ, ਤੁਹਾਡਾ ਨਿੱਘਾ ਸਵਾਗਤ ਹੈ ਇਸ ਚਰਚਾ ਦੇ ਵਿੱਚ। ਜੈਬੰਸ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਕਈ ਬਿੱਲ ਇਹੋ ਜਿਹੇ ਆ ਕਿ ਜਿਹੜੇ ਗਵਰਨਰ ਸਾਹਿਬ ਦੇ ਹੀ ਖਿਲਾਫ ਭੁਗਤਦੇ ਆ, ਤੇ ਹਾਲਾਂਕਿ ਸਾਈਨ ਵੀ ਉਹਨਾਂ ਦੇ ਕਰਾਉਣੇ। ਉਹਦੇ ਵਿੱਚੋਂ ਖਾਸ ਗੱਲ ਇਹ ਆ ਕਿ ਜਿਹੜੇ ਹੁਣ ਚਾਂਸਲਰ ਦਾ ਅਹੁਦਾ ਜਿਹੜਾ ਕਿ ਗਵਰਨਰ ਸਾਹਿਬ ਕੋਲ ਹੁੰਦਾ, ਉਹ ਹੁਣ
ਉਹਨਾਂ ਤੋਂ ਲੈ ਕੇ ਮੁੱਖ ਮੰਤਰੀ ਨੂੰ ਦੇਣ ਦੀ ਗੱਲ ਕੀਤੀ ਗਈ ਹੈ, ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ? ਥੈਂਕ ਯੂ ਜੀ। ਸਭ ਤੋਂ ਪਹਿਲੇ ਤੇ ਮੈਂ ਇਹ ਕਹਾਂਗਾ ਕਿ ਮੈਂ ਭਗਵੰਤ ਮਾਨ ਆਪਣੇ ਸਾਡੇ ਮਾਨਯੋਗ ਚੀਫ ਮਿਨਿਸਟਰ ਨੇ ਉਹਨਾਂ ਦੀ ਅੱਜ ਦੀ ਸਪੀਚ ਸੁਣ ਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ, ਬਹੁਤ ਜ਼ਿਆਦਾ। ਕਿਹੜੇ ਤਰੀਕੇ ਦੇ ਵਰਡ ਯੂਜ਼ ਕਰਦੇ ਨੇ, ਕਿਹੜੇ ਤਰੀਕੇ ਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ, ਕੀ ਮਤਲਬ ਕਿਹੜੀ ਆਡੀਅנס ਦੇ ਵਾਸਤੇ ਇਹ ਆਪਣੇ ਆਪ ਨੂੰ ਖੜਾ ਕਰ ਰਹੇ ਨੇ। ਉਹ ਕਹਿੰਦਾ ਗਵਰਨਰ ਦੇ ਬਾਰੇ ਇਸ ਤਰੀਕੇ ਦੇ ਨਾਲ ਗੱਲ ਕਰਨੀ, 40 ਇਅਰਸ ਉਹਨਾਂ ਕੋਲੋਂ ਵੱਡਾ ਹੈਗਾ। ਸੋ ਆਈ ਮਸਟ ਸੇ ਦੈਟ ਮੈਂ ਕੋਈ ਕੰਡੈਮ ਨਹੀਂ ਕਰ ਰਿਹਾ, ਪਰ ਮੈਂ ਕਹਿ ਰਿਹਾ ਬਹੁਤ ਮੈਨੂੰ ਸ਼ਰਮ ਵੀ ਆ ਰਹੀ ਹੈ ਤੇ ਮੈਨੂੰ ਬਹੁਤ ਮਤਲਬ ਆਈ ਐਮ ਫੀਲਿੰਗ ਵੈਰੀ ਬੈਡ ਅਬਾਊਟ ਇਟ। ਹੁਣ ਜਿੰਨਾ ਕੁਝ ਕੀਤਾ ਤੁਸੀਂ ਮੈਨੂੰ ਉਹਦੇ ਵਿੱਚੋਂ ਇੱਕੋ ਹੀ ਸਵਾਲ ਦਾ ਜਵਾਬ ਮੰਗਿਆ ਕਿ ਉਹ ਚਾਂਸਲਰ ਦਾ। ਦੇਖੋ ਅਗਰ ਇਹ ਚਾਹਣਗੇ ਤੇ ਉਹ ਕਰ ਸਕਦੇ ਨੇ, ਇਹ ਚਾਂਸਲਰ ਨੂੰ ਹਟਾ ਸਕਦੇ ਨੇ। ਸਾਰੀਆਂ ਯੂਨੀਵਰਸਿਟੀਆਂ ਜਿੰਨੀਆਂ ਇਹਨਾਂ ਦੀਆਂ ਹੈਗੀਆਂ ਨੇ ਉਹਨਾਂ ਦੇ ਚਾਰਟਰ ਚੇਂਜ ਕਰਨੇ ਪੈਣਗੇ, ਉਹਨਾਂ ਦੀ ਚੇਂਜ ਕਰਕੇ ਤੇ ਫਿਰ ਇਹਨਾਂ ਨੂੰ ਲਗਾਉਣਾ ਪਏਗਾ। ਪਰ ਕੀ ਇਹ ਕੋਈ ਚੰਗੀ ਗੱਲ ਹੈ? ਇੱਕ ਸਿਸਟਮ ਬਣਾਇਆ ਹੋਇਆ ਕਿਸੇ ਨੇ ਬਹੁਤ ਸੋਚ ਕੇ 70 ਸਾਲ ਤੋਂ ਚੱਲ ਰਿਹਾ ਹੈ। ਜਿਹੜੇ ਅੰਬੇਡਕਰ ਸਾਹਿਬ ਦੇ ਵਾਸਤੇ ਇਹ ਗੀਤ ਗਾਉਂਦੇ ਨੇ, ਇਹ ਉਹਨਾਂ ਦੇ ਹੀ ਸੰਵਿਧਾਨ ਦੀਆਂ ਤੇ ਜਿਉੜਾਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਕਿ ਜੋ ਉਹਨਾਂ ਨੇ ਕਿਹਾ ਸੀਗਾ। ਉਹਨਾਂ ਨੇ ਗਵਰਨਰ ਬਣਾਇਆ ਸੀ, ਉਹਨਾਂ ਨੇ ਪ੍ਰੈਜ਼ੀਡੈਂਟ ਬਣਾਇਆ ਸੀ, ਉਹਨਾਂ ਨੇ ਯੂਨੀਅਨ ਗਵਰਨਮੈਂਟ ਬਣਾਈ ਸੀ, ਉਹਨਾਂ ਨੇ ਸਟੇਟ ਗਵਰਨਮੈਂਟ ਬਣਾਈ ਸੀ, ਉਹਨਾਂ ਦੀਆਂ ਪਾਵਰ ਸਾਰੀਆਂ ਡਿਸਟ੍ਰੀਬਿਊਟ ਕੀਤੀਆਂ ਸੀਗੀਆਂ, ਬੈਲੈਂਸ ਕੀਤਾ ਸੀਗਾ। ਉਹ ਸਭ ਗਲਤ ਹੈ। ਪਤਾ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਹੈ ਕਿ ਕੀ ਕਰਨਾ ਹੈ। ਹੁਣ ਇਹ ਹਜੇ ਸਮਝ ਨਹੀਂ ਰਹੇ ਨੇ। ਜਿੰਨੀ ਵਾਰੀ ਮਤਲਬ ਹੁਣ ਜਿੰਨੀ ਵਾਰੀ ਚੇਂਜ ਹੋਣਗੇ ਤੁਹਾਡੇ ਚੀਫ ਮਿਨਿਸਟਰ, ਉਨੀ ਵਾਰੀ ਚਾਂਸਲਰ ਵੀ ਚੇਂਜ ਹੋਣਗੇ, ਵਾਈਸ ਚਾਂਸਲਰ ਵੀ ਚੇਂਜ ਹੋਣਗੇ, ਸਿਸਟਮਸ ਵੀ ਚੇਂਜ ਹੋਣਗੇ। ਇਹ ਤੇ ਇਹਨਾਂ ਨੇ ਯੂਨੀਵਰਸਿਟੀ ਦੇ ਪੂਰੇ ਸਿਸਟਮ ਨੂੰ ਹੀ ਪੋਲਿਟਿਸਾਈਜ਼ ਕਰ ਦਿੱਤਾ। ਕੋਈ ਚੈੱਕ ਐਂਡ ਬੈਲੈਂਸ ਇਹਨਾਂ ਨੇ ਉੱਥੇ ਰਹਿਣ ਹੀ ਨਹੀਂ ਦਿੱਤਾ। ਉੱਤੋਂ ਦੀ ਇਹ ਕਿਹੜੀਆਂ ਯੂਨੀਵਰਸਿਟੀਆਂ ਦੀ ਗੱਲ ਕਰ ਰਹੇ ਨੇ? ਪੰਜਾਬੀ ਯੂਨੀਵਰਸਿਟੀ ਕਰਜ਼ੇ 'ਚ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਜ਼ੇ 'ਚ ਹੈ। ਬਾਕੀ ਜਿਹੜੀ ਇਹਨਾਂ ਨੇ ਸਪੋਰਟਸ ਯੂਨੀਵਰਸਿਟੀ ਬਣਾਈ ਉਹਨੂੰ ਚਲਾ ਨਹੀਂ ਸਕੇ, ਜਿਹੜੀ ਕੈਪਟਨ ਅਮਰਿੰਦਰ ਬਣਾ ਕੇ ਚਲੇ ਗਏ ਸੀਗੇ। ਤੇ ਕਿਹੜੀਆਂ ਯੂਨੀਵਰਸਿਟੀ ਦੀਆਂ ਗੱਲ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੰਟਰੋਲ ਕਰਕੇ ਵੱਡੀ ਭਾਰੀ ਮਤਲਬ ਇੱਥੋਂ ਦੀ ਐਜੂਕੇਸ਼ਨ ਜਿਹੜੀ ਉਹ ਠੀਕ ਕਰ ਦੇਣੀ ਹੈ। ਇਹਨਾਂ ਨੂੰ ਆਪਣੇ ਕੰਮ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ। ਇਹ ਬੜੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਚੀਫ ਮਿਨਿਸਟਰ ਦੇ ਵਾਸਤੇ। ਇਹ ਏਡੇ ਵੱਡੇ ਵੱਡੇ ਇੱਥੇ ਮਸਲੇ ਹੈਗੇ ਨੇ। ਡਰੱਗਸ ਦਾ ਮਸਲਾ ਹੈ, ਲਾਅ ਐਂਡ ਆਰਡਰ ਦਾ ਮਸਲਾ ਹੈ, ਕਨਵਰਜਨ ਦਾ ਮਸਲਾ ਹੈ, ਮਾਫੀਆ ਦਾ ਮਸਲਾ ਹੈਗਾ, ਅਨਇੰਪਲੋਇਮੈਂਟ ਦਾ ਮਸਲਾ ਹੈਗਾ। ਉਹ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਸਪੀਚਾਂ ਦੇ ਕੇ ਕਦੀ ਇਹਦੇ ਨਾਲ ਲੜ ਲਓ, ਕਦੀ ਦੂਜੇ ਨਾਲ ਲੜ ਲਓ, ਕਦੀ ਤੀਜੇ ਨਾਲ ਲੜ ਲਓ, ਲੜਾਈ ਝਗੜਾ ਪਾ ਲਓ, ਤੂੰ ਮੈਂ ਕਰ ਦੋ, ਗਲਤ ਸ਼ਬਦਾਵਲੀ ਯੂਜ਼ ਕਰੋ। ਏਦਾਂ ਨਹੀਂ ਸਰਕਾਰਾਂ ਚੱਲਦੀਆਂ। ਜੈ ਬਸ ਜੀ, ਇੱਕ ਆਰਡੀਐਫ ਦੇ ਬਾਰੇ ਵੀ ਮੈਂ ਚਾਹੂੰਗਾ ਕਿ ਜ਼ਰੂਰ ਕਰੋ ਕਿ ਆਰਡੀਐਫ ਨੂੰ ਲੈ ਕੇ ਵੀ ਉਹਨਾਂ ਨੇ ਮਤਾ ਲੈ ਕੇ ਆਇਆ ਕਿ 3622 ਕਰੋੜ ਰੁਪਇਆ ਬਕਾਇਆ ਜਿਹੜਾ ਕੇਂਦਰ ਜਾਰੀ ਨਹੀਂ ਕਰ ਰਿਹਾ, ਪੰਜਾਬ ਦੇ ਵਿਕਾਸ ਕਾਰਜ ਰੁਕੇ ਪਏ ਆ। ਇਹ ਠੀਕ ਹੈ ਜੀ, ਉਹਦੇ ਵਾਸਤੇ ਵੀ ਇਹ ਪਾਸ ਕਰ ਲੈਣ ਇੱਕ ਬਿੱਲ। ਜਿਹੜਾ ਵੀ ਇਹਨਾਂ ਨੇ ਬਿੱਲ ਪਾਸ ਕਰਨ ਦੇ ਇਹਨਾਂ ਨੂੰ ਬੜੇ ਸ਼ੌਕ ਹੈਗੇ ਨੇ, ਪਾਸ ਕਰ ਲੈਣ। ਆਰਡੀਐਫ ਆਪਣੇ ਆਪ ਕਿਤੋਂ ਦੀ ਕਮਾ ਲੈਣ, ਜੋ ਵੀ ਕਰਨਾ ਹੈ ਆਪਣਾ ਫੰਡ ਬਣਾ ਲੈਣ। ਮੈਂ ਤੁਹਾਨੂੰ ਦੱਸ ਰਿਹਾ ਕਿ ਆਰਡੀਐਫ ਦੇ ਜਿਹੜੇ ਪੈਸੇ ਹੈਗੇ ਨੇ ਉਹਨਾਂ ਦੀ ਅਕਾਊਂਟਿੰਗ ਕਰਨੀ ਪੈਂਦੀ ਹੈ। ਅਕਾਊਂਟਿੰਗ ਜਿਹੜੀ ਹੈ ਉਹ ਕੈਗ ਦੀ ਰਿਕੁਆਇਰਮੈਂਟ ਹੈਗੀ ਹੈ। ਜਦੋਂ ਤੱਕ ਉਹਦੀ ਅਕਾਊਂਟਿੰਗ ਪੂਰੀ ਨਾ ਹੋਏ ਨੈਕਸਟ ਜਿਹੜਾ ਪੈਸਾ ਹੈ ਉਹ ਦਿੱਤਾ ਨਹੀਂ ਜਾ ਸਕਦਾ। ਹੁਣ ਇਹਨਾਂ ਨੇ ਪਹਿਲੀ ਵਾਰੀ ਜਦੋਂ ਆਏ ਸੀਗੇ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਨਵੇਂ ਆਏ ਆ ਤੇ ਸਾਡੇ ਕੋਲ ਬਿਲਸ ਹੈ ਨਹੀਂ, ਤੁਸੀਂ ਸਾਨੂੰ ਪੈਸੇ ਦੇ ਦਿਓ। ਉਦੋਂ ਸੈਂਟਰਲ ਗਵਰਨਮੈਂਟ ਨੇ ਦੇ ਦਿੱਤੇ ਸੀਗੇ। ਫਿਰ ਕੁਝ ਪਰਸੈਂਟੇਜਸ ਦੀ ਗੱਲ ਹੈਗੀ ਹੈ ਕਿ ਕਿੰਨੇ ਪਰਸੈਂਟ ਆਰਡੀਐਫ ਦੇਣਾ ਹੈ, ਕਿੰਨੇ ਪਹਿਲੇ ਦਿੰਦੇ ਸੀ, ਕਿੰਨੇ ਹੁੰਦੇ ਨੇ। ਉਹਦੇ ਵਿੱਚ ਵੀ ਇਹ ਲੋਕ ਵਿਵਾਦ ਪਾ ਕੇ ਬਹਿ ਗਏ ਨੇ। ਅਗਰ ਇਹ ਕਰਨਗੇ, ਪੰਜਾਬ ਦਾ ਪੈਸਾ ਹੈਗਾ ਸੈਂਟਰ ਗਵਰਨਮੈਂਟ ਨੂੰ ਪੰਜਾਬ ਨੂੰ ਦੇ ਕੇ 3600 ਕਰੋੜ ਇਹਨਾਂ ਦਾ ਰੱਖ ਕੇ ਤੇ ਸੈਂਟਰ ਗਵਰਨਮੈਂਟ ਨੇ ਕਿਹੜਾ ਅਮੀਰ ਹੋ ਜਾਣਾ। ਇਹ ਸਾਰੀਆਂ ਇਹਨਾਂ ਦੇ ਪ੍ਰੋਪੋਗੰਡਾ, ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਹੈਗੀ ਹੈ ਲੋਕਾਂ ਦੇ ਉੱਤੇ। ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਨੈਗੇਟਿਵਿਟੀ ਲਿਆਉਣ ਦੇ ਵਾਸਤੇ ਕਰਦੇ ਨੇ, ਇਹ ਸੋਚ ਕੇ ਕਿ ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਕੋਈ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਕੋਈ ਫਾਇਦਾ ਹੋ ਜਾਏਗਾ। ਕੋਈ ਫਾਇਦਾ ਨਹੀਂ ਹੋਣ ਵਾਲਾ। ਠੀਕ ਹੈ। ਖੜਿਆਲ ਸਾਹਿਬ, ਅੱਜ ਦੇ ਇਸ ਖਾਸ ਇਜਲਾਸ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਕਿਉਂਕਿ ਗੁਰਬਾਣੀ ਪ੍ਰਸਾਰਣ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਜਿਹੜਾ ਐਕਟ ਲਿਆਉਣ ਦੀ ਗੱਲ ਹੋਈ ਹੈ ਔਰ ਡੀਜੀਪੀ ਪੰਜਾਬ ਤੋਂ ਲੱਗਣ ਦੀ ਗੱਲ ਹੋਈ ਹੈ, ਹੋਰ ਕਈ ਅਹਿਮ ਬਿੱਲ ਲੈ ਕੇ ਆਏ ਨੇ। ਕਾਂਗਰਸ ਕਿਵੇਂ ਦੇਖਦੀ ਹੈ ਇਸ ਨੂੰ? ਧੰਨਵਾਦ ਧਾਲੀਵਾਲ ਸਾਹਿਬ। ਪਹਿਲੀ ਗੱਲ ਤਾਂ ਜੀ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਹੋਇਆ ਆਪਾਂ ਦੇਖ ਲਈਏ। ਬਹੁਤ ਸਾਰੇ ਬਿਲਸ ਪਾਸ ਹੋਏ ਧਾਲੀਵਾਲ ਸਾਹਿਬ ਜੀ। ਤੇ ਹੁਣ ਮੈਨੂੰ ਗੱਲ ਦੱਸੋ ਤੁਸੀਂ ਐਜ਼ ਐਨ ਐਂਕਰ, ਐਜ਼ ਅ ਜਰਨਲਿਸਟ, ਕਿ ਉਹ ਬਿਲਸ ਤੇ ਜਿੰਨੀ ਡਿਬੇਟ ਐਂਡ ਡਿਸਕਸ਼ਨ ਹੋਣੀ ਚਾਹੀਦੀ ਸੀ ਕਿ ਉਹ ਹੋਈ? ਉਹਦਾ ਜਵਾਬ ਹੈ ਨਹੀਂ, ਬਿਲਕੁਲ ਵੀ ਨਹੀਂ।
ਦੂਜੀ ਗੱਲ, ਇਹ ਉਹ ਸਰਕਾਰ ਹੈ ਜਿਹੜੀ ਬੀਜੇਪੀ ਤੇ ਦੋਸ਼ ਲਾਉਂਦੀ ਹੁੰਦੀ ਸੀਗੀ ਵੀ ਪਾਰਲੀਮੈਂਟ ਦੇ ਵਿੱਚ ਬਗੈਰ ਡਿਬੇਟ ਡਿਸਕਸ਼ਨ ਕੀਤੇ ਤੁਸੀਂ ਸਿੱਧਾ ਬਿੱਲ ਕਿਉਂ ਪਾਸ ਕਰਦੇ ਹੋ, ਲੋਕਤੰਤਰ ਨੂੰ ਡੰਡਾ ਤੰਤਰ ਕਿਉਂ ਬਣਾਉਣੇ ਹੋ। ਅੱਜ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਮੈਂ ਕਹੂੰਗਾ ਉਹਨਾਂ ਤੋਂ ਵੀ 2 ਕਦਮ ਅੱਗੇ ਨਿਕਲ ਗਈ ਆਮ ਆਦਮੀ ਪਾਰਟੀ, ਵਿਦਆਊਟ ਡਿਬੇਟ ਐਂਡ ਡਿਸਕਸ਼ਨ ਬਿੱਲ ਪਾਸ ਕਰਤੇ। ਦੂਜੀ ਗੱਲ ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ, ਇਹ ਦੋਵੇਂ ਸਰਕਾਰਾਂ ਸਟੇਟ ਦੀ ਤੇ ਸੈਂਟਰ ਦੀ ਰਿਸਪੌਂਸਿਬਲ ਹੈ। ਪੰਜਾਬ 'ਚ ਅੱਜ ਜੋ ਹਾਲਾਤ ਬਣੇ ਹੋਏ ਹੈ, ਜੋ ਡਿਫਿਕਲਟ ਸਰਕਮਸਟੈਂਸਸ ਆਈਆਂ ਹੈ, ਉਹ ਇਹ ਦੋਵੇਂ ਸਰਕਾਰਾਂ ਕਰਕੇ ਆਈਆਂ। ਮੈਂ ਤੁਹਾਨੂੰ ਦੱਸਦਾ ਕਿਵੇਂ। ਆਰਡੀਐਫ ਦੇ ਫੰਡ ਰੁਕੇ, ਸਾਡੇ ਐਨਐਚਐਮ ਦੇ ਫੰਡ ਰੁਕੇ, ਸਾਡੀ ਬਜਟ ਐਲੋਕੇਸ਼ਨ ਬਹੁਤ ਘੱਟ ਹੋਈ, ਸਾਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਵੈਲਿਊ ਕੱਟਸ ਤੇ, ਸਾਨੂੰ ਵਧੀਆ ਪ੍ਰੋਜੈਕਟਸ, ਵਧੀਆ ਪੈਕੇजेस ਨਹੀਂ ਦਿੱਤੇ। 45,000 ਕਰੋੜ ਦਾ ਪੈਕੇਜ ਕਿਹਾ ਸੀ ਜਦੋਂ ਮੋਦੀ ਸਾਹਿਬ ਆਏ ਸੀਗੇ, ਉਹ ਦੇਣਾ ਤਾਂ ਦੂਰ ਦੀ ਗੱਲ, ਉਹਦਾ ਜ਼ਿਕਰ ਵੀ ਕਰਨਾ ਬੀਜੇਪੀ ਉਹ ਤੋਂ ਬਾਅਦ ਛੱਡ ਜਾਂਦੀ ਹੈ। ਸੋ ਇਹ ਸਾਰਾ ਕੁਝ ਹੋ ਰਿਹਾ ਹੈ। ਬੀਜੇਪੀ ਪੈਸਾ ਦੇ ਕੇ ਰਾਜੀ ਨਹੀਂ, ਬੀਜੇਪੀ ਮੌਕਾ ਭਾਲਦੀ ਹੁੰਦੀ ਹੈ ਵੀ ਕਦੋਂ ਸਰਕਾਰ ਕੋਈ ਗਲਤੀ ਕਰੂ ਤੇ ਅਸੀਂ ਮੌਕੇ ਦਾ ਫਾਇਦਾ ਚੱਕ ਕੇ ਤੇ ਪੈਸੇ ਰੋਕ ਲਈਏ। ਆਮ ਆਦਮੀ ਪਾਰਟੀ ਉਹ ਮੌਕਾ ਦੇ ਦਿੰਦੀ ਹੈ ਬੀਜੇਪੀ ਦੀ ਸਰਕਾਰ ਨੂੰ ਗਲਤੀ ਕਰਕੇ, ਜਾਂ ਫਿਰ ਆਮ ਆਦਮੀ ਪਾਰਟੀ ਆਪਦੇ ਬਾਰੇ ਸੋਚ ਕੇ ਇਹ ਜਿਹੀਆਂ ਕੁਝ ਚੀਜ਼ਾਂ ਕਰ ਦਿੰਦੀ ਹੈ ਜਿਹਦੇ ਕਰਕੇ ਬੀਜੇਪੀ ਨੂੰ ਮੌਕਾ ਮਿਲ ਜਾਂਦਾ। ਫॉर ਐਗਜ਼ਾਮਪਲ, ਇਹਨਾਂ ਨੇ ਐਨਐਚਐਮ ਦੇ ਜਿਹੜੇ ਫੰਡ ਸੀਗੇ, ਆਮ ਆਦਮੀ ਕਲੀਨਿਕ ਕਰਤੇ ਸੀਗੇ, ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਸੀਗੇ, ਵਾਇਲੇਸ਼ਨ ਸੀ, ਰੂਲ ਵਾਇਲੇਟ ਕੀਤਾ। ਸੋ ਆਰਡੀਐਫ ਦੇ ਵਿੱਚ ਵੀ ਬੀਜੇਪੀ ਨੇ ਕਿਹਾ ਵੀ ਕੰਪਲਾਈਂਸ ਕਰੋ। ਥੋੜਾ ਤੋਂ ਅਸੀਂ ਪੁੱਛਦੇ ਚੀਜ਼ਾਂ ਦਾ ਜਵਾਬ ਦਿਓ, ਸਰਕਾਰ ਨੇ ਜਵਾਬ ਨਹੀਂ ਦਿੱਤਾ, ਬੀਜੇਪੀ ਨੇ ਪੈਸੇ ਰੋਕ ਲਏ। ਹੁਣ ਪ੍ਰੋਬਲਮ ਇੱਥੇ ਧਾਲੀਵਾਲ ਸਾਹਿਬ ਕੀ ਹੈ? ਆਮ ਆਦਮੀ ਪਾਰਟੀ ਨੂੰ ਵੀ ਕੰਪਲਾਈਂਸ ਕਰਨੀ ਚਾਹੀਦੀ ਸੀ। ਜੇ ਸਵਾਲ ਪੁੱਛੇ ਜਵਾਬ ਦੇ ਦਿਓ, ਕੀ ਪ੍ਰੋਬਲਮ ਹੈ ਉਹਦੇ ਵਿੱਚ? ਉਹਦੇ ਜਵਾਬ ਨਹੀਂ ਦਿੱਤੇ, ਕੰਪਲਾਈਂਸ ਨਹੀਂ ਕੀਤੀ। ਤੇ ਹੁਣ ਬੀਜੇਪੀ ਦੀ ਗੱਲ ਦੇਖੋ, ਬੀਜੇਪੀ ਨੂੰ ਕੀ ਲੋੜ ਹੈ ਪੰਜਾਬ ਦੇ ਬਸ਼ਿੰਦਿਆਂ ਨੂੰ ਸਜ਼ਾ ਦੇਣ ਦੀ? ਜੀ, ਇਹ 3 ਕਰੋੜ ਪੰਜਾਬੀਆਂ ਦੀ ਤਾਂ ਕੋਈ ਗਲਤੀ ਨਹੀਂ। ਜੇ ਸਰਕਾਰ ਮਾੜੀ ਆ ਗਈ, ਜੇ ਸਰਕਾਰ ਕੰਮ ਨਹੀਂ ਕਰਦੀ, ਜੇ ਸਰਕਾਰ ਰੂਲ ਨਹੀਂ ਫੋਲੋ ਕਰਦੀ, ਵਾਇਲੇਟ ਕਰਦੀ, ਕੰਪਲਾਈਂਸ ਨਹੀਂ ਕਰਦੀ, ਤੇ ਤੁਸੀਂ ਪੰਜਾਬ ਦੇ ਬਸ਼ਿੰਦਿਆਂ ਨੂੰ ਸਜ਼ਾ ਕਿਉਂ ਦਿੰਦੇ ਹੋ? ਉਹਦੀ 3 ਕਰੋੜ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਵੀ ਜੇ ਸਰਕਾਰ, ਮਤਲਬ ਉਹਨਾਂ ਨੇ ਤਾਂ ਇੱਕ ਸਰਕਾਰ ਚੁਣੀ ਸੀ ਸੋਚ ਕੇ ਬਦਲਾਵ ਲੈ ਕੇ ਆਊਗੀ, ਉਹ ਮਾੜਾ ਬਦਲਾਵ ਆ ਗਿਆ। ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਜੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਜ਼ਾ ਦਿੰਦੇ ਹੋ ਪੈਸੇ ਰੋਕ ਕੇ ਸਾਡੇ। ਸੋ ਬੀਜੇਪੀ ਤੇ ਆਮ ਆਦਮੀ ਪਾਰਟੀ, ਇੱਕ ਕਮਜ਼ੋਰ ਚੌਕੀਦਾਰ ਆਮ ਆਦਮੀ ਪਾਰਟੀ ਜੋ ਸਾਡੇ ਦੋ ਬਿੱਲਸ ਦੇ ਬਾਰੇ ਜ਼ਰੂਰ ਚਾਹੂੰਗਾ ਕਿ ਜਵਾਬ ਦਿਓ। ਜਿਹੜਾ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਬਿੱਲ ਹੈ ਤੇ ਦੂਸਰਾ ਜਿਹੜਾ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ, ਕੀ ਕਹੋਗੇ ਇਸ ਬਾਰੇ? ਬਿਲਕੁਲ, ਮੈਂ ਸਾਰੇ ਤਿਆਰ ਹਾਂ। ਹਾਂਜੀ, ਦੂਜੀ ਗੱਲ ਇਹ ਹੈ ਕਿ ਤੁਸੀਂ ਦੇਖੋ ਕਿ ਇਹਨਾਂ ਨੇ ਇੱਕ, ਮੈਂ ਆਰਡੀਐਫ ਤੇ ਲਾਸਟ ਪੁਆਇੰਟ ਬੋਲ ਕੇ ਅੱਗੇ ਪ੍ਰੋਸੀਡ ਕਰਦਾ ਗੁਰਦੁਆਰਾ ਤੇ। ਦੇਖੋ ਤੁਸੀਂ, ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਆਰਡੀਐਫ ਤੇ ਵੀ 10 ਦਿਨਾਂ ਦੇ ਵਿੱਚ ਜਾਂ ਤਾਂ ਪੈਸੇ ਦਿਓ ਜਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਨੂੰ ਕੋਈ ਪੁੱਛੇ ਵੀ ਤੁਸੀਂ ਸੁਪਰੀਮ ਕੋਰਟ ਪੱਲਿਓ ਪੈਸਾ ਲਾ ਕੇ ਜਾਓਗੇ ਜਾਂ ਫਿਰ ਤੁਸੀਂ ਪੰਜਾਬ ਦੇ ਟੈਕਸਪੇਅਰ ਦਾ ਪੈਸਾ ਯੂਜ਼ ਕਰੋਗੇ ਉੱਥੇ ਜਾਣ ਦੇ ਵਿੱਚ? ਤੇ ਤੁਹਾਨੂੰ ਯਾਦ ਹੋਊਗਾ ਜਦੋਂ ਗਵਰਨਰ ਸਾਹਿਬ ਨਾਲ ਟਸਲ ਸੀ ਉਦੋਂ ਵੀ ਸੁਪਰੀਮ ਕੋਰਟ ਗਏ ਸੀਗੇ, ਤੇ ਸੁਪਰੀਮ ਕੋਰਟ ਜਾ ਕੇ ਇਹਨਾਂ ਨੇ ਪੰਜਾਬ ਦਾ ਨੁਕਸਾਨ ਕਰਾਇਆ ਸੀ, ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਗੱਲ ਕੀ ਕਹੀ, ਤੁਸੀਂ ਡਿਊਟੀ ਬਾਉਂਡ ਹੋ, ਜੇ ਸਵਾਲ ਪੁੱਛਣਗੇ ਤਾਂ ਜਵਾਬ ਦੇਣੇ ਪੈਣਗੇ। ਉਹਦੇ ਨਾਲ ਹੋਇਆ ਕਿ ਆਉਣ ਵਾਲੀਆਂ ਸਰਕਾਰਾਂ, ਇਹਨਾਂ ਨੇ ਤਾਂ ਚਲੇ ਜਾਣਾ 2-3 ਸਾਲਾਂ ਨੂੰ, ਆਉਣ ਵਾਲੀਆਂ ਸਰਕਾਰਾਂ ਦੇ ਹੱਥ ਵਧਾਤੇ ਇਹਨਾਂ ਨੇ, ਤੇ ਹਰੇਕ ਦਫਾ ਹੁਣ ਸਾਨੂੰ ਜਵਾਬ ਦੇਣਾ ਪਿਆ ਕਰਨਾ, ਤੇ ਉਹਦੇ ਬਾਵਜੂਦ ਇਹ ਜਵਾਬ ਦੇ ਕੇ ਰਾਜੀ ਨਹੀਂ। ਹੁਣ ਦੂਜੀ ਗੱਲ, ਉਦੋਂ ਵੀ ਪੈਸੇ ਟੈਕਸਪੇਅਰ ਦੇ ਖਰਚੇ ਤੇ ਹੁਣ ਵੀ ਟੈਕਸਪੇਅਰ ਦੇ ਖਰਚੇ ਨੂੰ ਫਿਰਦੇ ਆ। ਜਦੋਂ ਲੋੜ ਹੋਵੇ ਨਾ, ਜਦੋਂ ਜ਼ਰੂਰਤ ਹੋਵੇ, ਧਾਲੀਵਾਲ ਸਾਹਿਬ, ਮਾੜੇ ਟਾਈਮ ਦੇ ਵਿੱਚ, ਜ਼ਰੂਰਤ ਦੇ ਟਾਈਮ ਦੇ ਵਿੱਚ ਤੁਹਾਨੂੰ ਜੇ ਹੱਥ ਬੰਨਣੇ ਪੈਂਦੇ ਆ, ਤੇ ਤੁਹਾਨੂੰ ਰਿਕੁਐਸਟ ਕਰਨੀ ਪੈਂਦੀ ਹੈ, ਨੈਗੋਸ਼ੀਏਟ ਕਰਨਾ ਪੈਂਦਾ ਹੈ, ਟੇਬਲ ਤੇ ਬਹਿਣਾ ਪੈਂਦਾ, ਤੁਸੀਂ ਬੈਠੋ ਨਹੀਂ ਬੈਠ ਰਹੇ। ਹੁਣ ਮੈਂ ਆ ਰਿਹਾ ਗੁਰਦੁਆਰਾ ਐਕਟ ਤੇ, ਸਾਡਾ ਸਿੱਖ ਗੁਰਦੁਆਰਾ ਐਕਟ 1925 ਦਾ ਹੈਗਾ। ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਚੀਜ਼ਾਂ ਸਮਝਦੀ ਨਹੀਂ, ਪਤਾ ਨਹੀਂ ਇਨਕੰਪੀਟੈਂਟ, ਇਨਐਕਸਪੀਰੀਅੰਸਡ ਹੈ, ਜਾਣ ਕੇ ਕਰਦੀ ਹੈ। ਇਹ ਸੈਂਟਰਲ ਐਕਟ ਹੈ, ਪਹਿਲਾਂ ਤਾਂ ਆਮ ਆਦਮੀ ਪਾਰਟੀ ਸਮਝ ਲੇ, ਸਟੇਟ ਐਕਟ ਨਹੀਂ ਹੈ। ਸੈਂਟਰਲ ਐਕਟ ਦੇ ਵਿੱਚ ਪਾਰਲੀਮੈਂਟ ਅਮੈਂਡਮੈਂਟ ਕਰ ਸਕਦੀ ਹੈ, ਪੰਜਾਬ ਵਿਧਾਨ ਸਭਾ ਅਮੈਂਡਮੈਂਟ ਨਹੀਂ ਕਰ ਸਕਦੀ। ਤੇ ਤੀਜੀ ਗੱਲ, ਜੇ ਕੋਈ ਅਮੈਂਡਮੈਂਟ ਦੀ ਗੱਲ ਵੀ ਹੋਣੀ ਹੈ ਨਾ, ਉਹਦੇ ਲਈ ਪ੍ਰਾਇਰ ਅਪਰੂਵਲ ਲੈਣਾ ਪੈਣਾ ਐਸਜੀਪੀਸੀ ਦੀ ਜਨਰਲ ਬਾਡੀ ਦਾ। ਐਗਰੀਮੈਂਟ ਹੋਇਆ ਸੀਗਾ ਬੈਕ ਇਨ ਦਾ ਡੇ ਨਹਿਰੂ ਸਾਹਿਬ ਦੇ ਵਿੱਚ ਤੇ ਮਾਸਟਰ ਤਾਰਾ ਸਿੰਘ ਜੀ ਦੇ ਵਿੱਚ ਕਿ ਇੱਕ ਪ੍ਰਾਇਰ ਅਪਰੂਵਲ ਲੈਣਾ ਜ਼ਰੂਰੀ ਹੋਊਗਾ, ਤੇ ਉਹਦੇ ਬਾਵਜੂਦ ਇਹਨਾਂ ਨੇ ਨਾ ਤਾਂ ਅਪਰੂਵਲ ਲਿਆ, ਨਾ ਇਹਨਾਂ ਨੇ ਕੋਈ ਡਿਸਕਸ਼ਨ ਕੀਤੀ, ਸਿੱਧਾ ਜਾ ਕੇ ਤੇ ਆਮ ਆਦਮੀ ਪਾਰਟੀ ਆਪਦੇ ਮਨ ਦੀ ਕਰਨ ਲੱਗ ਜਾਂਦੀ ਹੈ, ਤਾਨਾਸ਼ਾਹ ਤਰੀਕੇ ਨਾਲ ਰੂਲ ਕਰਨ ਲੱਗ ਜਾਂਦੀ ਹੈ। ਹੁਣ ਤੀਜੀ ਗੱਲ, ਆਮ ਆਦਮੀ ਪਾਰਟੀ ਤੁਹਾਨੂੰ ਯਾਦ ਹੈ, ਇਹਨਾਂ ਨੇ ਜਦੋਂ ਦਿੱਲੀ ਆਰਡੀਨੈਂਸ ਦਾ ਇਸ਼ੂ ਹੋਇਆ ਕੀ ਕਿਹਾ, ਰੂਲ ਆਫ ਲਾਅ ਫੋਲੋ ਹੋਣਾ ਚਾਹੀਦਾ ਹੈ ਜੀ, ਜੋ ਸਾਡਾ ਸੁਪਰੀਮ ਕੋਰਟ ਕਹਿੰਦਾ, ਜੋ ਸੰਵਿਧਾਨ ਕਹਿੰਦਾ ਹੈ। ਤੇ ਹੁਣ ਰੂਲ ਆਫ ਲਾਅ ਕਿਉਂ ਨਹੀਂ ਫੋਲੋ ਕਰ ਰਹੇ ਬਈ? ਦੂਜਾ ਕਹਿੰਦੇ ਗਵਰਨਰ ਸਾਹਿਬ ਨੂੰ ਜੁਰਿਸਡਿਕਸ਼ਨ ਨੂੰ ਐਕਸੀਡ ਨਹੀਂ ਕਰਨਾ ਚਾਹੀਦਾ। ਹੁਣ ਜੁਰਿਸਡਿਕਸ਼ਨ ਐਸਜੀਪੀਸੀ ਦੀ ਹੈ, ਤੁਸੀਂ ਆਪਣੀ ਜੁਰਿਸਡਿਕਸ਼ਨ ਨੂੰ ਐਕਸੀਡ ਕਰ ਰਹੇ ਹੋ। ਹੁਣ ਤੀਜੇ ਮਸਲੇ ਤੇ ਆ ਜਾਓ ਧਾਲੀਵਾਲ ਸਾਹਿਬ। ਜੀ ਤੀਜਾ ਮਸਲਾ ਹੈ ਜਿਹੜਾ ਗਵਰਨਰ ਸਾਹਿਬ ਲਈ ਭਾਸ਼ਾ ਵਰਤੀ ਗਈ ਹੈ।
ਜੀ ਇੱਕ ਬੰਦਾ ਬਿਠਾ ਰੱਖਿਆ ਬੀਜੇਪੀ ਦੀ ਸਰਕਾਰ ਨੇ ਗਵਰਨਰ ਸਾਹਿਬ ਲਈ ਇੱਕ ਬੰਦਾ ਸ਼ਬਦ ਵਰਤਿਆ ਗਿਆ। ਤੇ ਉਹ ਤੋਂ ਪਹਿਲਾਂ ਸਟੇਡੀਅਮ ਦੇ ਵਿੱਚ ਜਦੋਂ ਸਟੇਡੀਅਮ ਸੀ ਰਾਮਲੀਲਾ ਮੈਦਾਨ ਸੀ ਆਈ ਗੈਸ ਭਗਵੰਤ ਮਾਨ साहब ने कुछ बयान जारी किए थे गवर्नर साहब लिए एलिजेंटली जो सी उसने कहा था मैं मेरी सरकार नहीं कहूंगा। धालीवाल साहब एक हेड ऑफ द एग्जीक्यूटिव हेड ऑफ द स्टेट है गवर्नर साहब ते एक साडे हेड ऑफ द स्टेट है सीएम साहब। एक कॉन्स्टिट्यूशनल पोस्ट ਲਈ ਸ਼ਬਦ ਵਰਤੇ ਜਾਣੇ ਚਾਹੀਦੇ ਹੈ। ਉਹਦਾ ਜਵਾਬ ਹੈ ਨਹੀਂ। ਤੇ ਨਾਲੇ ਜਦੋਂ ਇਹ ਸੁਪਰੀਮ ਕੋਰਟ ਵੀ ਗਏ ਸੀ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀਗਾ ਜਿਹੜੇ ਟਵੀਟ ਤੇ ਜਿਹੜੇ ਬਿਆਨਾਤ ਤੁਸੀਂ ਜਾਰੀ ਕੀਤੇ ਗਵਰਨਰ ਸਾਹਿਬ ਲਈ ਉਹ ਅਨਕਨਸਟੀਟਿਊਸ਼ਨਲ ਨੇ ਤੇ ਨਾਲੇ ਉਹ ਡੈਰੋਗੇਟਰੀ ਨੇ। ਉਹਦੇ ਬਾਵਜੂਦ ਇਹ ਰੈਪੀਟੇਸ਼ਨ ਹੋਣਾ ਮੈਨੂੰ ਲੱਗਦਾ ਬਹੁਤ ਅਨਫੋਰਚੂਨੇਟ ਤੇ ਮੰਦਭਾਗਾ ਹੈ। ਅੱਛਾ ਫਿਰ ਤੁਸੀਂ ਦੇਖੋ ਕਿ ਇੱਕ ਸੀਐਮ ਸਾਹਿਬ ਦੀ ਪੋਸਟ ਕਹਿੰਦੇ ਮੈਨੂੰ ਲਵ ਲੈਟਰ ਆਏ ਹੈ ਗਵਰਨਰ ਸਾਹਿਬ ਵੱਲੋਂ। ਮਤਲਬ ਧਾਲੀਵਾਲ ਸਾਹਿਬ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸੀਐਮ ਪਦ ਤੇ ਬੈਠੇ ਹੋਏ ਵਿਅਕਤੀ ਸਾਡੇ ਭਗਵੰਤ ਮਾਨ ਸਾਹਿਬ ਇਹਦੇ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹੈ ਕਿ ਮੈਨੂੰ ਲਵ ਲੈਟਰ ਆਏ। ਸਾਡੀ ਪੂਰੀ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਧਾਲੀਵਾਲ ਸਾਹਿਬ ਜਰਾ ਡਿਸਟਰਬੈਂਸ ਸਾਰੀ ਟੀਮ ਨੂੰ ਕਿਉਂ ਮੈਂ ਕੰਟੀਨਿਊ ਕਰਦਾ ਠੀਕ ਹੈ। ਭਗਵੰਤ ਮਾਨ ਸਾਹਿਬ ਐਸ ਸੀਐਮ ਹੁਣ ਆਫੀਸ਼ੀਅਲ ਕੈਪੈਸਿਟੀ ਦੇ ਵਿੱਚ ਹੋ ਤੁਸੀਂ ਸੀਐਮ ਦੇ ਪਦ ਤੇ ਬੈਠੇ ਹੋ। ਸਾਡੇ ਕਲਚਰ ਨੂੰ ਸਾਡੀ ਟ੍ਰੈਡੀਸ਼ਨ ਨੂੰ ਸਾਡੀ ਮਾਨ ਮਰਿਆਦਾ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਤੇ ਜਦੋਂ ਇਹ ਜਿਹੜੇ ਬਿਆਨਾਤ ਤੁਸੀਂ ਜਾਰੀ ਕਰਦੇ ਹੋ ਤੇ ਪੰਜਾਬ ਦੀ ਇੱਕ ਛਵੀ ਰਿਫਲੈਕਟ ਕਰਦੇ ਹੋ। ਚਲੋ ਮੈਂ ਨਾ ਮੈਂ ਸਾਰੀਆਂ ਗੱਲਾਂ ਦੇ ਜਵਾਬ ਲੈ ਲੈਣਾ। ਮੈਂ ਤੁਸੀਂ ਬੜੇ ਵਿਸਥਾਰ ਦੇ ਨਾਲ ਆਪਣੀ ਗੱਲ ਨੂੰ ਰੱਖੀ ਹੈ। ਜਸਤੇਜ ਜੀ ਗੱਲ ਇਹ ਹੈ ਵੀ ਕੀ ਇਹ ਡੈਮੋਕ੍ਰੈਟਿਕ ਸਟਾਈਲ ਹੈ ਜਿਸ ਤਰੀਕੇ ਦੇ ਨਾਲ ਅਰਸ਼ਪ੍ਰੀਤ ਖੜਿਆਲ ਸਾਹਿਬ ਹੋਰਾਂ ਨੇ ਸਵਾਲ ਚੱਕੇ? ਪਹਿਲੀ ਗੱਲ ਤਾਂ ਮੈਂ ਇੱਥੇ ਇੱਕ ਕਲੈਰੀਫਾਈ ਕਰ ਦਿੰਨਾ। ਜੀ ਜੀ ਕਿ ਕਿਸੇ ਸਰਕਾਰ ਨੇ ਮਾਦਾ ਦਿਖਾਇਆ ਕਿ ਜਿਹੜੇ ਪੋਇਗਨੈਂਟ ਤੇ ਬਹੁਤ ਪਰਟੀਨੈਂਟ ਜਿਹੜੇ ਬਿੱਲ ਸੀਗੇ ਜਿਹੜੇ ਇਹਨਾਂ ਤੋਂ ਕਦੇ ਪਾਸ ਨਹੀਂ ਹੋਏ ਪੰਜਾਬ ਦੇ ਹੱਕਾਂ ਵਾਸਤੇ ਅੱਜ ਉਹ ਪਾਸ ਹੋਏ ਆ। ਅੱਜ ਇਹ ਪਾਰਟੀਆਂ ਜਿਹੜੀਆਂ ਗੱਲਾਂ ਕਰਦੀਆਂ ਨੇ ਕਿਸੇ ਨੂੰ ਆਰਡੀਐਫ ਬਾਰੇ ਮੈਂ ਸੁਣ ਰਿਹਾ ਸੀਗਾ ਕਿਸੇ ਨੂੰ ਐਨਐਚਐਮ ਬਾਰੇ ਸੁਣ ਰਿਹਾ ਸੀਗਾ ਨਾ ਆਰਡੀਐਫ ਦਾ ਕਨਸੈਪਟ ਪਤਾ ਹੈ ਨਾ ਐਚਐਮ ਦੀ ਇੰਸਟਰਕਸ਼ਨਸ ਪਤਾ। ਮੈਂ ਹੁਣੇ ਕਲੈਰੀਫਾਈ ਵੀ ਕਰ ਦਿੰਦਾ ਤੁਹਾਨੂੰ ਸਾਰਿਆਂ ਨੂੰ। ਬਟ ਅੱਜ ਦੀ ਡੇਟ 'ਚ ਮੈਨੂੰ ਇਹ ਪਤਾ ਲੱਗਦਾ ਦੇਖ ਕੇ ਕਿ ਵੀ ਇਹ ਅੰਦਰੋਂ ਇਹ ਪਛਤਾ ਰਹੇ ਹੈ ਕਿ ਜਦੋਂ ਇਹਨਾਂ ਦੀ ਸਰਕਾਰਾਂ ਸੀਗੀਆਂ ਇਹ ਕੰਮ ਕਿਉਂ ਨਹੀਂ ਕਰ ਸਕੇ ਵਿਚਾਰੇ। ਅੱਜ ਇਹ ਸਾਹਮਣੇ ਆਉਂਦਾ। ਪਹਿਲੀ ਗੱਲ ਤਾਂ ਮੈਂ ਦੱਸ ਦਿੰਦਾ ਜਿਹੜੀ ਸ਼ਬਦਾਵਲੀ ਦੀ ਗੱਲ ਕਰ ਰਹੇ ਸੀਗੇ ਬੀਜੇਪੀ ਦੇ ਪ੍ਰਵਕਤਾ ਤੇ ਇਹਨਾਂ ਨੂੰ ਪਹਿਲਾਂ ਵੈਸਟ ਬੰਗਾਲ 'ਚ ਜਦੋਂ ਦੀਦੀ ਜਿਸ ਲਹਿਜੇ ਦੇ ਵਿੱਚ ਸਿਸਕੀਆਂ ਲੈ ਕੇ ਮੋਦੀ ਜੀ ਨੇ ਗੱਲ ਕੀਤੀ ਸੀਗੀ ਨਾ ਮੇਰੇ 'ਚ ਹਿੰਮਤ ਹੀ ਨਹੀਂ ਹੈ ਕਿ ਵੀ ਮੈਂ ਉਸ ਲਹਿਜੇ ਦੇ ਵਿੱਚ ਅੱਜ ਗੱਲ ਕਰਕੇ ਦਿਖਾਵਾਂ ਕਿਉਂਕਿ ਸਾਰੇ ਦੇਸ਼ ਨੂੰ ਸ਼ਰਮਸਾਰ ਕਰਤਾ ਸੀਗਾ ਉਸ ਲੈਂਗੁਏਜ ਨੇ। ਤੇ ਇੱਥੇ ਤਾਂ ਹਜੇ ਕੋਈ ਇਹੋ ਜਿਹੀ ਕੋਈ ਲੈਂਗੁਏਜ ਨਹੀਂ ਵਰਤੀ ਗਈ। ਇੱਥੇ ਤਾਂ ਸਿਰਫ ਸ਼ੀਸ਼ਾ ਦਿਖਾਇਆ ਗਿਆ। ਦੂਜੀ ਗੱਲ ਜਿਹੜੀ ਆਰਡੀਐਫ ਦੀ ਗੱਲ ਕਰਦੇ ਆ ਉਹ ਮੈਂ ਇਹਨਾਂ ਨੂੰ ਕਲੈਰੀਫਾਈ ਕਰ ਦਿੰਦਾ ਕਿ ਆਰਡੀਐਫ ਪਹਿਲੀ ਗੱਲ ਕਿਉਂ ਰੁਕ ਰਿਹਾ ਕਿਉਂਕਿ ਅਕਾਲੀ ਭਾਜਪਾ ਸਰਕਾਰ ਨੇ ਉਸ ਵੇਲੇ ਆਰਡੀਐਫ ਦਾ ਪੈਸਾ ਸੰਗਤ ਦਰਸ਼ਨ ਤੇ ਲਾਤਾ ਸੀਗਾ ਤੇ ਕੈਪਟਨ ਸਾਹਿਬ ਨੇ ਆਪਣੇ ਟਾਈਮ ਤੇ ਪਤਾ ਨਹੀਂ ਹਜੇ ਹੋ ਰਹੀ ਹੈ ਇਨਕੁਆਇਰੀ ਕਿ ਕਿੱਥੇ ਲੱਗਿਆ ਸੀਗਾ ਪੈਸਾ ਜਿਹਦੇ ਕਰਕੇ ਉਹ ਪ੍ਰੋਬਲਮ ਪੈ ਰਹੀ ਹੈ। ਐਂਡ ਅੱਜ ਮੈਂ ਦੱਸ ਦਿੰਦਾ ਕਿ ਆਰਡੀਐਫ ਕੀ ਹੁੰਦਾ ਹੈ। ਆਰਡੀਐਫ ਇਜ਼ ਦੀ ਪ੍ਰੀ ਡਿਟਰਮਾਈਨਡ ਮਾਈਂਡ ਆਫ ਦੀ ਸੈਂਟਰ ਐਂਡ ਸਟੇਟ। ਇਹ ਸੀਜ਼ਨ ਤੋਂ ਪਹਿਲਾਂ ਪ੍ਰੋਕਿਉਰਮੈਂਟ ਤੋਂ ਪਹਿਲਾਂ ਸਟਾਰਟ ਹੁੰਦਾ ਹੈ ਜੀ ਕਿ 2% ਆਰਡੀਐਫ ਪ੍ਰੋਕਿਉਰਮੈਂਟ ਤੋਂ ਬਾਅਦ ਬਿੱਲਾਂ 'ਚ ਦਿੱਤਾ ਜਾਏਗਾ। ਤੁਸੀਂ ਪੰਜਾਬ ਦਾ ਅਨਾਜ ਲੈ ਕੇ ਸਾਰੇ ਦੇਸ਼ 'ਚ ਪ੍ਰਧਾਨ ਮੰਤਰੀ ਦੀ ਫੋਟੋ ਲਾ ਕੇ ਵੰਡਤਾ ਉਸ ਤੋਂ ਬਾਅਦ ਕਹਿੰਦੇ ਵੀ ਆਰਡੀਐਫ ਅਸੀਂ ਇਹਨਾਂ ਕਾਰਨਾਂ ਕਰਕੇ ਨਹੀਂ ਦੇ ਰਹੇ। ਮਹਾਰਾਜ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਹਿਲਾਂ ਆਰਡੀਐਫ ਦਾ ਕਨਸੈਪਟ ਸਮਝਣਾ ਚਾਹੀਦਾ ਇਹਨਾਂ ਨੂੰ ਕਿ ਟੈਂਡਰਸ ਕੀ ਹੁੰਦੇ ਆ ਢੋਆ ਢੁਆਈ ਕੀ ਹੁੰਦੀ ਹੈ ਕਾਰਟੇਜ ਤੇ ਟਰਾਂਸਪੋਰਟੇਸ਼ਨ ਫਰਕ ਕੀ ਹੁੰਦਾ ਹੈ ਲੇਬਰ ਵਰਕ ਕੀ ਹੁੰਦਾ ਕੀ ਰੇਟ ਫਿਕਸ ਹੁੰਦੇ ਆ। ਜੇ ਨਹੀਂ ਪਤਾ ਤੇ ਪਲੀਜ਼ ਸਿਰਫ ਜਸਟ ਡੋਂਟ ਕ੍ਰਿਟੀਸਾਈਜ਼ ਫॉर द ਸੇਕ ਆਫ ਇਟ। ਵੀ ਵੈਲਕਮ ਕੰਸਟਰਕਟਿਵ ਕ੍ਰਿਟਿਸਿਜ਼ਮ। ਅਸੀਂ ਕਹਿੰਨੇ ਕਰੋ ਪਰ ਕੰਸਟਰਕਟਿਵ ਹੋਵੇ ਤੇ ਨੌਲੇਜ ਵਾਲਾ ਹੋਵੇ। ਜਿੱਥੇ ਐਨਐਚਐਮ ਦੀ ਗੱਲ ਹੋ ਰਹੀ ਸੀਗੀ ਐਨਐਚਐਮ ਵਾਸਤੇ ਸਗੋਂ ਸੈਂਟਰ ਤੋਂ ਬਕਾਇਦਾ ਇੱਕ ਪ੍ਰੋਫਾਰਮਾ ਆਇਆ ਕਿ ਮੋਦੀ ਜੀ ਦੀ ਫੋਟੋ ਦੱਸੋ ਕਿੱਥੋਂ ਲਾਓਗੇ ਵੱਡੇ ਪੂਰੀ ਮਤਲਬ ਵੱਡੇ ਫਰੇਮ 'ਚ। ਜੇ ਨਹੀਂ ਪਤਾ ਹੋਵੇ ਤਾਂ ਇਹਨਾਂ ਨੂੰ ਪਤਾ ਕਰ ਲੈਣਾ ਚਾਹੀਦਾ ਹੈ। ਇਹਨਾਂ ਦੀ ਆਪਣੀਆਂ ਸਰਕਾਰਾਂ ਰਹੀਆਂ ਕਿ ਕਿਵੇਂ ਕੰਮ ਹੁੰਦਾ ਹੈ। ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜਿਹੜੀ ਕਹਿੰਦੀ ਹੈ ਕਿ ਵੀ ਹਾਂਜੀ ਇਹ ਉਲੰਘਣਾ ਹੋਈ ਹੈ ਸਿਰਫ ਜਸਟ ਫॉर द ਸੇਕ ਆਫ ਇਟ ਕਿ ਕਿਸੇ ਤਰੀਕੇ ਨਾਲ ਪੰਜਾਬ ਨੂੰ ਤੰਗ ਕੀਤਾ ਜਾਵੇ। ਇਹ ਸਭ ਆਬਜੈਕਸ਼ਨਸ ਅਨਨੈਸੈਸਰੀ ਹਵਾ 'ਚ ਚੱਕੀਆਂ ਜਾ ਰਹੀਆਂ ਤੇ ਇਹ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਮਾਦਾ ਰੱਖਦੀ ਹੈ ਫੈਡਰਲ ਸਟਰਕਚਰ ਨੂੰ ਬਚਾਉਣ ਦਾ। ਜੈਬਲ ਸਾਹਿਬ ਦਿੱਤਾ ਹੋਇਆ ਹੈ
ਇੱਕ ਵਾਰ ਉਹਨੂੰ ਪੂਰੀ ਕਰ ਲੈਣ ਦਿਓ। ਜੀ ਅਲਾਓ ਮੀ ਟੂ ਕੰਪਲੀਟ, ਆਈ ਡਿਡ ਨਾਟ ਇੰਟਰਰਪਟ ਯੂ ਇਨ ਬਿਟਵੀਨ ਪਲੀਜ਼। ਇੱਥੇ ਭਾਜਪਾ ਦੇ ਸਪੋਕਸਪਰਸਨ ਕਹਿ ਰਹੇ ਸੀਗੇ, ਅੰਬੇਦਕਰ ਸਾਹਿਬ ਦੀ ਕਹਿ ਰਹੇ ਸੀਗੇ ਜਿਹੜੇ ਸਿਧਾਂਤ ਵਿੱਚ ਪਾਏ ਹੋਏ ਆ, ਉਹਦੇ ਚ ਫੈਡਰਲ ਸਟਰਕਚਰ ਵੀ ਪਾਇਆ ਹੋਇਆ ਹੈ। ਤੇ ਫੈਡਰਲ ਸਟਰਕਚਰ ਕਿਵੇਂ ਇੱਥੇ ਸਿੱਟ ਦਿੱਤਾ ਜਾਂਦਾ ਹਵਾ 'ਚ ਕਿ ਪ੍ਰਿੰਸੀਪਲਸ ਨੂੰ ਅਸੀਂ ਭੇਜ ਰਹੇ ਹਾਂ ਬਾਹਰ ਐਜੂਕੇਸ਼ਨ ਦੀ ਇੱਕ ਟੈਕਨੀਕ ਵਾਸਤੇ, ਇੱਕ ਸਕਿੱਲ ਵਧਾਉਣ ਵਾਸਤੇ। ਹਾਲਾਂਕਿ ਪਿਛਲੀ ਸਰਕਾਰਾਂ 'ਚ ਤਾਂ ਐਮਐਲਏ ਤੇ ਐਮਪੀ ਜਾਂਦੇ ਸੀ, ਮੰਤਰੀ ਜਾਂਦੇ ਸੀਗੇ। ਇੱਥੇ ਪ੍ਰਿੰਸੀਪਲਸ ਨੂੰ ਭੇਜ ਰਹੇ ਹੈ ਤੇ ਗਵਰਨਰ ਸਾਹਿਬ ਲਿਖ ਰਹੇ ਹੈ ਕਿ ਮੈਨੂੰ ਦੱਸੋ ਕੀ ਕ੍ਰਾਈਟੇਰੀਆ ਫੋਲੋ ਕੀਤਾ ਹੈ। ਇਹ ਫੈਡਰਲ ਸਟਰਕਚਰ ਦਾ ਇਹ ਸਭ ਚੀਜ਼ਾਂ ਜੋ ਅੱਜ ਕੀਤੀਆਂ ਇਹ ਜ਼ਰੂਰੀ ਸੀਗੀਆਂ। ਅੱਜ ਅਸੀਂ 3 ਬੰਦਿਆਂ ਦਾ ਨਾਮ ਭੇਜਦੇ ਆ, ਉਹਨਾਂ 'ਚ ਪਹਿਲੀ ਗੱਲ ਉਹਨਾਂ ਨੂੰ ਲਟਕਾ ਦਿੱਤਾ ਜਾਂਦਾ ਹੈ ਗਵਰਨਰ ਸਾਹਿਬ ਤੋਂ ਕਿ ਵੀ ਹਾਂਜੀ ਇਹਨੂੰ ਡੀਜੀਪੀ ਜਾਂ ਇਹਨੂੰ ਡੀਸੀ ਨਹੀਂ ਲਗਾਉਣਾ ਕਿ ਨਹੀਂ ਲਗਾਉਣਾ। ਫਿਰ ਆਪਣੀ ਮਨਮਰਜ਼ੀ ਦੇ ਨਾਲ ਉਹਨੂੰ ਕਲੀਅਰ ਕਰਦੇ ਇੱਕ ਨਾਮ ਨੂੰ, ਫਿਰ ਉਹਦੇ ਉੱਪਰ ਹੀ ਬੀਜੇਪੀ, ਕਾਂਗਰਸ, ਅਕਾਲੀ ਦਲ ਆ ਕੇ, ਵੈਸੇ ਗਵਰਨਰ ਇਹਨਾਂ ਨੂੰ ਮਤਲਬ ਵਧੀਆ ਲੱਗਦੇ ਆ, ਪਰ ਜਦੋਂ ਉਹਨਾਂ ਦਾ ਚੂਜ਼ ਕੀਤਾ ਬੰਦਾ ਕੋਈ ਵੀਸੀ ਲੱਗਦਾ ਫਿਰ ਇਹ ਚੱਕ ਕੇ ਸਰਕਾਰ ਦੇ ਪਿੱਛੇ ਪੈ ਜਾਂਦੇ ਆ। ਇਹ ਡੀਜੀਪੀ ਤੇ ਯੂਨੀਵਰਸਿਟੀ ਦੀ ਵੀਸੀ ਦੇ ਜਿਹੜੇ ਅੱਜ ਪਾਸ ਹੋਏ ਹੈ ਐਕਟਸ, these were necessary to protect the federal structure। ਜਿਹੜਾ ਫੈਡਰਲ ਸਟਰਕਚਰ ਹੈ, ਡੈਮੋਕ੍ਰੈਟਿਕ ਸਟਰਕਚਰ ਹੈ, ਜਮਹੂਰੀਅਤ ਹੈ, ਉਹਨੂੰ ਬਚਾਉਣ ਵਾਸਤੇ ਜ਼ਰੂਰੀ ਸੀਗਾ। ਚਲੋ ਜਸਤੇਜ ਜੀ ਜਿਹੜਾ ਹੈ ਇੱਕ ਧਾਲੀਵਾਲ ਸਾਹਿਬ ਮੇਰਾ ਇੱਕ ਸਵਾਲ ਹੈ ਹੁਣ ਇਹਨਾਂ ਨੂੰ, ਮੇਰਾ ਸਵਾਲ ਹੈ ਨਾ ਜਸਤੇਜ ਜੀ, ਐਜੂਕੇਸ਼ਨ ਇਜ਼ ਨਾਟ, ਤੁਸੀਂ ਸੁਪਰੀਮ ਕੋਰਟ ਜਾਣ ਦੀ ਗੱਲ ਕੀਤੀ ਹੈ, ਉਹਦੇ ਪੈਸਾ ਕਿਹਦਾ ਖਰਚਿਆ ਜਾਊਗਾ? ਸੁਪਰੀਮ ਕੋਰਟ ਜਾਣ 'ਚ ਪੈਸਾ ਕਿਹਦਾ ਖਰਚੋਗੇ? ਹਾਂ ਹੁਣ ਆ ਜਾਓ, ਥੈਂਕ ਯੂ, ਤੁਸੀਂ ਗੱਲ ਛੇੜੀ। ਅੱਜ ਤੁਹਾਨੂੰ ਸੁਪਰੀਮ ਕੋਰਟ ਯਾਦ ਆ ਗਿਆ। ਤੁਹਾਨੂੰ ਪਤਾ ਹੈ ਕਿ ਇੱਥੇ ਏਜੀ ਜਿਹੜੇ ਲੱਗੇ ਸੀਗੇ ਜਾਂ ਤੁਹਾਡੇ ਕਾਂਗਰਸ ਵੇਲੇ ਕਿੱਥੋਂ ਤੁਸੀਂ ਇਹ ਦੱਸੋ ਪੈਸਾ ਕਿਹਦਾ ਖਰਚੋਗੇ ਜੇ ਸੁਪਰੀਮ ਕੋਰਟ ਜਾਣਾ ਪੈ ਗਿਆ? ਅਸੀਂ ਜੇ ਸੁਪਰੀਮ ਕੋਰਟ ਜਾਣਾ ਪੈ ਗਿਆ, ਅਸੀਂ ਆਪਣੇ ਹੱਕਾਂ ਵਾਸਤੇ ਜਾ ਰਹੇ ਹਾਂ। 36 ਕਰੋੜ ਲੈਣ ਕਿਹਦਾ ਪੈਸਾ ਖਰਚੋਗੇ? ਕਿਹਦਾ ਪੈਸਾ ਖਰਚੋਗੇ? ਤੁਸੀਂ ਕਿਹਦਾ ਖਰਚਦੇ ਸੀਗੇ? ਤੁਸੀਂ ਆਪਣੀ ਪੱਲਿਓਂ ਦਿੰਦੇ ਸੀ ਜਦੋਂ ਤੁਹਾਡੀ ਸਰਕਾਰ Two wrongs make one right? Do two wrongs make one right? Do two wrongs make one right? ਉਹ ਗਲਤ ਸੀ ਕਿ ਸਹੀ ਸੀ? ਉਹ ਗਲਤ ਸੀ ਕਿ ਸਹੀ ਸੀ? ਉਹ ਗਲਤ ਸੀ ਸਹੀ ਸੀ? ਪਹਿਲਾਂ ਦੱਸੋ ਗਲਤ ਸੀ ਕਿ ਸਹੀ ਸੀ? ਦੱਸੋ ਗਲਤ ਸੀ ਕਿ ਸਹੀ ਸੀ? ਜਵਾਬ ਦਿਓ ਜਸਤੇਜ ਜੀ, ਉਹ ਗਲਤ ਸੀ ਕਿ ਸਹੀ ਸੀ? ਇਹ ਗੱਲ ਦਾ ਜਵਾਬ ਹੈ, ਇਹ ਗੱਲ ਦਾ ਜਵਾਬ ਨਹੀਂ ਹੈ ਤਾਂ ਮੰਗ ਲਓ ਕਿ ਜਵਾਬ ਨਹੀਂ ਹੈ। ਅਸੀਂ ਕਹਿੰਦੇ ਹਾਂ ਤੇ ਜੇ ਤੁਸੀਂ ਜਾਣਾ ਚਾਹਦੇ ਹੋ ਤੇ ਪੰਜਾਬ ਦੇ ਟੈਕਸ ਦਾ ਪੈਸਾ ਨਾ ਖਰਚੋ, ਆਪਣੀ ਜੇਬ ਤੋਂ ਪੈਸਾ ਖਰਚੋ। ਕਦੋਂ ਇਹਨਾਂ ਨੇ ਏਜੀ ਵੀ ਬਾਹਰੋਂ ਲਿਆ ਕੇ ਲਾਇਆ, ਜਦੋਂ ਇਹਨਾਂ ਨੇ ਉਸ ਏਜੀ ਦੇ ਹੱਥ ਦੇ ਮੈਂ ਕਹਿੰਦਾ ਜੀ ਸੁਪਰੀਮ ਕੋਰਟ ਜਾਣ ਤੇ ਪੈਸਾ ਤਾਂ ਦੱਸ ਦੋ ਕਿਹਦਾ ਖਰਚੋਗੇ? ਅੱਜ ਦੀ ਡੇਟ 'ਚ ਤੁਹਾਨੂੰ ਪਤਾ ਲੱਗ ਜਾਏ ਨਾ ਅਰਬਾਂ ਰੁਪਇਆ ਖਰਬਾਂ ਰੁਪਇਆ ਕਿੱਥੇ ਗਿਆ ਹੈ। ਤਾਂ ਮੈਂ ਕਹਿੰਦਾ ਪੈਸਾ ਕਿਹਦਾ ਖਰਚੋਗੇ ਸੁਪਰੀਮ ਕੋਰਟ ਜਾਣ ਲਈ? ਕਿਹਦਾ ਪੈਸਾ ਖਰਚਿਆ ਜਾਊਗਾ? ਕਿਹਦਾ ਪੈਸਾ ਖਰਚੋਗੇ? ਇਹ ਇੱਕ ਮਜ਼ਾਕ ਟੈਕਸਪੇਅਰ ਦਾ, ਥੋੜਾ ਸੀਰੀਅਸ ਟੈਕਸਪੇਅਰ ਦਾ ਪੈਸਾ ਖਰਚੋਗੇ? ਸਪੋਕਸ ਪਰਸਨ ਨੂੰ ਤੁਸੀਂ ਟੈਕਸਪੇਅਰ ਦਾ ਪੈਸਾ ਖਰਚੋਗੇ ਜਾਂ ਨਹੀਂ? ਹਾਂ ਜਾਂ ਨਾ? ਤੁਸੀਂ ਟੈਕਸਪੇਅਰ ਦਾ ਪੈਸਾ ਖਰਚੋਗੇ ਹਾਂ ਜਾਂ ਨਾ? ਮੇਰੀ ਗੱਲ ਸੁਣੋ, ਬਚਪਨੇ ਵਾਲੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਇਹ ਬਚਪਨੇ ਵਾਲੀ ਗੱਲਾਂ ਹੈ, ਪੈਸਾ ਤੁਸੀਂ ਖਰਾਬ ਕਰ ਰਹੇ ਹੋ ਪੰਜਾਬ ਦੇ ਲੋਕਾਂ ਦਾ। ਇਹ ਬਚਪਨੇ ਦੀਆਂ ਗੱਲਾਂ ਵੀ ਤੁਸੀਂ ਕਰੋ। ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ ਤੇ ਉਹਦੇ 'ਚ ਮੇਰਾ ਫਾਲਟ ਨਹੀਂ ਹੈ। ਸਿਸਟਮ ਫਿਰ ਦੱਸੋ ਨਾ, ਐਡਮਿਟ ਕਰੋ ਨਾ, ਐਡਮਿਟ ਕਰੋ ਵੀ ਪੰਜਾਬ ਦੇ ਲੋਕਾਂ ਦਾ ਪੈਸਾ ਖਰਚਾਂਗੇ, ਕਰੋ ਵੀ ਪੈਸੇ ਖਰਚਾਂਗੇ ਪੰਜਾਬ ਦੇ ਲੋਕਾਂ ਦੇ, ਕਹਿ ਦੋ ਨਾ ਔਨ ਰਿਕਾਰਡ। ਕਿਹੜੀ ਸਰਕਾਰ ਹੈ ਜਿਹੜੀ ਸਰਕਾਰੀ ਵਕੀਲਾਂ, ਮੈਂ ਕਹਿੰਦਾ ਕਿਹੜੀ ਸਰਕਾਰ ਛੱਡੋ, ਤੁਸੀਂ ਆਪਦੀ ਗੱਲ ਕਰੋ, ਤੁਸੀਂ ਆਪਦੀ ਗੱਲ ਕਰੋ ਵੀ ਖਰਚੋਗੇ ਕਿ ਨਹੀਂ ਪੰਜਾਬ ਦੇ ਲੋਕਾਂ ਦਾ ਪੈਸਾ। ਮਤਲਬ ਇਹੋ ਜਿਹੀ ਬਚਕਾਨੀ ਇਹ ਬਚਪਨਾ ਦਾ ਥੋੜਾ ਆਪਣੇ ਲੋਕਾਂ ਦਾ ਪੈਸਾ ਖਰਚੋ ਵਾਰ-ਵਾਰ। ਤੁਸੀਂ ਪਹਿਲਾਂ ਵੀ ਸੁਪਰੀਮ ਕੋਰਟ ਗਏ ਸੀ ਗਵਰਨਰ ਸਾਹਿਬ ਦੇ ਇਸ਼ੂ ਦੇ ਵਿੱਚ, ਉਦੋਂ ਕੀ ਹੋਇਆ? ਆਨਰੇਬਲ ਸੁਪਰੀਮ ਕੋਰਟ ਨੇ ਝਾੜ ਲਈ ਤੁਹਾਨੂੰ ਵੀ ਜਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਉਹ ਅਨਕਨਸਟੀਟਿਊਸ਼ਨਲ ਹੈ, ਡੈਰੋਗੇਟਰੀ ਹੈ। ਸੁਪਰੀਮ ਕੋਰਟ ਨੇ ਤੁਹਾਨੂੰ ਕਿਹਾ ਕਿ ਤੁਸੀਂ ਡਿਊਟੀ ਬਾਉਂਡ ਹੋ, ਜਵਾਬ ਦੇਣਾ ਪਊਗਾ ਜੇ ਗਵਰਨਰ ਸਾਹਿਬ ਸਵਾਲ ਪੁੱਛਣਗੇ। ਉਹਦੇ ਬਾਵਜੂਦ ਤੁਸੀਂ ਸਾਡੀਆਂ ਗੱਲਾਂ ਕਰ ਰਹੇ ਹੋ। ਆਰਟੀਕਲ 167B ਪੜੋ, ਆਰਟੀਕਲ 167B ਦੇ ਵਿੱਚ ਲਿਖਿਆ ਜੇ ਸਵਾਲ ਪੁੱਛਿਆ ਗਿਆ ਤੇ ਜਵਾਬ ਦੇਣਾ ਪਊਗਾ। ਤੁਸੀਂ ਸੁਪਰੀਮ ਕੋਰਟ ਨੂੰ ਕਮੈਂਟ ਕਰ ਰਹੇ ਹੋ, ਤੁਸੀਂ ਪੰਜਾਬ ਦੇ ਕਰ ਰਹੇ ਹੋ, ਗਵਰਨਰ ਸਾਹਿਬ ਨੂੰ ਡਿਪੈਂਡ ਕਰ ਰਹੇ ਹੋ। ਸਰਕਾਰ ਨੇ ਦੇਣਾ ਪੰਜਾਬ ਦੇ ਹੱਕਾਂ ਵਾਸਤੇ, ਤੁਹਾਡੇ ਵਾਂਗੂ ਨਹੀਂ ਬਹਿ ਜਾਣਾ ਕਿ ਹਾਂਜੀ ਪੈਸਾ ਦੱਸੋ ਕਿਹਦਾ ਖਰਚੋਗੇ? ਜਵਾਬ ਕੋਈ ਨਹੀਂ ਹੈ। ਟ੍ਰੈਜਰੀ ਚੋਂ ਜਾਂਦਾ, ਟ੍ਰੈਜਰੀ ਚੋਂ। ਜੇ ਤੁਹਾਨੂੰ ਟ੍ਰੈਜਰੀ ਚ ਕਿਹਦਾ ਪੈਸਾ ਹੈ? ਕਿਹਦਾ ਪੈਸਾ ਹੈ ਟ੍ਰੈਜਰੀ ਚ? ਇਹ ਕਿਹਦੇ ਵਾਸਤੇ ਜਾ ਰਹੇ ਆ? ਟ੍ਰੈਜਰੀ ਚ ਪੈਸਾ ਲਿਆਉਣ ਵਾਸਤੇ ਜਾ ਰਹੇ ਆ। ਇਹ ਪੈਸਾ ਤੁਸੀਂ ਇੱਕ ਵਾਰੀ ਮੀਟਿੰਗ ਕੀਤੀ, ਤੁਸੀਂ ਇੱਕ ਦਫਾ ਮੀਟਿੰਗ ਕੀਤੀ। ਕੀ ਮੀਟਿੰਗ? ਕਾਹਦੀ ਮੀਟਿੰਗ ਦੱਸੋ, ਕਾਹਦੀ ਮੀਟਿੰਗ? ਤੁਸੀਂ ਮੰਤਰੀ ਨਾਲ ਮੀਟਿੰਗ ਕਰੋ ਵੀ ਆਰਡੀਐਫ ਦੇ ਪੈਸੇ ਨਹੀਂ ਆ ਰਹੇ। ਤੁਹਾਡੇ ਬੰਦੇ ਭੱਜ ਗਏ ਆ ਚੋਤੋਂ। ਤੁਸੀਂ ਮੀਟਿੰਗ ਕੀਤੀ ਇੱਕ ਦਫਾ ਵੀ ਉਹਨਾਂ ਦੇ ਮੰਤਰੀ ਨਾਲ, ਕੰਸਰਨ ਮਿਨਿਸਟਰ ਨਾਲ? ਭੱਜ ਗਏ।
ਕੋਈ ਜਵਾਬ ਨਹੀਂ। ਤੁਸੀਂ ਇੱਕ ਦਫਾ ਵੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਮੀਟਿੰਗ ਕੀਤੀ, ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੋ, ਤੁਸੀਂ ਕੰਸਰਨ ਮਿਨਿਸਟਰ ਨੂੰ ਮਿਲੋ ਵੀ ਸਾਡੇ ਪੈਸੇ ਦਿਓ, ਸਾਡੇ ਪੈਸੇ ਦਿਓ, ਵੀ ਸਾਡੇ ਪੈਸੇ ਦਿਓ। ਟਾਈਮ ਨਹੀਂ ਦਿੰਦੇ। ਲੈਟਰ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਮੀਟਿੰਗ ਦੀ ਗੱਲ ਕਰ ਰਿਹਾ ਕਿ ਕੋਈ ਇੰਨਾ ਉਸ ਗੱਲ ਦਾ ਕੋਈ ਜਵਾਬ ਨਹੀਂ। ਧਾਲੀਵਾਲ ਸਾਹਿਬ ਦਿੱਤੇ ਵੀ ਹੈ ਇਹ ਸਰਕਾਰ ਇੰਨੀ ਇਨਕੰਪੀਟੈਂਟ ਹੈ, ਇਹ ਸਾਡਾ ਪੈਸਾ ਖਰਾਬ ਕਰਨ ਲਈ ਤਿਆਰ ਹੈ, ਲੇਕਿਨ ਚਲੋ ਮੈਂ ਜੈ ਬੰਦੇ ਨੂੰ ਇਹ ਨਹੀਂ ਪਤਾ ਜੈਬੰਸ ਸਾਹਿਬ ਦਫਾ ਦਾ ਮੀਟਿੰਗ ਕਰਦੇ। ਜੈਬੰਸ ਸਾਹਿਬ ਤੋਂ ਸਵਾਲ ਲੈ ਲੈਣਾ, ਕਿਉਂਕਿ ਖੜਿਆਲ ਸਾਹਿਬ ਨੇ ਜਿੱਥੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਤੇ ਕੇਂਦਰ ਦੀ ਸਰਕਾਰ ਤੇ ਵੀ ਸਵਾਲ ਚੁੱਕੇ ਆ, ਦੋਵਾਂ ਦੀ ਕਾਰਗੁਜ਼ਾਰੀ ਦੇ ਉੱਤੇ। ਜੈਬੰਸ ਸਾਹਿਬ ਕੀ ਕਹੋਗੇ? ਚੰਗਾ ਚੱਲ ਰਿਹਾ ਸੀਗਾ, ਚੱਲਣ ਦੇਣਾ ਸੀਗਾ, ਕਾਹਦੇ ਵਾਸਤੇ ਰੋਕ ਦਿੱਤਾ? ਤੁਹਾਡੀ ਵੀ TRP ਵੱਧ ਰਹੀ ਸੀਗੀ। ਜਸਜੀਤ ਜੀ ਥੋੜਾ ਜਿਹਾ ਪਾਣੀ ਪੀ ਲਓ, ਤੁਸੀਂ ਕਾਫੀ ਹੋ ਗਏ ਹੋ। ਸਭ ਤੋਂ ਪਹਿਲੇ ਤੇ ਮੈਂ ਇਹ ਕਹਿਣਾ ਚਾਹਨਾ ਜਸਜੀਤ ਜੀ ਦੇ ਨਾਲ ਅੱਜ ਮੈਂ ਪਹਿਲੀ ਵਾਰ ਬੈਠਿਆ ਡਿਬੇਟ ਦੇ ਵਿੱਚ, ਉਹਨਾਂ ਨੂੰ ਇੱਕ ਸਲਾਹ ਦੇਣੀ ਚਾਹਨਾ ਕਿ ਇਹ ਸੋਚ ਕੇ ਨਹੀਂ ਬਹਿਣਾ ਚਾਹੀਦਾ ਕਿ ਕਿਸੇ ਦੂਸਰੇ ਬੰਦੇ ਨੂੰ ਕੁਝ ਆਂਦਾ ਹੀ ਨਹੀਂ ਤੇ ਸਾਰੀ ਦੁਨੀਆ ਦੀ ਨੌਲੇਜ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਕੋਲ ਹੀ ਹੈ। ਥੋੜੀ ਜਿਹੀ ਮਰਿਆਦਾ, ਥੋੜੀ ਜਿਹੀ ਹਿਊਮਿਲਿਟੀ ਜਿਹੜੀ ਹੈ ਨਾ ਡਿਬੇਟ ਦੇ ਵਿੱਚ ਬੜੀ ਚੰਗੀ ਚੱਲਦੀ ਹੈ। ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਕਿਹੜੇ ਤਰੀਕੇ ਨਾਲ ਡਿਬੇਟ ਕਰਨਾ। ਸਾਰਿਆਂ ਦੀ ਇਹਨਾਂ ਨੂੰ ਕੋਈ ਚੁੱਪ ਹੋ ਜਾਣ ਪਲੀਜ਼। ਜਸਜੀਤ ਜੀ ਤੁਸੀਂ ਬੋਲੋ। ਲੋ ਮੈਂ ਚੁੱਪ ਹੋ ਗਿਆ, ਚਲੋ ਬੋਲੋ। ਚਲੋ ਮੈਂ ਜੈਬੰਸ ਸਿੰਘ ਜੀ ਤੁਸੀਂ ਗੱਲਾਂ ਕਰਦੇ ਨਹੀਂ ਬੋਲਣ ਦਿਓ ਜਸਜੀਤ ਜੀ ਨੂੰ ਬੋਲਣ ਦਿਓ। ਜਦੋਂ ਜਸਤੇਜ ਹੈ ਨਾਮ ਵਿਦ ਆਲ ਡਿਊ ਰਿਸਪੈਕਟ ਐਂਡ ਜਿਹੜੀ ਗੱਲ ਤੁਸੀਂ ਕਰਦੇ ਹੋ RDF ਦੀ, ਮੈਂ ਤੁਹਾਨੂੰ RDF ਦੇ ਵਿੱਚ ਕਲੈਰੀਫਾਈ ਦੇਤਾ ਕਿ RDF ਜਿਹੜਾ ਹੈ ਪ੍ਰੀ ਡਿਟਰਮਿਨਡ ਮਾਈਂਡ ਦੇ ਨਾਲ ਇੱਕ ਇੰਟੈਂਸ਼ਨ ਦੇ ਨਾਲ ਇੱਕ ਪਾਲਿਸੀ ਤਿਆਰ ਹੁੰਦੀ ਹੈ ਕਿ RDF ਦੇ ਵਿੱਚ 2% ਜਿਹੜਾ ਹੈ ਆਲ ਓਵਰ ਅਮਾਉਂਟ ਦਾ ਜਦੋਂ ਪ੍ਰੋਕਿਉਰਮੈਂਟ ਪੂਰੀ ਹੋ ਜਾਏਗੀ ਤੇ ਉਸ ਤੋਂ ਬਾਅਦ RDF ਦਿੱਤਾ ਜਾਏਗਾ। ਹੁਣ ਜਦੋਂ ਦੇਣ ਦੀ ਵਾਰੀ ਆਈ, ਤੁਸੀਂ ਪਹਿਲੀ ਗੱਲ ਸਾਰਾ ਅਨਾਜ ਪੰਜਾਬ ਤੋਂ ਲੈ ਕੇ ਜਾ ਕੇ ਪੂਰੇ ਦੇਸ਼ ਦੇ ਵਿੱਚ ਜਦੋਂ ਵੰਡਤਾ ਮੋਦੀ ਜੀ ਦੀ ਫੋਟੋ ਲਾ ਕੇ ਸਾਰਾ ਤੁਸੀਂ ਲਾਹਾ ਲੈ ਲਿਆ। ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ RDF ਦੇਣ ਤੋਂ ਕਿਉਂ ਮੁਕਰਦੇ ਹੋ? ਦੂਜੀ ਗੱਲ NHM ਬਾਰੇ, ਅਸੀਂ ਨੈਸ਼ਨਲ ਹੈਲਥ ਮਿਸ਼ਨ ਬਾਰੇ ਗੱਲ ਕਰ ਲਈਏ ਕੀ ਪ੍ਰੋਬਲਮ ਕੀ ਐਗਜ਼ੈਕਟਲੀ ਕਿ ਉੱਥੇ ਆਮ ਆਦਮੀ ਕਲੀਨਿਕ ਵਰਡ ਲਿਖਿਆ ਗਿਆ, ਬਸ ਇਹ ਪ੍ਰੋਬਲਮ ਹੈ? ਮਤਲਬ ਅੱਜ ਦੀ ਡੇਟ ਦੇ ਵਿੱਚ ਜਨਤਾ ਨੂੰ ਜਿਹੜਾ ਉਸ ਤੋਂ ਲਾਹਾ ਜਾ ਰਿਹਾ ਹੈ, ਜੋ ਟੈਕਸਿਸ ਦਿੰਦੇ ਆ ਅਸੀਂ ਟੈਕਸਿਸ ਉਹਨਾਂ ਨੂੰ ਇੱਕ ਉਹਦੀ ਵਾਪਸੀ ਕਰ ਰਹੇ ਆ ਤੇ ਤੁਹਾਨੂੰ ਬਸ ਇਹ ਪ੍ਰੋਬਲਮ ਹੋਗੀ ਕਿ ਆਮ ਆਦਮੀ ਨਾਮ ਵਰਡ ਯੂਜ਼ ਹੋ ਗਿਆ ਇਸ ਕਰਕੇ। ਜੇ ਉੱਥੇ ਅਸੀਂ ਇਹ ਲਿਖ ਦਿੰਦੇ ਭਾਜਪਾ ਮੁਹੱਲਾ ਕਲੀਨਿਕ ਫਿਰ ਤੁਹਾਨੂੰ ਵਾਰਾ ਖਾਂਦਾ ਸੀਗਾ। ਸੋ ਅਲਟੀਮੇਟਲੀ ਤੁਹਾਡੀ ਜਿਹੜੀ ਸਿਆਸਤ ਹੈ ਉਹ ਸਿਆਸਤ ਜਿਹੜੀ ਹੈ ਉਹ ਸਿਰਫ ਇੱਥੇ ਤੱਕ ਹੈ ਕਿ ਹਾਂਜੀ ਕਿਸੇ ਤਰੀਕੇ ਦੇ ਨਾਲ ਮੋਦੀ ਜੀ ਦੀ ਫੋਟੋ ਤੇ ਮੋਦੀ ਜੀ ਨੂੰ ਇਸ ਚੀਜ਼ ਦਾ ਲਾਹਾ ਜਾਣਾ ਚਾਹੀਦਾ ਹੈ। ਹਾਲਾਂਕਿ ਫੈਡਰਲ ਸਟਰਕਚਰ ਡਸ ਨਾਟ ਵਰਕ ਲਾਈਕ ਦੈਟ। ਫੈਡਰਲ ਸਟਰਕਚਰ ਕਿ ਅਸੀਂ ਟੈਕਸਿਸ ਦਿੰਨੇ ਆ ਤੇ ਉਹਦੇ ਚੋਂ ਸਾਨੂੰ ਜਿਹੜਾ ਚਲੋ ਜਵਾਬ ਲੈ ਲਾਂ ਜਸਤੇਜ ਜੀ ਰੈਪੀਟੀਸ਼ਨ ਹੋ ਰਹੀ ਹੈ, ਤੁਸੀਂ ਪਹਿਲਾਂ ਵੀ ਇਹ ਗੱਲਾਂ ਪੁੱਛੀਆਂ, ਜਵਾਬ ਲੈ ਲਓ। ਨਹੀਂ ਇੱਕ ਮਿੰਟ ਇੱਕ ਹੋਰ ਗੱਲ ਦੱਸ ਦੇਣਾ। ਅੱਜ ਜੈਬੰਸ ਸਿੰਘ ਜੀ ਤੁਸੀਂ ਇਹ ਤਾਂ ਚਲੋ ਇੱਥੇ ਐਜ਼ ਅ ਸਪੋਕਸਪਰਸਨ ਗੱਲ ਕਰ ਰਹੇ ਹੋ, ਤੁਹਾਡੇ ਭਾਜਪਾ ਦੇ 2 MLA ਦੋਨੋਂ ਦੇ ਦੋਨੋਂ ਵਰ ਐਬਸੈਂਟ ਫਰਮ ਦੀ ਅਸੈਂਬਲੀ। ਉਹਨਾਂ ਨੇ ਆ ਕੇ ਇੱਕ ਵੀ ਸਟੇਟਮੈਂਟ ਨਹੀਂ ਇਸ਼ੂ ਕੀਤੀ, ਨਾ ਕਿਸੇ ਮਤੇ ਦੇ ਖਿਲਾਫ ਨਾ ਕਿਸੇ ਮਤੇ ਦੇ ਹੱਕ ਦੇ ਵਿੱਚ। ਭਾਵੇਂ ਅੱਜ ਤੁਸੀਂ PTC ਦੀ ਗੱਲਾਂ ਕਰ ਰਹੇ ਹੋ, ਅੱਜ ਤੁਸੀਂ ਯੂਨੀਵਰਸਿਟੀ ਦੀ ਗੱਲਾਂ ਕਰ ਰਹੇ ਹੋ, ਅੱਜ ਤੁਸੀਂ ਅੰਬੇਦਕਰ ਜੀ ਦੀ ਗੱਲਾਂ ਕਰ ਰਹੇ ਹੋ। ਤੁਸੀਂ ਇਹ ਪੁੱਛੋ ਆਪਣੇ MLAs ਨੂੰ ਕਿ ਇੱਕ ਵਿਧਾਨ ਸਭਾ ਦਾ ਸੈਸ਼ਨ ਜੋ ਇੰਨੇ ਟਾਈਮ ਪਹਿਲਾਂ ਅਨਾਉਂਸ ਹੋ ਗਿਆ ਸੀਗਾ, ਕਿਉਂ ਉਹਨਾਂ ਨੇ ਆ ਕੇ ਆਪਣੀ ਗੱਲ ਨਹੀਂ ਅੱਗੇ ਰੱਖੀ? ਲਾਈਵ ਤੇ ਡਿਬੇਟ ਹੈਗੀ ਹੈ, ਤੁਹਾਡੀ ਸਰਕਾਰਾਂ ਵਾਂਗੂ ਨਹੀਂ ਹੈ ਕਿ ਜਦੋਂ ਤੁਹਾਡੇ ਸਪੀਕਰ ਬੋਲਦੇ ਸੀਗੇ ਤਾਂ ਸਿਰਫ ਉਦੋਂ ਲਾਈਵ ਕਰਨਾ ਹੈ ਤੇ ਬਾਕੀ ਜਦੋਂ ਸਪੀਕਰ ਬੋਲਦੇ ਸੀਗੇ ਅਪੋਜ਼ਿੰਗ MLA ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ। ਇੱਥੇ ਸਾਰੀ ਦੀ ਸਾਰੀ ਲਾਈਵ ਸੈਸ਼ਨ ਚੱਲਦਾ ਹੈ ਕਿਉਂਕਿ ਅਸੀਂ ਤੱਥਾਂ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਤੀਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹਾਂਜੀ ਚੋਇਸ ਐਂਡ ਉਹਦੀ ਸਿੱਖ ਗੁਰਦੁਆਰਾ ਕਮੇਟੀ ਦੀ ਗੱਲ ਕਰ ਰਹੇ ਹੋ, ਸੌਰੀ ਮੇਰੀ ਗੱਲ ਸੁਣੋ, ਤੁਸੀਂ ਅੱਜ ਮੀਟਿੰਗਾਂ ਦੀ ਗੱਲ ਕਰਦੇ ਹੋ। ਧਾਲੀਵਾਲ ਜੀ ਇਹਨਾਂ ਦੀ ਇੱਕ ਸਪੀਚ ਦੇ ਵਾਸਤੇ ਤੁਸੀਂ ਰੱਖਿਆ ਕਿ ਕੀ ਹੈ ਤੁਹਾਡਾ ਕੀ ਏਜੰਡਾ ਕੀ ਹੈ? ਨਹੀਂ ਮੈਂ ਤਾਂ ਸਪੀਚ ਵਾਸਤੇ ਤਾਂ ਨਹੀਂ ਰੱਖਿਆ, ਪਰ ਮੈਂ ਤਾਂ ਸ਼ੁਰੂਆਤ ਤੁਹਾਡੇ ਤੋਂ ਹੀ ਕੀਤੀ। ਪਰ ਜਸਤੇਜ ਜੀ ਤੁਹਾਡੇ ਸਵਾਲ ਆ ਗਏ ਪਰ ਜਵਾਬ ਲੈ ਲੈਣ ਦਿਓ ਹੁਣ। ਹਾਂਜੀ ਜੈਬੰਸ ਜੀ। ਨਹੀਂ ਜਵਾਬ ਕੀ ਦੇਣਾ, ਹੁਣ ਤੁਸੀਂ ਸਾਰਾ ਟਾਈਮ ਤੇ ਇਹਨਾਂ ਨੂੰ ਦੇ ਦਿੱਤਾ, ਅਸੀਂ ਕੀ ਜਵਾਬ ਦਈਏ? ਜੀ ਕਹਿ ਰਹੇ ਸੀ ਜੈਬੰਸ ਜੀ ਇਹ ਕੋਈ ਕਿਹੜੇ ਤਰੀਕਾ ਹੈ? ਦੇਖੋ ਫੇਰ ਬੋਲ ਰਹੇ ਨੇ ਮੈਂ ਹੋ ਜਾਣਾ ਉਹਨਾਂ ਨੂੰ ਕੋ। ਜਸਤੇਜ ਜੀ ਗੱਲ ਪੂਰੀ ਹੋਣ ਜੋ ਕਿਉਂ ਇੰਟਰਪਟ ਕਰਨਾ, ਆਪਾਂ ਕਿਉਂ ਇਸ ਤਰੀਕੇ ਨਾਲ ਸਮਾਂ ਜ਼ਾਇਆ ਕਰੀਏ? ਹਾਂਜੀ ਸਮਾਂ ਤਾਂ ਜ਼ਾਇਆ ਹੋ ਗਿਆ, ਹੁਣ ਕੀ ਸਮਾਂ ਰਹਿ ਗਿਆ? ਇੱਕ ਤਰਫ ਉਹ ਬੋਲਣਾ ਸ਼ੁਰੂ ਕਰ ਦਿੱਤਾ ਤੇ ਬਸ ਚੁੱਪ ਹੀ ਨਹੀਂ ਹੋ ਰਹੇ ਤੇ ਤੁਸੀਂ ਪਤਾ ਨਹੀਂ ਕਿਹੜੇ ਤਰੀਕੇ ਦੀ ਐਂਕਰਿੰਗ ਕਰ ਰਹੇ ਹੋ ਇਸ ਚੀਜ਼ ਦੀ। ਐਨੀਵੇ ਜਿਹੜਾ ਥੋੜਾ ਜਿਹਾ ਸਮਾਂ ਰਹਿ ਗਿਆ ਉਹਦੇ ਵਿੱਚ ਨਹੀਂ ਜੈਬੰਸ ਜੀ ਦੇਖੋ ਇੱਕ ਗੱਲ ਹੈ ਕਿ ਮੈਂ ਤੁਹਾਨੂੰ ਪੂਰਾ ਬੋਲਣ ਦਾ ਸਮਾਂ ਦਿੱਤਾ ਸੀ, ਸ਼ੁਰੂਆਤ ਤੁਹਾਡੇ ਤੋਂ ਕੀਤੀ ਸੀਗੀ, ਬਟ ਜੇ ਤੁਸੀਂ ਹੁਣ ਇਸ ਤਰੀਕੇ ਨਾਲ ਐਂਕਰਿੰਗ ਦੇ ਉੱਤੇ ਤੁਸੀਂ ਨਹੀਂ ਮੈਂ ਉਸ ਤੋਂ ਬਾਅਦ ਜਦੋਂ ਦੋਵਾਂ ਦੇ ਵਿੱਚ ਰੈਪੀਟੀਸ਼ਨ ਹੋਣ ਲੱਗੀ
ਮੈਂ ਤੁਹਾਡੇ ਕੋਲ ਫੇਰ ਵਾਪਸ ਆਇਆ ਕਿਉਂਕਿ ਦੋਵਾਂ ਦੇ ਸਵਾਲ ਤੁਹਾਡੇ ਤੇ ਸੀਗੇ, ਯਾਨੀ ਕਿ ਕਹਿਣ ਤੋਂ ਭਾਵ ਕੇਂਦਰ ਤੇ ਸੀਗੇ। ਮੈਂ ਉਹਨਾਂ ਨੂੰ ਵਿੱਚ ਰੋਕਿਆ, ਹੁਣ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਜਵਾਬ ਦੇ ਦਿਓ। ਤੁਸੀਂ ਜਦੋਂ ਡਿਬੇਟ ਖਤਮ ਹੋ ਰਹੀ ਹੈ ਤੁਸੀਂ ਰੋਕਿਆ। ਮੈਂ ਜਦੋਂ ਤੁਸੀਂ ਮੈਨੂੰ ਸ਼ੁਰੂ ਕਰਨ ਵਾਸਤੇ ਕਿਹਾ ਸੀਗਾ, ਮੈਂ ਡਿਬੇਟ ਦੀ ਮਰਿਆਦਾ ਰੱਖੀ, ਉਦੋਂ ਮੈਂ ਸਿਰਫ ਓਡਾ ਬੋਲਿਆ ਜਿੰਨਾ ਕਿ ਤੁਸੀਂ ਮੈਂ ਚਾਹੁੰਦੇ ਸੀਗੇ ਕਿ ਮੈਂ ਬੋਲਾਂ। ਜੋ ਤੁਸੀਂ ਮੇਰੇ ਕੋਲੋਂ ਸਵਾਲ ਪੁੱਛਿਆ ਸੀ ਮੈਂ ਉਹਦਾ ਜਵਾਬ ਦਿੱਤਾ, ਕਿਉਂਕਿ ਮੈਂ ਹਮੇਸ਼ਾ ਡਿਬੇਟ ਦੀ ਮਰਿਆਦਾ ਰੱਖਣਾ। ਉਹਦੇ ਬਾਅਦ ਇਹ ਜਿਹੜਾ ਫਿਸ਼ ਮਾਰਕੀਟ ਤੁਸੀਂ ਇੱਥੇ ਲੱਗਣ ਦਿੱਤਾ ਸਪੋਕਸਮੈਨ ਦੇ ਉੱਤੇ, ਤੇ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ 4-4 ਵਾਰ ਰਿਪੀਟ ਕੀਤੀਆਂ ਨੇ ਜਗਜੀਤ ਜੀ ਨੇ, ਇਹ ਕਿਹੜਾ ਡਿਬੇਟ ਦਾ ਤਰੀਕਾ ਹੈਗਾ? ਨਹੀਂ, ਮੈਂ ਤਾਂ ਇਸ ਗੱਲ ਦੇ ਵਿੱਚ ਮੈਂ ਤਾਂ ਆਪ ਕਿਹਾ ਉਹਨਾਂ ਨੂੰ ਕਿ ਰੈਪੀਟੀਸ਼ਨ ਹੋ ਰਹੀ ਹੈ, ਮੈਂ ਰੋਕਿਆ। ਦੇਖੋ ਨਹੀਂ ਕਿਹਾ ਹੈ ਤੇ ਇਟ ਇਜ਼ ਟੂ ਲੇਟ ਨਾਓ। ਤੁਸੀਂ ਇੱਕ ਸਵਾਲ ਪੁੱਛਦੇ ਹੋ, ਇੱਕ ਦਾ ਜਵਾਬ ਹੁੰਦਾ, ਸਾਰੇ ਉਹਦੇ ਉੱਤੇ ਡਿਬੇਟ ਕਰਦੇ ਨੇ। ਇੱਥੇ ਤੇ ਤੁਸੀਂ ਇਹਨਾਂ ਨੂੰ ਮੌਕਾ ਦੇ ਦਿੱਤਾ ਡਾਇਟਰਾਈਬ ਕਹਿਣ ਦਾ, ਉਹ ਵੀ ਡਬਲ ਟਾਈਪ। ਪਰ ਹੁਣ ਵੀ ਆਪਾਂ ਦੂਜੇ ਪਾਸੇ ਜਾ ਰਹੇ ਹਾਂ। ਤੁਸੀਂ ਕਿਹਾ ਸੀਗਾ ਬੋਲੋ। ਐਨੀਵੇ ਚਲੋ, ਜੋ ਵੀ ਗੱਲਾਂ ਹੋਈਆਂ, ਹੁਣ ਮੈਂ ਤੁਹਾਨੂੰ ਦੱਸਾਂ ਆਰਡੀਐਫ। ਉਹ ਜੋ ਗੱਲ ਕਰ ਰਹੇ ਸੀਗੇ ਆਰਡੀਐਫ ਦੇ ਪੈਸੇ ਜਿਹੜੇ 2% ਦੀ ਗੱਲ ਹੈ ਨਾ, ਉਹ ਵੀ ਇਹਨਾਂ ਨੇ ਜਾ ਕੇ ਸੈਂਟਰ ਨੂੰ ਕਿਹਾ 2% ਦੀ ਜਗ੍ਹਾ ਸਾਨੂੰ 3% ਦਿਓ। ਉੱਥੇ ਵੀ ਵਿਵਾਦ ਚੱਲ ਰਿਹਾ। ਹਰ ਚੀਜ਼ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਵਿਵਾਦ ਪਾਉਂਦੀ ਹੈ। ਦੂਸਰਾ ਜੋ ਇਹ ਕਹਿ ਰਹੇ ਸੀਗੇ ਕਿ ਪੁਰਾਣੇ ਬਿੱਲ ਜਿਹੜੇ ਉਹ ਕਲੀਅਰ ਨਹੀਂ ਹੋਏ, ਮੈਂ ਜਿਹੜੀ ਤੁਹਾਨੂੰ ਗੱਲ ਪਹਿਲੇ ਕਹੀ ਸੀ ਨਾ ਇੱਕ ਵਾਰ ਕਿ ਜਿਹੜੇ ਪੁਰਾਣੇ ਬਿੱਲਾਂ ਦੀ ਇਹਨਾਂ ਨੇ ਗੱਲ ਕੀਤੀ ਸੀਗੀ, ਉਦੋਂ ਹੀ ਸੈਂਟਰ ਨੇ ਕਹਿਤਾ ਸੀਗਾ ਕਿ ਚਲੋ ਤੁਸੀਂ ਪੁਰਾਣੇ ਬਿੱਲ ਛੱਡ ਦਿਓ, ਜੇ ਹੁਣ ਤੋਂ ਅਸੀਂ ਸ਼ੁਰੂ ਕਰਨੇ ਆ। ਤੇ ਉਹਨਾਂ ਨੂੰ ਉਸ ਟਾਈਮ ਦੇ ਪੈਸੇ ਦਿੱਤੇ ਸੀਗੇ। ਉਹਦੇ ਬਾਅਦ ਜਿਹੜੇ ਪੈਸੇ ਆਨੇ ਸੀਗੇ ਉਹਦੇ ਵਾਸਤੇ ਵੀ ਇਹਨਾਂ ਨੇ ਬਿੱਲਸ ਤੇ ਅਕਾਊਂਟਿੰਗ ਨਹੀਂ ਦਿੱਤੀ, ਤੇ ਅਕਾਊਂਟਿੰਗ ਨਾ ਦੇਣ ਦੇ ਕਾਰਨ ਇਹ ਸੈਂਟਰਲ ਆਡਿਟ ਤੇ ਕੰਟਰੋਲਰ ਜਨਰਲ ਦਾ ਪ੍ਰੋਬਲਮ ਹੁੰਦਾ ਹੈ ਕਿ ਜਦੋਂ ਤੱਕ ਅਕਾਊਂਟ ਨਾ ਹੋਏ ਉਦੋਂ ਤੱਕ ਤੁਸੀਂ ਨੈਕਸਟ ਇੰਸਟਾਲਮੈਂਟ ਦੇ ਨਹੀਂ ਸਕਦੇ। ਪੰਜਾਬ ਨੂੰ ਪੈਸਿਆਂ ਤੋਂ ਵੰਚਿਤ ਰੱਖਣ ਦੇ ਨਾਲ ਸਾਨੂੰ ਕੋਈ ਪੋਲੀਟੀਕਲ ਲਾਭ ਨਹੀਂ ਹੁੰਦਾ ਹੈ। ਸਾਡੇ ਵਾਸਤੇ ਵੀ ਪ੍ਰੋਬਲਮ ਪੈ ਜਾਂਦੀ ਹੈ, ਕਿਉਂਕਿ ਅਸੀਂ ਵੀ ਇੱਥੇ ਪੋਲਿਟਿਕਸ ਦੇ ਵਾਸਤੇ ਹੈਗੇ ਆ, ਲੋਕਾਂ ਦਾ ਮਨ ਜਿੱਤਣ ਵਾਸਤੇ ਹੈਗੇ ਆ। ਇਹ ਐਸੇ ਸਿਚੁਏਸ਼ਨ ਕ੍ਰੀਏਟ ਕਰ ਦਿੰਦੇ ਨੇ ਜਿਹਦੇ ਵਿੱਚ ਸਾਰਾ ਬਲੇਮ ਕਿਸੇ ਦੇ ਉੱਤੇ ਦੂਸਰੇ ਦੇ ਉੱਤੇ ਡਾਲ ਦੋ ਤੇ ਇੱਕ ਵਿਕਟਿਮ ਕਾਰਡ ਖਰੀਦ ਲਓ। ਤੇ ਵਿਕਟਿਮ ਕਾਰਡ ਜਿਹੜਾ ਆਮ ਆਦਮੀ ਪਾਰਟੀ ਖੇਡ ਰਹੀ ਹੈ, ਇਹ 2024 ਇਲੈਕਸ਼ਨ ਦੇ ਵਾਸਤੇ ਖੇਡ ਰਹੀ ਹੈ। ਉੱਥੇ ਹੋਣਾ ਤੇ ਕੁਝ ਨਹੀਂ, ਪਰ ਓਡੀ ਦੇਰ ਦੇ ਵਿੱਚ ਪੰਜਾਬ ਦਾ ਪੂਰਾ ਸਤਿਆਨਾਸ਼ ਹੋ ਜਾਣਾ ਹੈ। ਨੈਸ਼ਨਲ ਹੈਲਥ ਮਿਸ਼ਨ ਜਿਹੜੀ ਇਹ ਕਹਿ ਰਹੇ ਸੀਗੇ, ਨੈਸ਼ਨਲ ਹੈਲਥ ਮਿਸ਼ਨ ਇੱਕ ਆਯੁਸ਼ਮਾਨ ਭਾਰਤ ਦੀ ਇੱਕ ਪਾਲਿਸੀ ਹੈ। ਅਗਰ ਤੁਸੀਂ ਉਸ ਪਾਲਿਸੀ ਨੂੰ ਹੀ ਨਿਰਾਦਰ ਕਰਕੇ ਤੇ ਉਹਦੇ ਪੈਸੇ ਜਿਹੜੇ ਨੇ ਇੱਕ ਦੂਸਰੀ ਪਾਲਿਸੀ ਸਟੇਟ ਪਾਲਿਸੀ ਚ ਪਾ ਦੋਗੇ, ਤੇ ਜਦੋਂ ਪਾਲਿਸੀ ਹੀ ਖਤਮ ਹੋ ਗਈ ਉਹਦੇ ਵਾਸਤੇ ਪੈਸੇ ਕਿੱਦਾਂ ਮਿਲ ਸਕਦੇ ਨੇ? ਜਿਹੜੀ ਤੁਹਾਡੀ ਇੱਕ ਪ੍ਰੋਜੈਕਟ ਹੈ ਉਹੀ ਤੁਸੀਂ ਖਤਮ ਕਰਤਾ, ਉਹਦੇ ਵਾਸਤੇ ਪੈਸੇ ਕਿੱਥੋਂ ਦੀ ਮਿਲ ਸਕਦੇ ਨੇ ਤੁਹਾਨੂੰ? ਉਹ ਪੈਸੇ ਜਿਹੜੇ ਨੇ ਉਹ ਅਪਰੂਵ ਹੀ ਆਯੁਸ਼ਮਾਨ ਭਾਰਤ ਦੇ ਵਾਸਤੇ ਹੋਏ ਨੇ। ਇਹ ਹੋ ਗਈ ਤੁਹਾਡੀ ਦੂਸਰੀ ਗੱਲ। ਤੀਸਰੀ ਜਿਹੜੇ ਕਹਿੰਦੇ ਨੇ ਕਿ ਅਸੀਂ ਨਾਂ ਦਿੱਤੇ, ਇਹਨਾਂ ਨੇ 3 ਨਾਂ ਦਿੱਤੇ ਸੀਗੇ, ਹੁਣ ਵੀ ਵੀਸੀ ਲੱਗਿਆ ਹੈ, 3 ਨਾਂ ਇਹਨਾਂ ਨੇ ਦਿੱਤੇ ਸੀਗੇ। 3 ਦੇ ਵਿੱਚੋਂ ਇੱਕ ਟਿਕ ਆਫ ਕੀਤਾ ਗਵਰਨਰ ਨੇ। ਇਹ ਸੋਚ ਸਮਝ ਕੇ ਨਾਂ ਕਿਉਂ ਨਹੀਂ ਦਿੰਦੇ? ਉੱਥੇ ਕਿਹੜਾ ਕੋਈ ਤੀਸਰਾ ਬੰਦਾ ਕੀ ਇਹ ਦੱਸ ਦੇਣ ਕਿ ਹੁਣੇ ਪੀਟੀਯੂ ਦਾ ਲੱਗਿਆ 3 ਨਾਂ ਜਿਹੜੇ ਗਏ ਸੀ ਉਹਦੇ ਵਿੱਚ ਮਿੱਤਲ ਸਾਹਿਬ ਦਾ ਨਾਂ ਹੈਗਾ ਸੀਗਾ ਕਿ ਨਹੀਂ ਹੈਗਾ ਸੀਗਾ? ਇਹਨਾਂ ਨੇ ਹੀ ਨਾਂ ਦਿੱਤਾ ਹੈ, ਉਹੀ ਟਿਕ ਹੋਇਆ। ਤੇ ਇਹ ਆਪਣਾ ਹੋਮਵਰਕ ਕਰਦੇ ਨਹੀਂ ਤੇ ਜਾ ਕੇ ਇਦਾਂ ਕਰ ਦਿੰਦੇ ਨੇ। ਪ੍ਰਿੰਸੀਪਲ ਦੀ ਇਹਨਾਂ ਨੇ ਗੱਲ ਕੀਤੀ, ਅਗਰ ਗਵਰਨਰ ਸਾਹਿਬ ਨੇ ਪੁੱਛ ਹੀ ਲਿਆ ਸੀਗਾ ਕਿ ਪ੍ਰਿੰਸੀਪਲ ਜਿਹੜੇ ਨੇ ਉਹ ਕਾਹਦੇ ਵਾਸਤੇ ਜਾ ਰਹੇ ਨੇ, ਤੇ ਏਡੀ ਵੱਡੀ ਗੱਲ ਕੀ ਸੀਗੀ? ਉਹਨਾਂ ਦੀ ਕਿਸੇ ਵੀ ਚਿੱਠੀ ਦਾ ਜਵਾਬ ਨਹੀਂ ਦਿੰਦੇ। ਅਗਰ ਤੁਸੀਂ ਜਵਾਬ ਨਹੀਂ ਦੇਣਾ ਤੇ ਘੱਟ ਤੋਂ ਘੱਟ ਉਹਦੇ ਚ ਇਹ ਤੇ ਲਿਖ ਦਿਓ that you are not competent to ask this question, please we are not going to answer it। RTI ਦੇ ਵਿੱਚ ਅਗਰ ਮੈਂ ਇਹਨਾਂ ਨੂੰ ਇਹੋ ਹੀ ਸਵਾਲ ਪੁੱਛ ਲਵਾਂ, ਇਹਨਾਂ ਨੂੰ ਉਹਦਾ ਜਵਾਬ ਦੇਣਾ ਪਏਗਾ। ਤੇ ਉਹ ਪ੍ਰਿੰਸੀਪਲ ਨੂੰ ਜੋ ਇਹਨਾਂ ਨੇ ਸਿਖਾ ਕੇ ਲੈ ਕੇ ਆਏ ਨੇ, ਉਹਨਾਂ ਨੇ ਕੀ ਕਰ ਦਿੱਤਾ ਪੰਜਾਬ ਵਾਸਤੇ ਹੁਣ ਤੱਕ? ਐਵੇਂ ਹਰ ਚੀਜ਼ ਦੇ ਵਿੱਚ ਕਦੀ ਗਵਰਨਰ ਨਾਲ ਵਿਵਾਦ ਕਰ ਲਓ, ਕਦੀ ਕਾਂਗਰਸ ਦੇ ਬੰਦੇ ਫੜ ਲਓ, ਕਦੀ ਸੈਂਟਰ ਨਾਲ ਵਿਵਾਦ ਕਰ ਲਓ, ਕਦੀ ਐਸਜੀਪੀਸੀ ਨਾਲ ਵਿਵਾਦ ਕਰ ਲਓ, ਗੰਦੇ ਸ਼ਬਦ ਬੋਲੋ ਜਾ ਕੇ ਉੱਥੇ ਵਿਧਾਨ ਸਭਾ ਦੇ ਵਿੱਚ, ਲੋਕਾਂ ਦੀ ਬੇਇੱਜ਼ਤੀ ਕਰੋ। ਇਹ ਕੋਈ ਤਰੀਕਾ ਹੈ ਇੱਕ ਗਵਰਨਮੈਂਟ ਨੂੰ ਚਲਾਉਣ ਦਾ? ਇਹ ਕਿਹੜੇ ਤਰੀਕੇ ਦੇ ਨਾਲ ਇਹ ਗਵਰਨਮੈਂਟ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ? ਬਾਕੀ ਇਹ ਜਿਹੜੀ ਗੱਲ ਸੀਗੀ ਅਰਸ਼ਪ੍ਰੀਤ ਖਡਿਆਲ ਜੀ ਨੇ ਕਹੀ, ਬੇਸਿਕਲੀ ਆਰਡੀਐਫ ਦੇ ਪੈਸੇ ਇਸ ਵਾਸਤੇ ਨਹੀਂ ਦਿੱਤੇ, ਉਦੋਂ ਵੀ ਮਿਸਯੂਜ਼ ਆਫ ਫੰਡ ਦਾ ਪ੍ਰੋਬਲਮ ਸੀਗਾ, ਹੁਣ ਤੇ ਬਿਲਕੁਲ ਹੀ ਜ਼ਿਆਦਾ ਮਿਸਯੂਜ਼ ਦਾ ਫੰਡ ਦਾ ਪ੍ਰੋਬਲਮ ਹੈਗਾ। ਸੋ ਜਦੋਂ ਇਹ ਮਿਸਯੂਜ਼ ਕਰ ਰਹੇ ਨੇ, ਇਹ ਕਿਸੇ ਚੀਜ਼ ਦਾ ਅਕਾਊਂਟ ਨਹੀਂ ਦਿੰਦੇ, ਕਿਸੇ ਨੂੰ ਜਵਾਬ ਨਹੀਂ ਦਿੰਦੇ, ਕਿਸੇ ਦੀ ਮਰਿਆਦਾ ਨਹੀਂ ਰੱਖਦੇ, ਆਪਣੇ ਹੀ ਇੱਕ ਲੈਵਲ ਦੇ ਉੱਤੇ ਚੱਲੀ ਜਾ ਰਹੇ ਨੇ। ਦੱਸੋ ਐਸੀ ਗਵਰਨਮੈਂਟ ਦੇ ਨਾਲ ਕੋਈ ਕਿੱਦਾਂ ਡੀਲ ਕਰ ਸਕਦਾ ਹੈ ਜਿਹੜੀ ਬਿਲਕੁਲ ਹੀ ਮਤਲਬ ਸੋਸ਼ਲੀ ਵੀ ਕਰਪਟ ਹੈ, ਮੈਂਟਲੀ ਕਰਪਟ ਹੈ ਤੇ ਕੰਮ ਦੇ ਵਿੱਚ ਕਰਪਟ ਹੈ, ਜਿਹਦਾ ਮਕਸਦ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੇਜਰੀਵਾਲ ਸਾਹਿਬ ਜੋ ਕਹਿ ਦੇਣ ਉਹ ਅਸੀਂ ਕਰ ਲਈਏ। ਹੁਣ ਇਹ ਮੈਨੂੰ ਇਹ ਦੱਸਣ ਕਿ ਇਹਨਾਂ ਨੇ ਉਹ ਦਿੱਲੀ ਦੀ ਲੇਡੀ ਕਿਉਂ ਲਗਾਤੀ ਹੈ ਸੈਕੰਡਰੀ ਐਜੂਕੇਸ਼ਨ ਦੇ ਵਿੱਚ? ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਮਿਲਦਾ ਨਹੀਂ?
ਹੁਣ ਤੁਸੀਂ ਦੇਖੋ ਸਾਰੇ ਐਮਪੀ ਇਹਨਾਂ ਨੇ ਜਿਹੜੇ ਨੇ ਉਹ ਬਾਹਰੋਂ ਭੇਜੇ ਨੇ। ਹੁਣ ਇਹਨਾਂ ਨੇ ਚਾਂਸਲਰ ਦੀ ਗੱਲ ਕਰਨੀ ਹੈ ਤੇ ਸਾਰੇ ਦੇ ਸਾਰੇ ਚਾਂਸਲਰ ਇਹਨਾਂ ਨੇ ਬਾਹਰੋਂ ਮੰਗਵਾ ਲੈਣੇ ਨੇ, ਤੇ ਪੰਜਾਬ ਦਾ ਕੀ ਰਹਿ ਗਿਆ ਇੱਥੇ? ਤੇ ਉਹ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਦੇ ਬਾਹਰ ਪੱਤੇ ਸੀਗੇ, ਲੋਕਾਂ ਦੇ ਨਾਲ ਗੱਲਬਾਤ ਸੀਗੀ, ਉਹ ਵੀ ਖਤਮ ਹੋ ਜਾਣੀ ਹੈ। ਇਹ ਮਤਲਬ ਵਾਟ ਆਰ ਦੇ ਡੂਇੰਗ? ਇਹਨਾਂ ਨੇ ਸੱਤਿਆਨਾਸ਼ ਕਰ ਦੇਣਾ ਹੈ ਪੰਜਾਬ ਦਾ, ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਹਨਾਂ ਨੂੰ ਆਪਣੇ ਆਪ ਹੀ ਆਪਣੀ ਇਹਨਾਂ ਦੀ ਬੁੱਧੀ ਕੋਈ ਦੇ ਦੇ, ਪਰਮਾਤਮਾ ਹੀ ਦੇ ਦੇ ਤੇ ਠੀਕ ਗੱਲ ਹੈ। ਅਦਰਵਾਈਜ਼ ਮੈਨੂੰ ਤੇ ਲੱਗਦਾ ਹੈ ਕਿ ਬਹੁਤ ਬੁਰਾ ਹਾਲ ਹੋ ਜਾਣਾ ਹੈ। ਤੇ ਨਾਲ ਜਿਹੜੇ ਇਹ ਹੈਗੇ ਨੇ ਨਾ ਜਸਟੇਨ ਜੀ, ਦੇਖੋ ਦੂਸਰੇ ਬੰਦਿਆਂ ਨੂੰ ਵੀ ਕੁਝ ਆਂਦਾ ਹੈ। ਤੁਸੀਂ ਕੋਈ ਉਤੋਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਆਏ ਹੋਏ ਹੋ ਕਿ ਦੂਸਰੇ ਜਿਹੜੇ ਨੇ ਇੱਥੇ ਸਾਰੇ ਬੇਵਕੂਫ ਬੈਠੇ ਹੋਏ ਨੇ। ਤੁਸੀਂ ਵੀ ਥੋੜੀ ਆਪਣੀ ਜਿਹੜੀ ਡਿਬੇਟ ਕਰ ਰਹੇ ਹੋ ਨਾ, ਮੇਰੇ ਨਾਲ ਤੇ ਪਹਿਲਾਂ ਹੀ ਬੈਠੇ ਹੋ, ਉਹਦੇ ਤੌਰ ਤਰੀਕੇ ਠੀਕ ਕਰ ਲਓ। ਹਾਂਜੀ ਜਸਤੇਜ ਜੀ, ਇੱਕ ਵਾਰ ਇਹਨਾਂ ਨੂੰ ਜਵਾਬ ਦੇ ਲੈਣ ਦਿਓ। ਮੈਂ ਆ ਗਿਆ ਖੜਿਆਲ ਸਾਹਿਬ, ਇਹਨਾਂ ਨੂੰ ਜਵਾਬ ਦੇ ਲੈਣ ਦਿਓ। ਜਸਤੇਜ ਜੀ ਜਵਾਬ ਛੋਟਾ ਰੱਖਿਓ ਬਸ। ਮੈਂ ਪਹਿਲਾਂ ਦੱਸ ਰਿਹਾ, ਮੈਂ ਬਾਰ-ਬਾਰ ਇੱਕ ਗੱਲ ਦੱਸ ਰਿਹਾ ਕਿ ਆਰਡੀਐਫ ਜਿਹੜਾ ਹੈ 2021 ਤੋਂ ਪਹਿਲਾਂ ਹੀ ਇਨਫੈਕਟ ਬੰਦ ਕਰ ਦਿੱਤਾ ਗਿਆ ਸੀਗਾ। 2021 ਦਾ 17 18 ਇਹ ਇਹਨਾਂ ਨੂੰ ਮੈਂ ਕਰੈਕਟ ਕਰ ਦਿੰਦਾ ਕਿ ਵੀ ਹਾਂਜੀ ਇਹ 17 18 19 ਤੇ 21 ਦਾ ਜਿਹੜਾ ਆਰਡੀਐਫ ਉਹ ਬੰਦ ਪਿਆ, ਤੇ ਹੁਣ ਐਟ ਪ੍ਰੈਜ਼ੈਂਟ ਵੀ ਉਹ ਪ੍ਰੋਬਲਮ ਪਾ ਰਹੇ ਆ। ਸੋ ਟੋਟਲ ਮਿਲਾ ਕੇ ਇਹ ਅਕਾਊਂਟ 3600 ਕਰੋੜ ਦੇ ਆਸ-ਪਾਸ ਦਾ ਹੈਗਾ। ਦੂਜੀ ਗੱਲ ਹਰਬੰਸ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਵੀ ਠੀਕ ਹੈ, ਮੈਂ ਕੋਈ ਵੀ ਆਪਣੀ ਕੋਈ ਗਲਤ ਕਹਿ ਰਹੇ ਨੇ, ਕੋਈ he is speaking a white lie, he is speaking a white lie on your channel। ਇਹ ਅਰਸ਼ਪ੍ਰੀਤ ਖੜਿਆਲ ਜੀ ਬੈਠੇ, ਇਹਨਾਂ ਨੂੰ ਪੁੱਛੋ ਕਿ ਕਿਹੜੇ ਤਰੀਕੇ ਨਾਲ ਕੈਪਟਨ ਅਮਰਿੰਦਰ ਉੱਥੋਂ ਦੀ ਆਰਡੀਐਫ ਲੈ ਕੇ ਆਏ ਸੀਗੇ, ਪੁੱਛੋ ਉਹਨਾਂ ਨੂੰ, ਨਾਲ ਬੈਠੇ ਹੋਏ ਨੇ। ਤੁਸੀਂ ਝੂਠ ਨਾ ਬੋਲੋ ਇੱਥੇ ਬੈਠੇ ਜਸਜੀਤ ਜੀ, ਤੁਹਾਨੂੰ ਕੁਝ ਵੀ ਨਹੀਂ ਪਤਾ। ਆ ਲੋ, ਇਹ ਹੈਗਾ ਤੁਹਾਡੇ ਸਾਹਮਣੇ ਖੁੱਲਿਆ ਹੋਇਆ ਆਰਟੀਕਲ, ਠੀਕ ਹੈ ਨਾ? ਆਰਟੀਕਲ ਤੁਸੀਂ ਨਿਊਜ਼ਪੇਪਰ ਇੱਕ ਵਾਰੀ ਪੜ੍ਹੋ, ਤਾਂ ਹੀ ਮੈਂ ਤੁਹਾਨੂੰ ਕਹਿੰਦਾ ਕਿ ਵੀ ਤੁਸੀਂ ਮੇਰੇ ਉੱਪਰ ਆਰਟੀਕਲ ਕ੍ਰੈਡੀਬਲ ਸੋਰਸ ਹੁੰਦੀ ਹੈ ਜੀ, ਆਰਟੀਕਲ ਕ੍ਰੈਡੀਬਲ ਸੋਰਸ ਹੈ। ਇਹ ਟ੍ਰਿਬਿਊਨ ਹੈ ਜੀ, ਟ੍ਰਿਬਿਊਨ। ਆ ਲੋ ਕਿਹੜੇ ਨੇ ਇੱਥੇ? ਹੁਣ ਮੈਂ ਇਹਦੇ ਉੱਤੇ ਪੜਾਂਗਾ ਤੁਹਾਡੇ ਕੋਲੋਂ ਆਰਟੀਕਲ। ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ 21 ਤੱਕ ਸਾਰਾ ਟ੍ਰਾਂਸਫਰ ਜਿਹੜਾ ਉਹ ਕਲੀਅਰ ਕੀਤਾ ਹੋਇਆ ਹੈ। ਤੁਸੀਂ ਕਿਹਾ ਸੀਗਾ ਕਿ ਸਾਡਾ ਅਸੀਂ ਇਹ ਪੁਰਾਣੇ ਬਿਲਸ ਨਹੀਂ ਦੇ ਸਕਦੇ, ਉਹ ਵੀ ਆਰਡੀਐਫ ਦੇਤਾ ਸੀਗਾ। ਆਰਡੀਐਫ ਪਿਛਲੇ ਸਿਰਫ 2 ਵਾਰਾਂ ਦਾ ਆਰਡੀਐਫ ਬੰਦ ਹੈ, ਉਹ ਵੀ ਇਸ ਵਾਸਤੇ ਕਿ ਤੁਸੀਂ 2 ਵਾਰ ਦੇ ਵਾਸਤੇ ਬਿੱਲ ਨਹੀਂ ਦਿੱਤੇ। 3600 ਰੁਪਏ 4 ਸਾਲ ਦਾ ਆਰਡੀਐਫ ਨਹੀਂ ਬੰਦਾ। ਕੀ ਗੱਲਾਂ ਕਰਦੇ ਹੋ ਇੱਥੇ ਬਹਿ ਕੇ? ਝੂਠ ਨਾ ਬੋਲੋ। ਮੇਰੀ ਗੱਲ ਸੁਣੋ, ਆਏ ਹੋਏ ਉੱਥੇ ਆ ਕੇ ਝੂਠ ਬੋਲਣ ਦੇ ਵਾਸਤੇ ਤੁਸੀਂ ਸਾਨੂੰ ਗਵਰਨਮੈਂਟ ਦੀ। ਅੱਛਾ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਧਾਲੀਵਾਲ ਸਾਹਿਬ ਇਹਨਾਂ ਨੇ ਲਾਸਟ ਮੰਥ ਕਿਹਾ ਸੀਗਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ, ਗਏ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਗਰ ਇਹ ਸੁਪਰੀਮ ਕੋਰਟ ਚਲੇ ਗਏ ਨਾ, ਉੱਥੋਂ ਜੁੱਤੇ ਪੈਣਗੇ ਇਹਨਾਂ ਨੂੰ for not giving the right accounts and for misusing of funds। ਇਸ ਵਾਸਤੇ ਸੁਪਰੀਮ ਕੋਰਟ ਨਹੀਂ ਜਾ ਰਹੇ। ਜਿਹੜੀ ਏਡੀ ਵੱਡੀ ਅਰਸ਼ਪ੍ਰੀਤ ਖੜਿਆਲ ਤੇ ਇਹਨਾਂ ਦੀ ਲੜਾਈ ਹੋਈ ਸੀਗੀ ਨਾ, ਉਹ ਕਿਸੇ ਬੁਨਿਆਦ ਦੀ ਨਹੀਂ ਹੈ। ਇਹਨਾਂ ਨੇ ਬਿਲਕੁਲ ਨਹੀਂ ਜਾਣਾ ਸੁਪਰੀਮ ਕੋਰਟ, ਇਹਨਾਂ ਨੂੰ ਪਤਾ ਉੱਥੋਂ ਦੀ ਇਹਨਾਂ ਨੂੰ ਛਿੱਤਰ ਪੈਣਗੇ। ਵਾਕਈ ਗੱਲ ਸਹੀ ਹੈ ਜਸਤੇਜ ਜੀ, ਵਾਕਈ ਅਦਾਲਤ ਨਹੀਂ ਜਾਣਾ। ਨਹੀਂ ਨਵਜੋਤ ਜੀ, ਉਹੀ ਨਹੀਂ ਜਾਣਾ। ਇਹਨਾਂ ਨੇ ਲਾਸਟ ਈਅਰ ਧਮਕੀ ਦਿੱਤੀ, ਲਾਸਟ ਮੰਥ ਦੀ 16 ਤਰੀਕ ਨੂੰ ਇਹਨਾਂ ਨੇ ਧਮਕੀ ਦਿੱਤੀ ਸੀਗੀ ਕਿ ਅਸੀਂ ਸੁਪਰੀਮ ਕੋਰਟ ਚਲੇ ਜਾਵਾਂਗੇ। 1 ਮਹੀਨਾ ਨਿਕਲ ਗਿਆ, ਇਹ ਗਏ ਕਿਉਂ ਨਹੀਂ ਸੁਪਰੀਮ ਕੋਰਟ? ਇਸ ਵਾਸਤੇ ਨਹੀਂ ਗਏ ਕਿਉਂਕਿ ਇਹਨਾਂ ਨੂੰ ਉੱਥੇ ਛਿੱਤਰ ਪੈਣਗੇ। ਕਿਉਂਕਿ ਇਹਨਾਂ ਨੂੰ ਪਤਾ ਹਰ ਗੱਲ ਦਾ ਜਵਾਬ ਮਿਲ ਜਾਣਾ। ਸੁਪਰੀਮ ਕੋਰਟ ਜਾਣ, ਸੁਪਰੀਮ ਕੋਰਟ ਸਾਰਾ ਕੁਝ ਸਾਫ਼ ਹੋ ਜਾਏਗਾ। ਗਏ ਨਾ ਜਦੋਂ ਅਸੀਂ ਜਾਓ ਨਾ, ਜਾਓ ਜਾਓ ਜਾਓ। ਮੈਂ ਤਾਂ ਤੁਹਾਨੂੰ ਕਹਿੰਦਾ ਅੱਜ ਹੀ ਜਾਓ, ਅੱਜ ਹੀ ਜਾਓ। ਇੱਥੇ ਆ ਕੇ ਲੋਕਾਂ ਦਾ ਟਾਈਮ ਨਾ ਵੇਸਟ ਕਰੋ ਝੂਠ ਬੋਲ ਕੇ। ਇਹ ਪਟੀਸ਼ਨ ਨੂੰ ਲੋਕਾਂ ਦਾ ਟਾਈਮ ਨਾ ਵੇਸਟ ਕਰੋ। ਚਲੋ ਖੜਿਆਲ ਸਾਹਿਬ ਕੁਝ ਕਹਿਣਾ ਚਾਹ ਰਹੇ, ਉਹਨਾਂ ਦੀ ਗੱਲ ਖੜਿਆਲ ਸਾਹਿਬ ਨੂੰ ਗੱਲ ਰੱਖਣ ਦਿਓ, ਕੁਝ ਕਹਿਣਾ ਚਾਹ ਰਹੇ। ਹਾਂਜੀ ਖੜਿਆਲ ਸਾਹਿਬ। ਧੰਨਵਾਦ ਧਾਲੀਵਾਲ ਸਾਹਿਬ, ਮੈਂ ਉਮੀਦ ਕਰਦਾ ਮੈਨੂੰ ਅਨਇੰਟਰਪਟਡ ਟਾਈਮ ਮਿਲੂਗਾ। ਤੇ ਪਹਿਲੀ ਗੱਲ ਤਾਂ ਧਾਲੀਵਾਲ ਸਾਹਿਬ ਜਿਹੜੇ ਇੱਥੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਬੈਠੇ ਹੈ, ਕਹਿੰਦੇ ਅੱਜ ਬੜੇ ਪਰਟੀਨੈਂਟ ਬਿਲਸ ਪਾਸ ਹੋਏ ਆ। ਅੱਛੀ ਗੱਲ ਹੈ ਜੇ ਪਰਟੀਨੈਂਟ ਬਿਲਸ ਪਾਸ ਹੋਏ ਹੈ, ਤੇ ਜੇ ਇੰਨੇ ਪਰਟੀਨੈਂਟ, ਇੰਨੀ ਰੈਲੇਵੈਂਟ, ਇੰਨੇ ਇੰਪੋਰਟੈਂਟ ਹੈ, ਤਾਂ ਕੀ ਤੁਹਾਨੂੰ ਡਿਬੇਟ ਤੇ ਡਿਸਕਸ਼ਨ ਪ੍ਰੋਪਰ ਨਹੀਂ ਕਰਾਉਣੀ ਚਾਹੀਦੀ ਸੀ? ਉੱਥੇ ਕਰ ਲਿਆ ਨਾ ਆਪਦੇ ਆਪ ਨੂੰ ਐਕਸਪੋਜ਼। ਦੂਜੀ ਗੱਲ, ਤੁਸੀਂ ਦੇਖੋ ਆਮ ਆਦਮੀ ਪਾਰਟੀ ਨੂੰ ਨਾ ਵਾਟ ਅਬਾਊਟਰੀ ਦੀ ਆਦਤ ਹੋ ਚੁੱਕੀ ਹੈ। ਧਾਲੀਵਾਲ ਸਾਹਿਬ, ਵਾਟ ਅਬਾਊਟਰੀ ਹੁੰਦੀ ਹੈ? ਵਾਟ ਅਬਾਊਟਰੀ ਹੁੰਦੀ ਹੈ ਕਿ ਜਦੋਂ ਤੁਹਾਨੂੰ ਸਵਾਲ ਪੁੱਛਿਆ ਜਾਵੇ, ਤੁਸੀਂ ਦੂਜੀ ਪਾਰਟੀ ਦੇ ਸਵਾਲ ਖੜਾ ਕਰ ਦਿਓ, ਪੁਰਾਣੀਆਂ ਗੱਲਾਂ ਕਰਨ ਲੱਗ ਜਾਓ, ਉਹਦੇ ਨਾਲ ਸਮਾਧਾਨ ਨਹੀਂ ਮਿਲਦਾ। ਸਰਕਾਰ ਤੁਹਾਡੀ, ਲੋਕਤੰਤਰ 'ਚ ਜ਼ਿੰਮੇਵਾਰੀ ਤੁਹਾਡੀ ਜਵਾਬ ਦੇਣ ਦੀ। ਸੋ ਜਦੋਂ ਇਹਨਾਂ ਨੇ ਕਿਹਾ ਵੀ ਮੋਦੀ ਸਾਹਿਬ, ਜਦੋਂ ਇਹਨਾਂ ਦੇ ਸੀਐਮ ਸਾਹਿਬ ਦੀ ਗੱਲ ਹੋ ਰਹੀ ਸੀ, ਜੋ ਸ਼ਬਦਾਂ ਦਾ ਪ੍ਰਯੋਗ ਕੀਤਾ, ਇਹਨਾਂ ਨੇ ਮੋਦੀ ਸਾਹਿਬ ਦੀ ਗੱਲ ਕਰਤੀ, ਜੋ ਵੈਸਟ ਬੰਗਾਲ ਸ਼ਬਦ ਵਰਤੇ। ਮੈਂ ਕਹੂੰਗਾ ਫਿਰ ਤੋਂ 2 ਗਲਤ ਇੱਕ ਸਹੀ ਨਹੀਂ ਬਣਾਉਂਦੇ। ਤੁਹਾਨੂੰ ਇਹਦੇ ਨਾਲ ਕੋਈ ਸ਼ੀਲਡ, ਕੋਈ ਜਸਟੀਫਿਕੇਸ਼ਨ ਨਹੀਂ ਮਿਲਦੀ ਹੈ ਵੀ ਜੇ ਕਿਸੇ ਨੇ ਪਹਿਲਾ ਸ਼ਬਦ ਗਲਤ ਵਰਤੇ ਤਾਂ ਤੁਸੀਂ ਵੀ ਵਰਤੀ ਚੱਲੋ। ਇਹ ਗੱਲ ਸਮਝ ਲਿਆ ਆਮ ਆਦਮੀ ਪਾਰਟੀ, ਤੇ ਇਹ ਗੱਲ ਨੂੰ ਫੋਲੋ ਕਰਨ ਲੱਗ ਜੇ। ਤੀਜੀ ਗੱਲ, ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਗਲਤੀਆਂ ਹੋਈਆਂ, ਕੰਪਲਾਇੰਸ ਨਹੀਂ ਕੀਤੀ ਇਹਨਾਂ ਨੇ, ਇਹ ਚੀਜ਼ ਅੰਡਰਸਟੂਡ ਹੈ। ਮੈਂ ਕਹਿੰਦਾ ਜੇ ਕੰਪਲਾਇੰਸ ਕੀਤੀ ਨਹੀਂ ਕੀਤੀ, ਨਹੀਂ ਮੰਨਣਾ ਚਾਹੁੰਦੇ, ਤੁਹਾਡੀ ਸਰਕਾਰ
ਚੌਕੀਦਾਰ ਤੁਸੀਂ ਹੋ ਪੰਜਾਬ ਦੇ, ਪੰਜਾਬ ਨੂੰ ਪੈਸੇ ਮਿਲਣ, ਪੰਜਾਬ ਵੈਲਫੇਅਰ ਸਟੇਟ ਰਵੇ, ਤੁਹਾਡੀ ਜ਼ਿੰਮੇਵਾਰੀ ਹੈ। ਜੇ ਪੰਜਾਬ 'ਚ ਕੁਝ ਨਹੀਂ ਆਉਂਦਾ, ਪੰਜਾਬ 'ਚ ਕੁਝ ਗਲਤ ਹੁੰਦਾ ਹੈ, ਤਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਉਸ ਪਦ ਤੇ ਬੈਠੇ ਹੋ ਤੇ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਰਿਸਪੌਂਸਿਬਿਲਿਟੀ ਲੈਣ ਨੂੰ ਤਿਆਰ ਨਹੀਂ। ਮੈਂ ਤਾਂ ਕਹੂੰਗਾ ਜਿਹੜੇ ਪੈਸੇ ਸਾਡੇ ਨਹੀਂ ਆਏ, NHM, RDF, ਬਜਟ ਪੈਕੇजेस, ਪ੍ਰੋਜੈਕਟ ਤੇ ਹੋਰ ਚੀਜ਼ਾਂ, ਵੈਲਿਊ ਕੱਟ ਤੇ ਐਗਜ਼ੈਂਪਸ਼ਨ, ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਲਿਕਰ ਚੋਂ 10,000 ਕਰੋੜ ਰੁਪਏ ਕੱਢ ਕੇ ਲਾਵਾਂਗੇ, ਮਾਈਨਿੰਗ ਚੋਂ 20,000 ਕਰੋੜ ਰੁਪਏ ਕੱਢ ਕੇ ਪੰਜਾਬ ਦੇ ਵੈਲਫੇਅਰ ਤੇ ਲਾਵਾਂਗੇ। ਜਿਹੜਾ ਘਾਟਾ ਤੁਹਾਡੇ ਕਰਕੇ ਪਿਆ, ਤੁਹਾਡੀ ਐਰੋਗੈਂਸ, ਅਹੰਕਾਰ ਕਰਕੇ, ਉਹ ਹੁਣ ਆਮ ਆਦਮੀ ਪਾਰਟੀ ਨੇ ਜੋ ਵਾਅਦਾ ਕੀਤਾ ਸੀ ਉਹਦੇ ਥਰੂ ਪੂਰਾ ਕਰੇ। ਇਹਨਾਂ ਨੇ ਤਾਂ ਡੀਜ਼ਲ ਪੈਟਰੋਲ ਦੇ ਰੇਟ ਵਧਾਤੇ, ਬਿਜਲੀ ਦੇ ਵਧਾਤੇ, ਲਾਓ ਨਾ ਹੁਣ ਪੰਜਾਬ ਦੇ ਵੈਲਫੇਅਰ ਤੇ। ਅਗਲਾ ਤੁਸੀਂ ਦੇਖੋ, ਕਹਿੰਦੇ ਆਮ ਆਦਮੀ ਕਲੀਨਿਕ ਦੇ ਨਾਂ ਧਰਤਾ ਤੇ ਫਿਰ ਕੀ ਹੋ ਗਿਆ ਜੀ? ਅਸੀਂ ਮੋਦੀ ਸਾਹਿਬ, ਤੁਸੀਂ ਤਾਂ ਮੋਦੀ ਸਾਹਿਬ ਦਾ ਚਾਹੁੰਦੇ ਸੀ। ਪਹਿਲੀ ਗੱਲ ਧਾਲੀਵਾਲ ਸਾਹਿਬ ਦੇਖੀਏ, ਨਾ ਮੋਦੀ ਸਾਹਿਬ ਦਾ ਨਹੀਂ ਚਾਹਿਆ ਉਹਨਾਂ ਨੇ, ਹੈਲਥ ਐਂਡ ਵੈਲਨੈਸ ਸੈਂਟਰ ਲਈ ਫੰਡ ਸੀਗੇ, ਹੈਲਥ ਐਂਡ ਵੈਲਨੈਸ ਸੈਂਟਰ ਦਾ ਤੁਸੀਂ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਤਾ। ਹੁਣ ਜੇ ਹੈਲਥ ਐਂਡ ਵੈਲਨੈਸ ਸੈਂਟਰ ਹੀ ਨਹੀਂ ਰਿਹਾ, ਬੀਜੇਪੀ ਕਹਿੰਦੀ ਫੰਡ ਕਾਹਦਾ। ਹੁਣ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਦਾ ਕਿ ਆਮ ਆਦਮੀ ਕਲੀਨਿਕ ਤੇ ਆਮ ਆਦਮੀ ਪਾਰਟੀ, ਇਹਦੇ ਵਿੱਚ ਕੋਈ ਸਿਮਿਲੈਰਿਟੀ ਨਹੀਂ ਦਿਖਦੀ? ਆਪਦੀ ਪਾਰਟੀ ਦੇ ਨਾਂ ਤੇ ਤੁਸੀਂ ਕਲੀਨਿਕ ਦਾ ਨਾਮ ਰੱਖਣ ਨੂੰ ਫਿਰਦੇ ਹੋ ਤਾਂ ਕਿ ਕ੍ਰੈਡਿਟ ਤੁਹਾਨੂੰ ਮਿਲ ਜੇ। ਇੰਨੇ ਛੋਟੇ ਸਤਰ ਦੀ ਰਾਜਨੀਤੀ ਆਮ ਆਦਮੀ ਪਾਰਟੀ ਨਾ ਕਰੇ, ਐਸਪੈਸ਼ਲੀ ਜਦੋਂ ਉਹਦੇ ਕਰਕੇ ਪੰਜਾਬ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਨ ਟਰਮਸ ਆਫ ਫੰਡ। ਅਗਲਾ ਐਕਸ਼ਨ ਟੇਕਨ ਰਿਪੋਰਟ ਦੀ ਗੱਲ ਹੋਈ ਧਾਲੀਵਾਲ ਸਾਹਿਬ ਕਿ ਆਪਰੇਸ਼ਨ ਲੋਟਸ ਤੇ ਤੁਸੀਂ ਐਕਸ਼ਨ ਕੀ ਲਿਆ? ਕਿਉਂਕਿ ਤੁਹਾਨੂੰ ਯਾਦ ਹੈ ਧਾਲੀਵਾਲ ਸਾਹਿਬ, ਇਹਨਾਂ ਨੇ ਨਾ ਕੌਨਫੀਡੈਂਸ ਮੋਸ਼ਨ ਬੁਲਾਇਆ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ, ਸਪੈਸ਼ਲੀ ਇੱਕ ਦਿਨ ਦੇ ਵਿਧਾਨ ਸਭਾ ਸੈਸ਼ਨ ਤੇ 70 ਲੱਖ ਤੋਂ ਜ਼ਿਆਦਾ ਰੁਪਏ ਦਾ ਖਰਚਾ ਆਉਂਦਾ ਹੈ। ਹੁਣ ਕੌਨਫੀਡੈਂਸ ਮੋਸ਼ਨ ਦੀ ਪ੍ਰੋਵੀਜ਼ਨ ਕੋਈ ਹੈ ਨਹੀਂ। ਇਹ ਜਸਤੇਜ ਜੀ ਵੀ ਵਕੀਲ ਨੇ, ਮੈਂ ਵੀ ਵਕੀਲ ਹਾਂ, ਤੇ ਮੈਨੂੰ ਇਹ ਪ੍ਰੋਵੀਜ਼ਨ ਦੱਸ ਦੇਣ ਕੌਨਫੀਡੈਂਸ ਮੋਸ਼ਨ ਦੀ, ਕਿਉਂਕਿ ਐਗਜ਼ਿਸਟ ਹੀ ਨਹੀਂ ਕਰਦੀ। ਨੋ ਕੌਨਫੀਡੈਂਸ ਮੋਸ਼ਨ ਦੀ ਐਗਜ਼ਿਸਟ ਕਰਦੀ ਹੈ ਵੀ ਤੁਹਾਡੇ ਕੋਲ ਸਰਕਾਰ ਕੋਲੇ ਕੌਨਫੀਡੈਂਸ ਨਹੀਂ, ਤੁਹਾਡੇ ਕੋਲ ਐਮਐਲਏਜ਼ ਨਹੀਂ ਰਹੇ, ਸਰਕਾਰ ਡਿੱਗਦੀ ਹੈ, ਨੋ ਕੌਨਫੀਡੈਂਸ ਮੋਸ਼ਨ ਪਾਓ। ਲੇਕਿਨ ਫਿਰ ਵੀ ਕੌਨਫੀਡੈਂਸ ਮੋਸ਼ਨ ਪਾਇਆ ਤੇ ਸਾਡਾ ਇੱਕ ਤਾਂ ਪੈਸਾ ਖਰਾਬ ਹੋ ਜਾਂਦਾ, ਕਿਉਂਕਿ ਜ਼ਰੂਰਤ ਨਹੀਂ ਸੀ, ਪ੍ਰੋਵੀਜ਼ਨ ਨਹੀਂ ਸੀ। ਤੇ ਲੇਕਿਨ ਜੇ ਤੁਸੀਂ ਕਹਿੰਦੇ ਹੋ ਵੀ 25 50 ਕਰੋੜ ਰੁਪਏ ਆਫਰ ਹੋਇਆ, ਕਹਿੰਦੀ ਅਨਇੰਟਰਪਟਡ ਟਾਈਮ ਦਿਓ। ਜੇ ਕਹਿੰਦੇ ਹੋ ਕਿ ਗਲਤ ਹੋਇਆ, ਤੁਹਾਡੇ ਐਮਐਲਏ ਨੂੰ ਪੈਸਾ ਆਫਰ ਕੀਤਾ ਗਿਆ, ਬ੍ਰਾਈਬ ਆਫਰ ਕੀਤੀ, ਤਾਂ ਪਰਚਾ ਤਾਂ ਦਿੱਤੇ ਇੰਨਾ ਟਾਈਮ ਹੋ ਗਿਆ, ਤੁਹਾਡੇ ਤੋਂ ਇੱਕ ਵੀ ਬੰਦਾ ਅਰੈਸਟ ਹੋਇਆ ਬੀਜੇਪੀ ਦਾ? ਤੁਹਾਡੇ ਤੋਂ ਕੋਈ ਕਾਰਵਾਈ ਹੋਈ? ਤੁਹਾਡੇ ਤੋਂ ਬੰਦੇ ਚੱਕ ਕੇ ਹਵਾਲਾ ਦਿੱਤੇ ਗਏ? ਉਹਦਾ ਜਵਾਬ ਹੈ ਬਿਲਕੁਲ ਨਹੀਂ। ਇੱਥੋਂ ਆਮ ਆਦਮੀ ਪਾਰਟੀ ਫਿਰ ਆਪਦੇ ਆਪ ਨੂੰ ਐਕਸਪੋਜ਼ ਕਰਦੀ ਹੈ, ਆਪਦਾ ਝੂਠ ਖੁੱਲ੍ਹੇਆਮ ਸ਼ਰੇਆਮ ਐਕਸਪੋਜ਼ ਕਰਵਾਉਂਦੀ ਹੈ। ਤੁਸੀਂ ਇਹ ਦੇਖੋ ਧਾਲੀਵਾਲ ਸਾਹਿਬ ਕਿ ਮੈਂ ਜਸਤੇਜ ਜੀ ਨੂੰ ਪੁੱਛਦਾ, ਇਹ ਡਿਬੇਟ ਦੇ ਵਿੱਚ ਇਹ ਚੀਜ਼ ਰਿਕਾਰਡ ਕਰੋ ਤੇ ਵਾਰ-ਵਾਰ ਚਲਾਇਓ। ਜਸਤੇਜ ਜੀ, ਜਿਹੜਾ ਪਰਚਾ ਆਪਰੇਸ਼ਨ ਲੋਟਸ ਦੇ ਤਹਿਤ ਤੁਸੀਂ ਬੀਜੇਪੀ ਤੇ ਕੀਤਾ ਵੀ ਸਾਡੇ ਐਮਐਲਏਜ਼ ਨੂੰ ਆਫਰ ਹੋਏ ਪੈਸੇ, ਉਹ ਪਰਚੇ ਦੀ ਡਿਟੇਲ ਦੱਸੋ ਜਰਾ ਕੀ ਹੈ? FIR ਨੰਬਰ, ਡੇਟ ਉਹਦੀ, ਤੇ ਕਿਹੜੇ ਪੁਲਿਸ ਥਾਣੇ ਦੇ ਵਿੱਚ ਹੋਈ ਹੈ, ਤੇ ਇਹ ਡਿਬੇਟ ਦੇ ਵਿੱਚ ਦੱਸੋ ਜੋ ਤੁਹਾਡਾ ਟਾਈਮ ਹੈ। ਫਸਟ ਥਿੰਗ ਫਸਟ। ਅਗਲਾ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਨੇ ਨਾ ਬੇਸਿਕਲੀ ਪ੍ਰਿਵਿਲੇਜ ਮੋਸ਼ਨ ਦੀ ਵੀ ਗੱਲ ਹੋ ਰਹੀ ਸੀ ਧਾਲੀਵਾਲ ਸਾਹਿਬ, ਤੇ ਪ੍ਰਿਵਿਲੇਜ ਮੋਸ਼ਨ ਇਹਨਾਂ ਦੇ ਅਮਿਤ ਰਤਨ ਜੀ ਦੇ ਖਿਲਾਫ, ਇਹਨਾਂ ਦੇ ਵਿਜੇ ਸਿੰਗਲਾ ਜੀ ਦੇ ਖਿਲਾਫ ਪੈਣਾ ਚਾਹੀਦਾ ਸੀਗਾ। ਉਹਨਾਂ ਦੇ ਕਰਪਸ਼ਨ ਦੇ ਕੇਸ ਵੀ ਹੋ ਗਏ, ਉਹ ਤਰੀਕਾ ਵੀ ਭੁਗਤ ਰਹੇ ਹੈ, ਤੇ ਉਹਦੇ ਬਾਵਜੂਦ ਤੁਸੀਂ ਪ੍ਰਿਵਿਲੇਜ ਮੋਸ਼ਨ ਆਪਦੇ ਲੀਡਰਾਂ ਦੇ ਖਿਲਾਫ ਕਿਉਂ ਨਹੀਂ ਪੇਸ਼ ਕਰ ਰਹੇ ਬਈ? ਤੇ ਵਿਜੇ ਸਿੰਗਲਾ ਨੂੰ ਤਾਂ ਆਪ ਸਜ਼ਾ ਦਿੱਤੀ ਸੀ ਤੁਸੀਂ ਮੰਤਰੀ ਪਦ ਤੋਂ ਉਤਾਰ ਕੇ, ਉਹਦੇ ਬਾਵਜੂਦ ਉਹ ਤੁਹਾਡੀ ਆਪਣਾ ਪ੍ਰਿਵਿਲੇਜ ਮੋਸ਼ਨ ਉਹਨਾਂ ਦੇ ਖਿਲਾਫ ਨਾ ਪਾਸ ਕਰਨਾ, ਪਾਰਟੀ ਮੈਂਬਰਸ਼ਿਪ 'ਚ ਰੱਖਣਾ। ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਨਹੀਂ, ਫੁੱਲ ਟੋਲਰੈਂਸ। ਅਗਲਾ ਤੁਸੀਂ ਦੇਖੋ ਕਿ ਮੈਂ ਇੱਕ ਬੇਨਤੀ ਕਰੂੰਗਾ ਇੱਥੇ, ਜਸਤੇਜ ਜੀ ਤੁਸੀਂ ਅੱਜ ਪਹਿਲੀ ਦਫਾ ਬੈਠੇ ਹੋ ਡਿਬੇਟ ਦੇ ਵਿੱਚ, ਕਾਂਗਰਸ ਦਾ ਵੀ ਇਹੀ ਖਿਆਲ ਹੈ ਤੇ ਬੀਜੇਪੀ ਦਾ ਵੀ ਇਹੀ ਖਿਆਲ ਹੈ ਕਿ ਅੱਜ ਆਮ ਆਦਮੀ ਪਾਰਟੀ ਨੇ ਡਿਬੇਟ ਦੀ ਜਿਹੜੀ ਗਰਿਮਾ ਹੈ ਉਹ ਨਹੀਂ ਰੱਖੀ, ਮਾਨ ਮਰਿਆਦਾ ਨਹੀਂ ਰੱਖੀ। ਉਮੀਦ ਕਰਦੇ ਹਾਂ ਜਸਤੇਜ ਜੀ, ਤੁਸੀਂ ਪਹਿਲੀ ਦਫਾ ਆਏ ਹੋ, ਨਵੇਂ ਹੋ, ਇਹ ਡਿਬੇਟ ਦੀ ਮਰਿਆਦਾ ਕਾਇਮ ਰੱਖਿਆ ਕਰੋ, ਸਵਾਲ ਪੁੱਛੋ ਤੇ ਜਵਾਬ ਦਿਆ ਕਰੋ। ਸੋ ਮੈਨੂੰ FIR ਦੀ ਡਿਟੇਲ ਦੱਸ ਦਿਓ ਬਸ। ਦੇਖੋ ਬੜੀ ਹਾਸੋਹੀਣੀ ਸਥਿਤੀ ਹੈ, ਇੱਕ ਆਲ ਰਿਟੋਰਿਕ ਵਿਦਆਊਟ ਐਨੀ ਫੈਕਟਸ। ਮੈਂ ਡਿਟੇਲ ਦੱਸ ਦਿਓ ਬਸ FIR ਮੈਂ ਉਹ ਤੋਂ ਬਾਅਦ ਚੁੱਪ ਕਰ ਦੂੰਗਾ, ਪਲੀਜ਼ ਮੈਂ ਉਹ ਤੋਂ ਬਾਅਦ ਚੁੱਪ ਕਰ ਦੂੰਗਾ। FIR ਦਾ ਨੰਬਰ ਦੱਸੋ। ਗੱਲ ਕੀਤੀ, ਇੱਕ ਗੁਰਦੁਆਰਾ ਐਕਟ ਦੀ ਗੱਲ ਕੀਤੀ, ਧਾਲੀਵਾਲ ਸਾਹਿਬ ਕਹਿੰਦੇ ਦੀ ਗੱਲ ਕੀਤੀ, ਮੈਂ ਉਹਦਾ ਮਿਊਟ ਕਰਕੇ ਭੇਜੂਗਾ ਦੀ ਗੱਲ ਕੀਤੀ, ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ, ਪਰ ਇਹਨਾਂ ਦੋਨਾਂ ਚੋਂ ਕਿਸੇ ਸਪੋਕਸਪਰਸਨ ਦੇ ਕੋਲ FIR ਦਾ ਨੰਬਰ ਨੂੰ ਜਿਹੜੇ ਕਿ ਮੈਂ ਸਾਹਮਣੇ ਰੱਖਿਆ, ਇੱਕ ਮਿੰਟ, FIR ਹੈ ਨਹੀਂ, ਇਹ ਬਚਪਨ ਦਾ FIR ਹੈ ਨਹੀਂ। ਅਸੀਂ ਤਾਂ ਜੀ ਬੱਚੇ ਠੀਕ ਹੈ, ਤੁਸੀਂ ਬਜ਼ੁਰਗ ਹੋ, ਸਾਨੂੰ ਪਤਾ ਹੈ, ਪਰ FIR ਦੇ ਨੰਬਰ ਤਾਂ ਦੱਸ ਦਿਓ। ਯਾਦਾਸ਼ਤ ਕਮਜ਼ੋਰ ਹੋਗੀ ਨਾ ਮੈਂ ਯਾਦ ਕਰਾ ਦਿੰਦਾ, ਯਾਦਾਸ਼ਤ ਕਮਜ਼ੋਰ ਹੋਗੀ ਨਾ ਮੈਂ ਕਰਾ ਦਿੰਦਾ। FIR ਦਾ ਨੰਬਰ ਦੱਸੋ, ਤੁਸੀਂ FIR ਦਾ ਨੰਬਰ ਦੱਸੋ। ਮੈਂ ਚੁੱਪ ਹੈ। FIR ਦਾ ਨੰਬਰ ਹੈ ਆਮ ਆਦਮੀ ਪਾਰਟੀ ਡਿਬੇਟ ਦੇ ਵਿੱਚ ਦੱਸੋ। ਜੇ ਤੁਸੀਂ ਏਦਾਂ ਭੱਜਣਾ ਤਾਂ ਏਦਾਂ ਭੱਜ ਲਓ, FIR ਦਾ ਨੰਬਰ ਦੱਸੋ। ਤੁਹਾਡੇ ਲੀਡਰਾਂ ਨੇ ਕਿਹੜਾ ਪਰਚਾ ਦਿੱਤਾ ਹੈ? ਤੁਹਾਡੇ ਲੀਡਰਾਂ ਨੇ ਕਿਹੜਾ ਪਰਚਾ ਦਿੱਤਾ ਹੈ?
ਤੁਹਾਨੂੰ ਪਤਾ ਪਰਚਾ ਭੱਜਿਆ ਦਿੱਤਾ ਕਿ ਨਹੀਂ ਕੌਣ ਦਿੱਤਾ? ਵਿਧਾਨ ਸਭਾ ਚੋਂ? ਪਰਚਾ ਕੌਣ ਦਿੱਤਾ ਭੱਜਿਆ ਕਿ ਨਹੀਂ ਵਿਧਾਨ ਸਭਾ ਚੋਂ? ਅੱਜ ਪਰਚਾ ਵਿਧਾਨ ਦਿੱਤਾ ਸਭਾ ਕਿ ਤੋਂ ਨਹੀਂ ਕੌਣ ਦਿੱਤਾ? ਭੱਜਿਆ? ਪਰਚਾ ਦਿੱਤਾ ਕਿ ਨਹੀਂ ਕੀਤਾ? ਪਰਚਾ ਕੀਤਾ ਹੈ? ਇਹਨਾਂ ਨੂੰ ਹਾਂ ਮੇਰੇ ਜਾਂ ਨਾ? ਖਿਆਲ ਤੋਂ ਨਾ ਡਿਬੇਟ ਇਹਨਾਂ ਨੂੰ ਪਰਚਾ ਆਦੀ ਨਹੀਂ ਕੀਤਾ ਹੈ? ਕਰਨੀ ਸ਼ਾਇਦ, ਜੇ Operation ਮੈਨੂੰ Lotus ਕਹੇ ਇਹਨਾਂ ਨੂੰ ਪਰਚਾ ਕਿ ਕੀਤਾ ਮੇਰੇ ਹੈ? ਬੈਕਗ੍ਰਾਉਂਡ ਦਾ ਪਤਾ ਨਹੀਂ। ਮੈਂ ਕਹਿੰਦਾ ਕੋਈ ਜਵਾਬ ਨਹੀਂ ਹੈ। ਧਾਲੀਵਾਲ ਸਾਹਿਬ ਅੱਜ ਆਮ ਆਦਮੀ ਪਾਰਟੀ expose ਅੱਛਾ, ਹੋ ਗਈ ਹੈ। ਖੜਿਆਲ ਸਾਹਿਬ, ਪਰਚੇ ਦਾ ਨੰਬਰ ਹੀ ਨਹੀਂ। ਖੜਿਆਲ ਸਾਹਿਬ ਇਹਨਾਂ ਨੂੰ ਜਿਹੜੇ ਸਵਾਲ ਪੁੱਛ ਲਓ, ਮੈਂ ਚੁੱਪ ਕਰ ਜਾਊਂਗਾ। ਸਵਾਲ ਤੁਸੀਂ ਪੁੱਛ ਲਓ। ਤੁਸੀਂ ਬਚਪਨਾ ਕੰਟੀਨਿਊ ਕਰੋ, ਆਪਣਾ ਬਚਪਨਾ। ਧਾਲੀਵਾਲ ਸਾਹਿਬ ਤੁਸੀਂ ਪੁੱਛ ਮੈਂ ਲਓ। ਤੁਹਾਨੂੰ ਉਹੀ ਦੱਸ- ਇਹਨਾਂ ਨੇ ਤੁਹਾਡਾ ਬਜ਼ੁਰਗ ਸਵਾਲ ਨੇ, ਮੈਂ ਕਿਉਂ ਬਜ਼ੁਰਗ ਆਏ ਆ ਪੁੱਛਿਆ? ਸਾਡੀ ਤੁਸੀਂ debate ਪੁੱਛ ਹੀ ਦੇ ਲਿਆ, ਵਿੱਚ। ਤੇ ਹੁਣ ਇਹਦੇ ਵਿੱਚ ਮੇਰੇ ਪੁੱਛਣ ਦਾ ਕੋਈ ਖਾਸ ਮਕਸਦ ਥੋੜ੍ਹੀ ਇਹਨਾਂ ਨੂੰ ਹੈ। ਜਵਾਬ ਨਹੀਂ ਨਾ ਦੇ ਰਹੇ। ਥੋੜਾ ਜਵਾਬ ਨਹੀਂ ਨਾ ਦੇ ਰਹੇ। ਗੱਲ ਉਹ ਤਾਂ ਹੁਣ ਮੈਂ ਇਹ ਉਹ ਤਾਂ ਇਹਨਾਂ ਦੀ ਮਰਜ਼ੀ ਹੈ ਨਾ। ਗੱਲਾਂ ਕਰ ਰਹੇ ਹੈ। ਉਹ ਇਹਨਾਂ ਦੀ ਬਚਪਨੇ ਵਾਲੀਆਂ ਗੱਲਾਂ ਕਰੇ। ਪਹਿਲੀ ਵਾਰੀ ਡਿਬੇਟ ਤੇ ਆਏ ਹੈ, ਪਹਿਲੀ ਵਾਰੀ ਡਿਬੇਟ ਚ ਆਏ, ਸਿੱਖ ਨਾਲ ਡਿਬੇਟ ਕਰੀ ਦੀ ਕਿਵੇਂ ਹੈ? ਤੁਸੀਂ ਮੇਰੀ ਦੂਜੀ ਗੱਲ ਇਹ ਦੱਸੋ ਵੀ ਪਰਚਾ ਜੇ ਹੋਇਆ ਤਾਂ ਉਹਦਾ ਨੰਬਰ ਕੀ ਹੈ? ਤੁਸੀਂ ਕਾਂਗਰਸ ਦੇ ਬਹੁਤ, ਉਹਨਾਂ ਨੂੰ ਪੁੱਛਿਓ ਮੇਰੇ ਬਾਰੇ, ਠੀਕ ਹੈ ਨਾ? ਤੁਹਾਨੂੰ ਪਰਚੇ ਪਤਾ ਦਾ ਨੰਬਰ ਲੱਗੇਗਾ। ਹੈ। ਜਿਹੜਾ ਪਰਚੇ ਦਾ ਨੰਬਰ ਬਚਪਨਾ ਹੈ। ਕਰ ਰਹੇ ਹੋ, ਪਰਚੇ ਦਾ ਤੁਸੀਂ ਨੰਬਰ ਬਚਪਨਾ ਹੈ। ਕੰਟੀਨਿਊ, ਇਹ ਬਚਪਨੇ ਪਰਚੇ ਦਾ ਨੰਬਰ ਹੈ। ਕੀ ਬਚਪਨਾ? ਮੈਂ ਖੜਿਆਲ ਸਾਹਿਬ ਧਾਲੀਵਾਲ ਸਾਹਿਬ, ਇੱਥੇ ਅਸੀਂ ਡਿਬੇਟ ਕਰਨ ਆਏ, ਬਚਪਨਾ ਕਰਨ ਆਏ। ਧਾਲੀਵਾਲ ਸਾਹਿਬ ਅੱਜ ਆਮ ਆਦਮੀ ਪਾਰਟੀ ਕੋਲੇ ਜਵਾਬ ਨਹੀਂ ਹੈ। ਅੱਜ ਐਕਸਪੋਜ਼ ਹੋ ਗਿਆ ਚੰਗੇ ਤਰੀਕੇ ਨਾਲ। ਖੜਿਆਲ ਸਾਹਿਬ, ਮੈਂ ਆਰਡੀਐਸ ਜਸਤੇ ਦੀ ਜੀ ਗੱਲ ਇੱਕ ਮਿੰਟ ਕੀਤੀ ਰੁਕ ਹੈ। ਜਾਓ। ਮੈਂ ਕੁਝ ਚੀਜ਼ਾਂ ਜਿਹੜੀਆਂ ਅੱਜ ਬਿੱਲ ਪਾਸ ਹੋਇਆ, ਮੈਂ ਉਹਦੇ ਨੇੜੇ ਤੇੜੇ ਰਹਿਣਾ ਚਾਹੁੰਦਾ। ਹਾਲਾਂਕਿ ਬਹੁਤ ਪਾਸੇ ਗੱਲਾਂ ਹੋ ਰਹੀਆਂ ਨੇ। ਖੜਿਆਲ ਸਾਹਿਬ, ਜਿਹੜੀ ਡੀਜੀਪੀ ਨੂੰ ਨਿਯੁਕਤ ਕਰਨ ਦਾ, ਡੀਜੀਪੀ ਲਾਉਣ ਦੀ ਜਿਹੜੀ ਪ੍ਰਕਿਰਿਆ ਹੈ, ਉਹਦੇ ਵਿੱਚ ਪੰਜਾਬ ਪੁਲਿਸ ਦੇ ਐਕਟ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਹੈ, ਉਹ ਠੀਕ ਹੈ ਜਾਂ ਗਲਤ ਹੈ? ਪਹਿਲੀ ਗੱਲ, ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਜਦੋਂ ਸੈਂਟਰ ਨੇ ਕਿਹਾ ਕਿ ਤੁਸੀਂ ਸਾਨੂੰ ਪੈਨਲ ਭੇਜੋ, ਜੋ ਪ੍ਰੋਸੀਜਰ ਹੈ, ਪ੍ਰੋਸੈਸ ਹੈ, ਆਮ ਆਦਮੀ ਪਾਰਟੀ ਪਹਿਲਾਂ ਤਾਂ ਜਸਟੀਫਿਕੇਸ਼ਨ ਦੱਸੇ ਵੀ ਇੰਨਾ ਟਾਈਮ ਵਾਰ-ਵਾਰ ਪੁੱਛਣ ਦੇ ਬਾਵਜੂਦ। ਨਹੀਂ, ਮੈਂ ਤਾਂ ਐਕਟ ਦੀ ਗੱਲ ਕੀਤੀ ਹੈ। ਖੜਿਆਲ ਸਾਹਿਬ, ਗੱਲ ਲੰਬੀ ਹੋ ਜਾਏਗੀ ਗੱਲ। ਫਿਰ ਦੂਜੇ ਗੁੱਸਾ ਕਰਦੇ ਆ, ਫਿਰ ਮੇਰੀ ਐਂਕਰਿੰਗ ਦੇ ਸਵਾਲ ਹੁੰਦੇ ਆ, ਬਹੁਤ ਤਰ੍ਹਾਂ ਹੁੰਦੇ ਆ। ਐਕਟ ਤੋਂ ਪਹਿਲਾਂ ਕੀ ਹੋਇਆ ਧਾਲੀਵਾਲ ਸਾਹਿਬ? ਅਮੈਂਡਮੈਂਟ ਤੋਂ ਪਹਿਲਾਂ ਕੀ ਹੋਇਆ? ਆਪਾਂ ਕ੍ਰੋਨੋਲੋਜੀ ਦੇ ਹਿਸਾਬ ਨਾਲ ਚੱਲੀਏ ਨਾ। ਸੈਂਟਰ ਨੇ ਕਿਹਾ ਵੀ ਸਾਨੂੰ ਪੈਨਲ ਭੇਜੋ, ਜੋ ਗਿਵਨ ਲਾਅ ਆਫ ਦਾ ਲੈਂਡ ਹੈ, ਕਿ ਆਮ ਆਦਮੀ ਪਾਰਟੀ ਨੇ ਇਹ ਕੇਂਦਰ ਦੇ ਇਖਤਿਆਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਜਾਂ ਪੰਜਾਬ ਦੇ ਇਖਤਿਆਰ ਦੇ ਵਿੱਚ ਆਉਣਾ ਚਾਹੀਦਾ? ਜਿਸ ਤਰੀਕੇ ਨਾਲ ਮੈਂ ਕਹਿੰਦਾ ਪ੍ਰੋਸੈਸ ਆਫ ਲਾਅ ਕੀ ਹੈ, ਜੋ ਸੰਵਿਧਾਨ ਕਹਿੰਦਾ ਹੈ, ਜੋ ਸਾਡਾ ਲਾਅ ਆਫ ਦਾ ਲੈਂਡ ਕਹਿੰਦਾ, ਉਹ ਚੀਜ਼ ਫੋਲੋ ਹੋਣੀ ਚਾਹੀਦੀ ਹੈ। ਸਾਡਾ ਲਾਅ ਆਫ ਦਾ ਲੈਂਡ ਡਿਮਾਂਡਸ ਕਿ ਜੇ ਸੈਂਟਰ ਨੇ ਪੈਨਲ ਦੀ ਰਿਪੋਰਟ ਮੰਗੀ, ਜੋ ਜੀ ਪਤਾ ਕੀ ਹੈ, ਤੁਸੀਂ ਇਹਨਾਂ ਨੂੰ ਇੱਕ ਵਾਰੀ ਦੇ ਨਾਮ ਭੇਜੋ, ਤੇ ਜੇ ਨਾਮ ਹੀ ਨਹੀਂ ਆਮ ਆਦਮੀ ਪਾਰਟੀ ਸਰਕਾਰ ਭੇਜੀ, ਇੱਕ ਮਿੰਟ ਜੀ, ਤਾਂ ਆਮ ਆਦਮੀ ਪਾਰਟੀ ਜਵਾਬ ਦੇਵੇ ਵੀ ਜਸਟੀਫਿਕੇਸ਼ਨ ਕੀ ਹੈ, ਨਾਮ ਭੇਜਿਆ ਕੋਈ ਤੁਹਾਡੇ ਇੱਕ ਮਿੰਟ ਜਸਤੇਜ ਜੀ, ਇਹਦਾ ਕੋਈ ਜਵਾਬ ਇਹਨਾਂ ਨੂੰ ਜਵਾਬ ਲਓ ਨਾ, ਬਾਰ-ਬਾਰ ਪੁੱਛਣ ਦੇ ਬਾਵਜੂਦ ਨਾਮ ਕਿਉਂ ਨਹੀਂ ਭੇਜਣਾ? ਇੱਕ ਜਵਾਬ ਲਓ। ਖੜਿਆਲ ਸਾਹਿਬ, ਇੱਕ ਮਿੰਟ ਰੁਕ ਜਾਓ। ਖੜਿਆਲ ਸਾਹਿਬ, ਪੰਜਾਬ ਦੀ ਯੂਨੀਵਰਸਿਟੀਜ਼ ਨੇ ਜਿਹੜੀ ਕਿ ਪੰਜਾਬ ਗਵਰਨਮੈਂਟ ਦੇਖਦੀ ਹੈ, ਉਹਨਾਂ ਦੇ ਚਾਂਸਲਰ ਹੁਣ ਗਵਰਨਰ ਨਹੀਂ, ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਹ ਜਿਹੜਾ ਬਿੱਲ ਲਿਆਂਦਾ ਗਿਆ, ਇਹ ਠੀਕ ਹੈ ਜਾਂ ਗਲਤ ਹੈ? ਪਹਿਲਾ, ਇਹ ਤੇ ਦਿਸ ਰਿਕੁਆਇਰਸ ਡਿਬੇਟ ਐਂਡ ਡਿਸਕਸ਼ਨ, ਜੋ ਮੈਂ ਤੁਹਾਨੂੰ ਕਹਿ ਰਿਹਾ ਸੀ, ਜੋ ਡਿਬੇਟ ਤੇ ਡਿਸਕਸ਼ਨ ਨਹੀਂ ਸਰਕਾਰ ਨੇ ਬਿਲਸ ਦੇ ਇੱਕ ਸੈਕਿੰਡ ਜੇ ਤੁਸੀਂ ਡਿਬੇਟ ਐਂਡ ਡਿਸਕਸ਼ਨ, ਚੰਗੀ ਗੱਲ ਹੈ। ਇਹੀ ਆਮ ਆਦਮੀ ਪਾਰਟੀ ਵੀ ਕਰਾਉਂਦੀ ਡਿਬੇਟ ਐਂਡ ਡਿਸਕਸ਼ਨ, ਤੇ ਚੰਗਾ ਹੁੰਦਾ। ਇਹਨਾਂ ਨੇ ਹੋਣ ਨਹੀਂ ਦਿੱਤੀ। ਹੁਣ ਦੂਜੀ ਗੱਲ ਚਾਂਸਲਰ ਦੀ ਗੱਲ ਹੋ ਰਹੀ ਹੈ ਨਾ, ਮੈਂ ਦੱਸਦਾ ਗਵਰਨਰ ਸਾਹਿਬ ਇਹਨਾਂ ਦੇ ਦੋ ਐਮਐਲਏ, ਪਹਿਲਾਂ ਤਾਂ 4 ਐਮਐਲਏ ਆਏ ਸੀਗੇ। ਸੁਣ ਲਓ ਨਾ ਜਵਾਬ, ਪਲੀਜ਼। ਪਹਿਲਾ, ਜੇ ਗਵਰਨਰ ਸਾਹਿਬ ਤੁਸੀਂ ਚਾਹੁੰਦੇ ਹੋ ਕਿ ਨਾ ਚਾਂਸਲਰ ਹੋਣ, ਤੇ ਤੁਸੀਂ ਆਪ ਬਣ ਜਾਓ। ਮੈਨੂੰ ਪਹਿਲੀ ਇੱਕ ਐਗਜ਼ਾਮਪਲ ਦੱਸ ਦੇਣ ਕਿਸੇ ਵੀ ਸੂਬੇ ਦਾ ਜਿੱਥੇ ਆ ਚੀਜ਼ ਫੋਲੋ ਹੁੰਦੀ ਹੋਵੇ। ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਭੁੱਲ ਗਈ ਜੋ ਚਾਂਸਲਰ ਦੇ ਨਾਲ ਇਹਨਾਂ ਦੇ ਮੰਤਰੀ ਨੇ ਮਿਸਬਿਹੇਵੀਅਰ ਕੀਤਾ ਸੀਗਾ, ਜੋ ਗਲਤ ਤੌਰ ਤਰੀਕੇ ਨਾਲ ਪੇਸ਼ ਆਏ ਸੀਗੇ। ਉਹ ਇੰਨੇ ਪੜ੍ਹੇ ਲਿਖੇ, ਇੰਨੇ ਵਿਦਵਾਨ ਸਾਡੇ ਚਾਂਸਲਰ ਸੀ, ਉਹਨਾਂ ਨੂੰ ਬਦਤਮੀਜ਼ੀ ਨਾਲ ਤੁਸੀਂ ਪੇਸ਼ ਆਏ ਉਹਨਾਂ ਦੇ ਨਾਲ। ਉਹਨਾਂ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣ ਤੋਂ ਭਾਵੇਂ ਵੀ ਇਹ ਫੈਸਲੇ ਠੀਕ ਨਹੀਂ ਹੈ, ਮਤਲਬ ਕਹਿਣ ਤੋਂ ਭਾਵ ਜੈਬੰਸ ਜੀ ਤੋਂ ਮੈਂ ਇਹ ਸੇਮ ਸਵਾਲ ਲੈਣਾ ਚਾਹੁੰਦਾ, ਮੈਂ ਰਿਪੀਟ ਨਹੀਂ ਕਰੂੰਗਾ। ਜੈਬੰਸ ਜੀ, ਇਹ ਦੋਵੇਂ ਫੈਸਲੇ ਵਿਸ਼ੇਸ਼ ਕਰਕੇ ਜਿਹੜੇ ਦੋ ਬਿੱਲ ਨੇ, ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਤੇ ਜਿਹੜੀ ਚਾਂਸਲਰ ਦੀ ਭੂਮਿਕਾ ਨੂੰ ਲੈ ਕੇ, ਬੀਜੇਪੀ ਇਸ ਨੂੰ ਕਿਸ ਨਜ਼ਰ ਤੋਂ, ਕਿਸ ਜਾਵੀਏ ਤੋਂ ਪਰਖਦੀ ਹੈ? ਵੈਰੀ ਸ਼ਾਰਟ ਆਨਸਰਸ ਜੀ। ਸਭ ਤੋਂ ਪਹਿਲੇ ਜਿਹੜੇ ਡੀਜੀਪੀਜ਼ ਹੁੰਦੇ ਨੇ, ਉਹ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਤੇ ਹੁੰਦੇ ਨੇ। ਉਹ ਡੈਪੂਟੇਸ਼ਨ ਤੇ ਜਾਂਦੇ ਨੇ, ਵੈਦਰ ਇਟ ਇਜ਼ ਇਨ ਦਾ ਸੈਂਟਰ ਔਰ ਇਟ ਇਜ਼ ਇਨ ਦਾ ਸਟੇਟ। ਉਹਨਾਂ ਦਾ ਕਾਡਰ ਜਿਹੜਾ ਉਹ ਸੈਂਟਰਲ ਹੁੰਦਾ ਹੈ। ਅਗਰ ਕੋਈ ਸਟੇਟ ਦੇ ਕਾਡਰ ਦੇ ਵਿੱਚ ਕਿਸੇ ਨੂੰ ਪਾਇਆ ਜਾਂਦਾ ਹੈ ਤੇ ਉਹਨੂੰ ਸਟੇਟ ਦੇ ਕਾਡਰ ਤੋਂ ਸੈਂਟਰ ਦੇ ਕਾਡਰ 'ਚ ਵੀ ਕੀਤਾ ਜਾ ਸਕਦਾ ਹੈ। ਤੇ ਇਹ ਇਹਨਾਂ ਦੀ ਰਿਸੋਰਸ ਹੈ ਹੀ ਨਹੀਂ ਹੈ। ਆਈਪੀਐਸ ਇਹਨਾਂ ਦੀ ਰਿਸੋਰਸ ਹੈ ਨਹੀਂ ਹੈ ਜਿਹਦੇ ਨਾਲ ਇਹ ਪਲੇ ਅਰਾਊਂਡ ਕਰ ਸਕਣ।
ਤੇ ਉਸ ਵਾਸਤੇ ਜਿਹੜਾ ਖਡਿਆਲ ਸਾਹਿਬ ਨੇ ਕਿਹਾ ਕਿ ਜੋ ਸਿਸਟਮ ਚੱਲ ਰਿਹਾ ਹੈ ਕਿ ਇਹਨਾਂ ਨੂੰ 3 ਬੰਦਿਆਂ ਦੇ ਨਾਂ ਦੇਣੇ ਚਾਹੀਦੇ ਨੇ, ਉਹਦੇ ਵਿੱਚੋਂ ਹੀ ਇੱਕ ਡੀਜੀਪੀ ਬਣੇਗਾ। ਕਿਸੇ ਨੇ ਸੋਚ ਸਮਝ ਕੇ ਉਹ ਸਿਸਟਮ ਬਣਾਇਆ, ਉਸੇ ਨੂੰ ਫੋਲੋ ਕਰਨਾ ਚਾਹੀਦਾ ਹੈ। ਕੱਲ ਇਹਨਾਂ ਨੇ ਇੱਕ ਬੰਦੇ ਨੂੰ ਆਈਪੀਐਸ ਲਗਾਤਾ, ਉੱਥੇ ਆਈਪੀਐਸ ਨੂੰ ਡੀਜੀਪੀ ਲਗਾਤਾ, ਪਰਸੋਂ ਸੈਂਟਰ ਨੇ ਉਹਨੂੰ ਉੱਥੋਂ ਦੀ ਪੋਸਟ ਆਊਟ ਕਰ ਦਿੱਤਾ, ਫਿਰ ਕੀ ਕਰ ਲੈਣਗੇ? ਸੋ ਉਹਦੇ ਵਿੱਚ ਫਿਰ ਇਹੋ ਹੀ ਅਸੀਂ ਡਿਬੇਟਾਂ ਦੇ ਵਿੱਚ ਆ ਕੇ ਬੈਠਾਂਗੇ, ਆ ਕੇ ਆਮ ਆਦਮੀ ਪਾਰਟੀ ਝੂਠ ਬੋਲੇਗੀ, ਸਾਨੂੰ ਸੱਚ ਬੋਲਣਾ ਪਏਗਾ, ਤੇ ਉਹ ਸਾਰੀ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਚੱਲੇਗਾ। ਇਹ ਕਹਿ ਰਹੇ ਨੇ ਕੀ ਕਹਿੰਦੇ ਨੇ ਜਸਤੇਜ ਜੀ ਕਿ ਇਹ ਬਚਪਨਾ ਹੈ ਤੇ ਰੈਟੋਰਿਕ ਹੈ। ਰੈਟੋਰਿਕ ਤੇ ਇਹ ਬੋਲਦੇ ਨੇ, ਇੰਗਲਿਸ਼ ਲਿਟਰੇਚਰ ਤੇ ਆ ਕੇ ਇਹ ਇੱਥੇ ਬੋਲਦੇ ਨੇ। ਕਿਸੇ ਵੀ ਚੀਜ਼ ਦਾ ਇਹਨਾਂ ਦੇ ਕੋਲ ਕੋਈ ਆંકੜਾ ਕਦੀ ਨਹੀਂ ਹੁੰਦਾ। ਹੁਣੇ ਖਡਿਆਲ ਸਾਹਿਬ ਇਹਨਾਂ ਨੂੰ ਆંકੜੇ ਪੁੱਛ ਰਹੇ ਸੀਗੇ, ਇੱਕ ਵੀ ਆંકੜਾ ਨਹੀਂ ਹੈਗਾ, ਪ੍ਰੀਪੇਅਰਡ ਤੇ ਕਦੀ ਆਉਂਦੇ ਨਹੀਂ ਇੱਥੇ। ਦੂਸਰਾ ਪੁਆਇੰਟ ਜਿਹੜਾ ਤੁਸੀਂ ਪੁੱਛ ਰਹੇ ਹੋ ਉਹਦਾ ਵਾਈਸ ਚਾਂਸਲਰ ਦਾ, ਉਹ ਮੈਂ ਤੁਹਾਨੂੰ ਪਹਿਲੇ ਜਵਾਬ ਦਿੱਤਾ ਸੀਗਾ। This amounts to politicizing of the higher education in Punjab। ਤੇ ਪੋਲੀਟੀਸਾਈਜ਼ਿੰਗ ਦੇ ਬਾਅਦ ਫਿਰ ਉਹ ਜਿਹੜਾ ਵਾਈਸ ਚਾਂਸਲਰ ਹੈ ਉਹ ਪੋਲੀਟੀਕਲ ਲੋਕਾਂ ਦਾ ਗੁਲਾਮ ਬਣ ਜਾਏਗਾ, ਤੇ ਕਦੀ ਵੀ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਦੇ ਬਾਅਦ ਚੰਗੀਆਂ ਨਹੀਂ ਚੱਲ ਸਕਦੀਆਂ ਨੇ। ਇਹਦੇ ਵਿੱਚ ਉਹ ਸਿਰਫ ਉਹ ਜਿਹੜਾ ਬੈਲੈਂਸ ਕੀਤਾ ਹੋਇਆ ਹੈ ਐਜੂਕੇਸ਼ਨ ਦੇ ਸਿਸਟਮ ਨੂੰ, ਉਹ ਬੈਲੈਂਸ ਬਰਬਾਦ ਹੋ ਜਾਏਗਾ, ਤੇ ਇਹ ਗੱਲ ਠੀਕ ਨਹੀਂ ਹੈ। ਪਰ ਇਹ ਅਗਰ ਇਹ ਕਰਨਾ ਚਾਹੁੰਦੇ ਨੇ, ਇਹ ਕਰ ਸਕਦੇ। ਠੀਕ ਹੈ ਜਸਤੇਜ ਜੀ, ਗੱਲ ਇਹ ਹੈ ਕਿ ਵਿਰੋਧੀਆਂ ਨੂੰ ਤੁਹਾਡੇ ਵੱਲੋਂ ਜਿਹੜੇ ਲਿਆਂਦੇ ਗਏ ਮਤੇ ਹੈ, ਜਿਹੜੇ ਲਿਆਂਦੇ ਗਏ ਬਿੱਲ ਹੈ, ਉਹ ਬਿਲਕੁਲ ਵੀ ਪਾਉਂਦੇ ਨਹੀਂ ਹੈਗੇ। ਪਰ ਸ਼ਾਰਟ ਹੀ ਰੱਖਿਓ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸ਼ਾਰਟ ਹੀ ਰੱਖਿਓ ਜਵਾਬ। ਜੇ ਇਹ ਬੋਲਣ ਦੇਣਗੇ ਤਾਂ ਪਰ ਮੈਂ ਸਿੱਧੀ ਗੱਲ ਦੱਸ ਰਿਹਾ, ਡਿਸਕਸ਼ਨ ਦੀ ਗੱਲ ਹੋ ਰਹੀ ਸੀ। ਇਹ ਵਿੱਚ ਬੋਲਣ ਦੀ ਤੁਹਾਡੀ ਆਦਤ ਹੈ, ਅਸੀਂ ਨਹੀਂ ਵਿੱਚ ਬੋਲਦੇ। ਬੋਲਣ ਦੇਣਗੇ ਤਾਂ ਨਹੀਂ, ਤੁਸੀਂ ਬੋਲਦੇ ਹੋ ਵਿੱਚ, ਅਸੀਂ ਨਹੀਂ ਬੋਲਦੇ। ਡਿਸਕਸ਼ਨ ਦੇ ਵਿੱਚ ਬੀਜੇਪੀ ਦਾ ਇੱਕ ਵੀ ਐਮਐਲਏ ਪ੍ਰੈਜ਼ੈਂਟ ਨਹੀਂ, ਐਂਡ ਕਾਂਗਰਸ ਦੇ ਐਮਐਲਏ ਉੱਥੇ ਹਾਜ਼ਰੀ ਲਾ ਕੇ ਉੱਥੋਂ ਚਲੇ ਗਏ, ਉਹਨਾਂ ਨੇ ਕੋਈ ਡਿਸਕਸ਼ਨ ਨਹੀਂ ਕੀਤੀ, ਤੇ ਉੱਥੇ ਡਿਸਕਸ਼ਨ ਦਾ ਸਵਾਲ ਆ ਗਿਆ। ਐਕਸਾਈਜ਼ ਪਾਲਿਸੀ ਦੀ ਇਹ ਗੱਲ ਕਰਦੇ, ਮੇਰੇ ਖਿਆਲ ਤੋਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਐਤਕੀ 2500 ਤੋਂ ਲੈ ਕੇ 3000 ਕਰੋੜ ਤੱਕ ਦਾ ਲਾਹਾ ਹੋਇਆ, ਫਾਇਦਾ ਹੋਇਆ ਪਿਛਲੇ ਸਾਲਾਂ ਨਾਲੋਂ, ਐਂਡ ਉਹਦੇ ਉੱਪਰ ਵਰਕ ਕਰ ਰਹੇ ਆ। ਉਹਦੇ ਉੱਪਰ ਅਗਲੇ ਸਾਲ ਤੁਸੀਂ ਹੋਰ ਵੀ ਜ਼ਿਆਦਾ ਵਧਿਆ ਹੋਇਆ ਲਾਹਾ ਦੇਖੋਗੇ। ਜਿੱਥੇ ਤੱਕ ਡੀਜੀਪੀ ਦਾ ਸਵਾਲ ਹੈ, ਡੀਜੀਪੀ ਪਲੀਜ਼ ਟਰਾਈ ਟੂ ਅੰਡਰਸਟੈਂਡ ਦੈਟ ਪੁਲਿਸ ਲਾਅ ਐਂਡ ਆਰਡਰ ਜੋ ਹੈ ਉਹ ਸਟੇਟ ਸਬਜੈਕਟ ਹੈ, ਐਂਡ ਅੱਜ ਦੀ ਡੇਟ ਦੇ ਵਿੱਚ ਸੈਂਟਰ ਦਾ ਜੋ ਹਰ ਨਾਨ ਬੀਜੇਪੀ ਗਵਰਨਮੈਂਟਸ ਹੈ, ਜਿਵੇਂ ਮੈਂ ਹੁਣੇ ਦੱਸ ਦੇਣਾ ਅਸ਼ਪ੍ਰੀਤ, ਜਿਹਨੂੰ ਇਹਨਾਂ ਦੇ ਨਾਨਾ ਪਟੋਲੇ ਜੀ ਹੈਗੇ ਆ, ਉਹ ਸਾਰੇ ਆਮ ਗਵਰਨਰ ਨੂੰ ਗਾਲਾਂ ਕੱਢਦੇ ਉੱਥੇ ਜਿਹੜੇ ਹੈਗੇ ਆ, ਠੀਕ ਹੈ ਨਾ, ਕਾਂਗਰਸ ਦੇ। ਸੋ ਬੇਸਿਕਲੀ ਬਟ ਇੱਥੇ ਸਾਡੇ ਦੇਸ਼ ਚ ਹੋ ਗਈ ਕੀ ਸ਼ਬਦ ਵਾਲੀ ਹੈ, ਇਹ ਕੀ ਕਹਿ ਰਹੇ ਨੇ, ਗਵਰਨਰ ਨੂੰ ਗਾਲਾਂ ਕੱਢਦੇ ਨੇ। ਮੈਂ ਇੱਥੋਂ ਡਿਬੇਟ ਤੇ ਉੱਠਣ ਲੱਗਾ, ਇਹਨਾਂ ਨੂੰ ਕਹੋ ਆਪਣੇ ਸ਼ਬਦ ਵਾਪਸ ਲੈਣ। ਗਵਰਨਰ ਨੂੰ ਗਾਲਾਂ ਕੱਢਦੇ ਨੇ, ਐਸਾ ਬੰਦਾ ਆ ਗਿਆ ਯਾਰ ਇਸ ਡਿਬੇਟ ਦੇ ਵਿੱਚ ਤੁਹਾਡੇ ਕੋਲ। ਦੇਖਿਆ ਤੁਸੀਂ ਕਿਵੇਂ ਤੁਸੀਂ ਵੀ ਵਰਡ ਵਿੱਚ ਯੂਜ਼ ਕੀਤੇ ਸੀ ਇਹੋ ਜਿਹੇ, ਤੁਸੀਂ ਵਰਡ ਯੂਜ਼ ਕੀਤੇ ਸੀ ਇਹੋ ਜਿਹੇ। ਗਾਲਾਂ ਕੱਢਦੇ ਨੇ, ਇਹਨਾਂ ਨੂੰ ਬੰਦ ਕਰੋ, ਸਾਡੇ ਕੋਲੋਂ ਸੁਣਿਆ ਨਹੀਂ ਜਾ ਰਿਹਾ। ਆਈ ਐਮ ਫੀਲਿੰਗ ਡਿਸਗਸਟਡ ਵਿਦ ਦਿਸ ਮੈਨ। ਪੋਲਿਟਿਕਸ ਆਫ ਕਨਵੀਨੀਅੰਸ ਸਟਾਰਟ ਹੋ ਗਈ ਹੈ ਇਸ ਦੇਸ਼ ਦੇ ਵਿੱਚ, ਕਿ ਜਿਹੜਾ ਹਿੱਸਾ ਇਹਨਾਂ ਨੂੰ ਠੀਕ ਲੱਗਦਾ ਉਹ ਲੋਕਾਂ ਦੇ ਸਾਹਮਣੇ ਲਿਆ ਦਿੰਦੇ ਆ, ਜਿਹੜਾ ਹਿੱਸਾ ਨੂੰ ਠੀਕ ਨਹੀਂ ਲੱਗਦਾ ਉਹ ਛੁਪਾ ਦਿੰਦੇ ਆ। ਗਵਰਨਰ ਇਸ ਵੇਲੇ ਜਿੰਨੇ ਵੀ ਹੈਗੇ ਆ ਉਹ ਨਾਨ ਬੀਜੇਪੀ ਸਰਕਾਰ ਜਿੱਥੇ ਬੈਠੀ ਹੈ। ਜਸਤੇਜ ਜੀ ਗੱਲ ਇਹ ਹੈ, ਜਸਤੇਜ ਜੀ ਗੱਲ ਇਹ ਹੈ, ਜਦੋਂ ਹਰ ਗੱਲ ਹਰ ਵਿਸ਼ਾ ਜਦੋਂ ਇਸ਼ੂ ਬਣ ਜਾਏਗਾ ਤੇ ਮਸਲੇ ਮੈਨੂੰ ਲੱਗਦਾ ਘਟਣ ਦੀ ਬਜਾਏ ਵੱਧਦੇ ਨਹੀਂ ਜਾਣਗੇ। ਜੇਕਰ ਅੱਜ ਮੈਂ ਉਹੀ ਤੁਹਾਨੂੰ ਦੱਸ ਰਿਹਾ, ਮੇਰਾ ਸਵਾਲ ਤਾਂ ਪੂਰਾ ਹੋਣ ਦਿਓ ਨਾ ਜਸਤੇਜ ਜੀ, ਮੇਰਾ ਸਵਾਲ ਤਾਂ ਪੂਰਾ ਹੋ ਰਿਹਾ। ਗੱਲ ਇਹ ਆ ਕਿ ਅੱਜ ਜੇਕਰ ਤੁਸੀਂ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਕਿ ਡੀਜੀਪੀ ਅਸੀਂ ਆਪਣਾ ਲਾਵਾਂਗੇ, ਅਸੀਂ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਡਿਬੇਟ ਰੱਖੀ ਸੀਗੀ, ਹਾਲਾਂਕਿ ਮੈਂ ਉਹ ਡਿਬੇਟਸ ਜਿਹੜੀ ਆ ਭਾਸ਼ਾਵਾਂ ਦੇ ਉੱਤੇ, ਮਰਿਆਦਾ ਦੇ ਉੱਤੇ, ਇਸ ਦੇ ਉੱਤੇ ਵੀ ਕਰ ਚੁੱਕਿਆ। ਬਹੁਤ ਘੱਟ ਲੋਕ ਉਹਨਾਂ ਚੀਜ਼ਾਂ ਨੂੰ ਦੇਖਦੇ ਆ, ਪਸੰਦ ਕਰਦੇ ਆ ਕਿ ਪੰਜਾਬ ਦੇ ਵਿੱਚੋਂ ਕਿੰਨੇ ਆਈਐਸ ਤੇ ਆਈਪੀਐਸ ਬਣ ਰਹੇ ਆ, ਕਿੰਨੇ ਕੁ ਪ੍ਰੋਡਿਊਸ ਹੋ ਰਹੇ ਆ। ਕਿਉਂਕਿ ਇੱਥੇ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਸੋਚਦਾ ਸੀਗਾ, ਹੁਣ ਇਹ ਸੋਚਣ ਲੱਗ ਗਿਆ ਕਿ ਮੈਂ ਗ੍ਰੈਜੂਏਸ਼ਨ ਦੇ ਵਿੱਚ, ਬੀਟੈਕ ਦੇ ਵਿੱਚ, ਬੀਐਡ ਦੇ ਵਿੱਚ, ਬੀਐਸਸੀ ਦੇ ਵਿੱਚ, ਬੀਕਾਮ ਦੇ ਵਿੱਚ ਪੈਸੇ ਕਿਉਂ ਖਰਚ ਕਰਨੇ, ਮੈਂ ਉਹਨੂੰ ਸੇਵ ਕਰਾਂ ਤੇ ਮੈਂ ਸਿੱਧਾ ਇੱਥੋਂ ਬਾਹਰ ਦੀ ਉਡਾਨ ਭਰ ਲਵਾਂ। ਤੇ ਇਹ ਤਾਂ ਮਾਹੌਲ ਸਾਡੇ ਇੱਥੇ ਬਣ ਗਿਆ, ਤੇ ਅਸੀਂ ਕਿਸ ਆਸ ਕਿਸ ਕਾਮਨਾ ਦੇ ਨਾਲ ਅਜਿਹੇ ਫੈਸਲੇ ਲੈ ਰਹੇ ਹਾਂ ਕਿ ਅਸੀਂ ਆਪਣੀ ਮਰਜ਼ੀ ਦੇ ਲਾਵਾਂਗੇ, ਜਦੋਂ ਸਾਡੇ ਕੋਲ ਲਾਉਣ ਲਈ ਬੰਦੇ ਹੀ ਨਹੀਂ ਹੋਣਗੇ ਤੇ ਅਸੀਂ ਲਾਵਾਂਗੇ ਕਿੱਥੋਂ? ਹਾਂਜੀ, ਮੈਂ ਤੁਹਾਡੀ ਇਸ ਗੱਲ ਤੇ ਜਵਾਬ ਦੇ ਦਿੰਦਾ। ਟਾਈਮ ਕਾਫੀ ਹੋ ਗਿਆ ਮੇਰੇ ਖਿਆਲ, ਡਿਬੇਟ ਖਤਮ ਕਰਨ ਦੇ ਸੈਕਿੰਡ ਦੇ ਵਿੱਚ ਇਹ ਹੈ ਦੂਸਰੀ ਡਿਬੇਟ ਦੀ ਪਹਿਲੀ ਗੱਲ ਤਾਂ ਕਾਂਗਰਸ ਦੇ ਸਪੋਕਸਪਰਸਨ, ਠੀਕ ਹੈ, ਤੁਸੀਂ ਜਾ ਸਕਦੇ ਹੋ ਜੈਬੰਸ ਜੀ, ਜੇਕਰ ਤੁਹਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡਾ ਬਹੁਤ ਧੰਨਵਾਦ ਹੈ ਜੀ, ਤੁਸੀਂ ਜਾ ਸਕਦੇ ਹੋ। ਮੇਰੀ ਵੀ ਧਾਲੀਵਾਲ ਸਾਹਿਬ, ਮੇਰੀ ਵੀ ਡਿਬੇਟ ਹੈ ਜੀ। ਜਿਹੜੇ ਕਾਂਗਰਸ ਦੇ ਸਪੋਕਸਪਰਸਨ ਸੀਗੇ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਵੈਸਟ ਬੰਗਾਲ ਤੋਂ ਕੈਨੇਡਾ ਚ ਸੇਮ ਐਕਟ ਜਿਹੜਾ ਹੈ ਉਹ ਪਾਸ ਹੋ ਚੁੱਕਿਆ ਹੈ ਐਜੂਕੇਸ਼ਨ ਦੇ ਰਿਲੇਟਡ, ਕਿ ਜਿੱਥੇ ਵੀਸੀ ਜਿਹੜੇ ਹੈ ਉਹਨਾਂ ਨੂੰ ਤਾਕਤ ਉਹਨਾਂ ਜਿਹੜੀ ਲੈ ਕੇ ਉਹਨਾਂ ਨੇ ਸਰਕਾਰ ਨੇ ਆਪਣੇ ਕੋਲ ਲਈ ਹੈ। ਕਿਉਂਕਿ ਇੱਕ ਜੋ ਸੈਂਟਰ ਦਾ ਜਿਹੜਾ ਰਵੱਈਆ ਹੈ ਉਹ ਸ਼ੁਰੂ ਤੋਂ ਇਹੀ ਰਿਹਾ ਹੈ ਕਿ ਨਾਨ ਬੀਜੇਪੀ ਸਰਕਾਰਾਂ ਜਿੱਥੇ ਹੈਗੀਆਂ ਉੱਥੇ ਉਹ ਕੋਸ਼ਿਸ਼ ਕਰ ਰਹੇ ਕਿਸੇ ਗਵਰਨਰ ਦੇ ਥਰੂ ਰੂਲ ਕਰਨ ਦੀ।
ਉੱਥੇ ਡੇ ਟੂ ਡੇ ਵਰਕਿੰਗ ਦੇ ਵਿੱਚ ਪ੍ਰੋਬਲਮ ਪਾ ਰਹੇ ਆ। ਹੁਣ ਮੈਂ ਤੁਹਾਡੀ ਗੱਲ ਦੇ ਉੱਪਰ ਸੋ ਬੇਸਿਕਲੀ ਕੇਰਲਾ ਐਂਡ ਵੈਸਟ ਬੰਗਾਲ 'ਚ ਸਿਮਿਲਰ ਐਕਟ ਪਾਸ ਹੋ ਚੁੱਕਿਆ। ਹੁਣ ਮੈਂ ਤੁਹਾਡੀ ਗੱਲ ਦੇ ਉੱਪਰ ਆਉਂਦਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਪੰਜਾਬ, ਇਹ ਨੋ ਡਾਊਟ ਇਹ ਪੰਜਾਬ ਦੀ ਤਰਾਸਦੀ ਜਿਹੜੀ ਰਹੀ ਹੈ, ਜਿਹੜਾ ਇੱਕ ਕੋਲੈਟਰਲ ਜਿਹੜੀ ਪ੍ਰੋਬਲਮ ਰਹੀ ਹੈ ਉਹ ਇਹ ਰਹੀ ਹੈ ਕਿ ਵੀ ਲੋਕਾਂ ਨੇ ਇਗਨੋਰ ਕੀਤਾ ਪਿਛਲੀ ਸਰਕਾਰਾਂ ਨੇ ਕਿ ਇੱਥੇ ਐਜੂਕੇਸ਼ਨ ਦਾ ਬਜਟ ਤੁਸੀਂ ਦੇਖੋ ਲਗਾਤਾਰ ਘਟਦਾ ਰਿਹਾ, ਇੱਥੇ ਤੁਸੀਂ ਦੇਖੋ ਮੈਡੀਕਲ ਦਾ ਬਜਟ ਪਹਿਲਾਂ ਘਟਦਾ ਰਿਹਾ, ਪਰ ਐਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੇ ਅੰਡਰ ਸਾਰੇ ਬਜਟਸ ਐਤਕੀ ਦੇਖੋ ਪਿਛਲੀ ਵਾਰ ਨਾਲੋਂ ਵਧੇ ਹੋਏ ਆ। ਸਿਰਫ ਇਹੀ ਨਹੀਂ, ਜਿਹੜੇ ਜਿਵੇਂ ਹੁਣ ਇਹ ਕਹਿ ਰਹੇ ਸੀ ਐਕਸਾਈਜ਼ ਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ, ਐਕਸਾਈਜ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ 2500 ਤੋਂ ਲੈ ਕੇ 3000 ਕਰੋੜ ਤੱਕ ਦਾ ਵਾਧਾ ਹੋਇਆ। ਹੁਣ ਉਹ 2500 ਤੋਂ 3000 ਦਾ ਕਰੋੜ ਦਾ ਜਿਹੜਾ ਫਾਇਦਾ ਹੈ ਤੁਸੀਂ ਦੇਖੋਗੇ ਕਿ ਵੀ ਮਾਨ ਸਾਹਿਬ ਉਸ ਚੀਜ਼ ਦਾ ਜਿਹੜਾ ਲਾਹਾ ਹੈ ਉਹ ਪਬਲਿਕ ਦੇ ਵਿੱਚ ਦੇਣਗੇ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹੜਾ ਪਾਵਰ ਪਲਾਂਟ ਇਹਨਾਂ ਨੇ ਵੇਚਤਾ ਸੀਗਾ ਕਾਂਗਰਸ ਨੇ, ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ 'ਚ ਬੋਲੀ ਲਗਾ ਕੇ ਉਹਨੂੰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਿ ਇਹ ਕੰਸਟਰਕਟਿਵ ਸਰਕਾਰ ਕੰਮ ਨਹੀਂ ਕਰਦੀ ਹੈ? ਅਜੇ ਹੋਰ ਕਿਹੜੀ ਸਰਕਾਰ ਹੈ ਜਿਹੜੀ ਡਿਵੈਲਪਮੈਂਟ ਤੇ ਕੰਮ ਨਹੀਂ ਕਰਦੀ? ਅੱਜ ਅਸੀਂ ਹੈਲਥ ਦੇਖੋ, ਬੁਨਿਆਦੀ ਮੁੱਦਿਆਂ ਦੀ ਜੇ ਅਸੀਂ ਗੱਲ ਕਰੀਏ, ਬੁਨਿਆਦੀ ਮੁੱਦੇ 3 ਜਾਂ 4 ਨੇ ਹੁੰਦੇ ਆ, ਐਜੂਕੇਸ਼ਨ, ਹੈਲਥ, ਫੂਡ। ਹੁਣ ਉਹਦੇ ਉੱਪਰ ਕੀ ਸਾਡੀ ਸਰਕਾਰ ਕੰਮ ਨਹੀਂ ਕਰ ਰਹੀ? ਅੱਜ ਇਹਨਾਂ ਕੋਲ ਕੁਝ ਨਹੀਂ ਹੈਗਾ ਕਹਿਣ ਨੂੰ ਤੇ ਅਨਨੈਸੈਸਰੀ ਰਿਟੋਰਿਕ ਸਟਾਰਟ ਕਰਤਾ ਕਿ ਵੀ ਹਾਂਜੀ ਬਿਨਾਂ ਤੱਥਾਂ ਤੇ ਗੱਲ ਕਰੀ ਜਾਂਦੇ। ਮੈਂ ਤੁਹਾਨੂੰ ਦੱਸਿਆ ਕਿ ਐਕਸਾਈਜ਼ ਪਾਲਿਸੀ 'ਚ ਫਾਇਦਾ ਹੋਇਆ। ਇਹ ਕਹਿੰਦੇ ਕਿ ਵੀ ਹਾਂਜੀ ਇਹ ਦੱਸੋ ਕਿ ਵੀ ਹੋਰ ਕਿਹੜੇ ਸੂਬੇ ਨੇ ਐਕਟ ਲਾਗੂ ਕੀਤਾ? ਮੈਂ ਦੱਸਤਾ, ਕੇਰਲਾ ਨੇ ਪਾਸ ਕਰਤਾ, ਇਹ ਵੈਸਟ ਬੰਗਾਲ ਨੇ ਪਾਸ ਕਰਤਾ। ਜਦੋਂ ਇਹਨਾਂ ਨੂੰ ਇਹੀ ਨਹੀਂ, ਤੱਥਾਂ ਦਾ ਹੀ ਨਹੀਂ ਪਤਾ ਤੇ ਆ ਕੇ ਇਹਨਾਂ ਨੇ ਰਿਟੋਰਿਕ ਹੀ ਕਰਨਾ, ਫਿਰ ਉਹਨਾਂ ਨੇ ਕਹਿਣਾ ਵੀ ਆਮ ਆਦਮੀ ਪਾਰਟੀ ਵਾਲੇ ਬੋਲਦੇ। ਠੀਕ ਹੈ ਜਸਤੇਜ ਜੀ, ਸਮਾਂ ਕੱਢਿਆ, ਜੁੜੇ, ਸਵਾਲਾਂ ਦੇ ਜਵਾਬ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।